ਟੀਵੀ ਦੇ ਨਾਲ ਜੁੜੇ ਹੋਏ ਹੋ, ਜਿਹੜੇ ਸਾਧਨ ਨਾਲ ਜੁੜੇ ਹੋਏ ਹੋ, ਯੂਕੇ ਦੇ ਵਿੱਚੋਂ, ਯੂਰਪ ਦੇ ਵਿੱਚੋਂ, ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਹੋ, ਤੇ ਹਰ ਇੱਕ ਜਗ੍ਹਾ ਤੋਂ ਬੈਠਿਆਂ ਦਾ ਤੁਹਾਡਾ KTV ਦੇ ਸਟੂਡੀਓ ਦੇ ਵਿੱਚ ਸਵਾਗਤ ਹੈ ਜੀ। KTV ਤੁਹਾਡਾ ਆਪਣਾ ਚੈਨਲ ਹੈ ਤੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਤੁਹਾਡੀਆਂ ਆਪਣੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹੁਣ ਜਿਹੜਾ ਜ਼ਮਾਨਾ ਹੈ ਡਿਫਰੈਂਟ ਜ਼ਮਾਨਾ ਹੈ ਤੇ ਪੁਰਾਣਾ ਜ਼ਮਾਨਾ ਹੋਰ ਹੁੰਦਾ ਸੀ। ਮੇਰੇ ਕਹਿਣ ਦਾ ਮਤਲਬ ਕਿ ਜਦੋਂ ਪੁਰਾਣੇ ਸਾਡੇ ਬਜ਼ੁਰਗ ਇਹਨਾਂ ਮੁਲਕਾਂ ਦੇ ਵਿੱਚ ਆਏ ਜਾਂ ਏਸ਼ੀਅਨ ਮੁਲਕਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਰੋਜੀ ਰੋਟੀ ਦੀ ਖਾਤਰ ਆਏ, ਤਾਂ ਉਹ ਇੱਕੋ ਇੱਕ ਜਿਹੜੀ ਸੀ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਸੀ, ਉਹਨਾਂ ਦੇ ਮਾਇੰਡ ਜਿਹੜਾ ਸੈੱਟ ਸੀ ਇਹ ਸੀ ਕਿ ਜੀ 2-4 ਸਾਲ ਕੰਮ ਕਰਾਂਗੇ ਤੇ ਵਾਪਸ ਅਸਾਂ ਆਪਣੇ ਵਤਨਾਂ ਨੂੰ ਚਲ ਜਾਣਾ, ਅਸੀਂ ਆਪਣੇ ਘਰਾਂ ਨੂੰ ਮੁੜ ਜਾਣਾ। ਤੇ ਇਹ ਜਿਹੜਾ ਉਹਨਾਂ ਦਾ ਖਿਆਲ ਸੀ, ਉਹ ਜਿਹੜਾ ਇੱਥੇ ਪੈਸਾ ਉਹਨਾਂ ਨੇ ਕਮਾਇਆ ਤੇ ਵਾਪਸ ਫਿਰ ਉਹ ਆਪਣੇ ਮੁਲਕਾਂ ਨੂੰ ਭੇਜਦੇ ਰਹੇ, ਆਪਣੇ ਘਰਾਂ ਨੂੰ ਭੇਜਦੇ ਰਹੇ। ਪਿੱਛੇ ਜ਼ਮੀਨ ਜਾਇਦਾਦਾਂ ਬਣਦੀਆਂ ਗਈਆਂ, ਹਾਲਾਤ ਚੇਂਜ ਹੁੰਦੇ ਗਏ, ਇੱਥੇ ਫੈਮਲੀਆਂ ਆਉਣੀਆਂ ਸ਼ੁਰੂ ਹੋ ਗਈਆਂ, ਗਾਂ ਬੱਚੇ ਇੱਥੇ ਬੋਰਨ ਹੋ ਗਏ ਤੇ ਫਿਰ ਉਹਨਾਂ ਦੇ ਗਾਂ ਇੱਥੇ ਵਿਆਹ ਸ਼ਾਦੀਆਂ ਹੋਣੀਆਂ ਸ਼ੁਰੂ ਹੋ ਗਈਆਂ। ਟਾਈਮ ਬਦਲਦਾ ਗਿਆ ਜੀ, ਤੇ ਹੌਲੀ ਹੌਲੀ ਹੁਣ ਜਿਹੜੀ ਜਨਰੇਸ਼ਨਾਂ ਆਉਣ ਲੱਗੀਆਂ ਹਨ ਉਹ ਇਹ ਸੋਚ ਕੇ ਆਉਂਦੇ ਹਨ, ਇਹ ਨਹੀਂ ਸੋਚ ਕੇ ਆਉਂਦੇ ਹਨ ਕਿ ਅਸੀਂ ਬਾਹਰ ਕਮਾਉਣ ਜਾਣਾ ਹੈ ਜਾਂ ਫਿਰ ਬਾਹਰ ਅਸੀਂ ਕੰਮ ਕਰਕੇ ਵਾਪਸ ਅਸੀਂ ਆਪਣੇ ਘਰ ਨੂੰ ਜਾਣਾ, ਵਾਪਸ ਅਸੀਂ ਆਪਣੇ ਵਤਨ ਨੂੰ ਜਾਣਾ। ਹੁਣ ਜਿਹੜੀ ਸੋਚ ਹੈ ਉਹ ਬਦਲ ਚੁੱਕੀ ਹੈ। ਸੋਚ ਇਹ ਹੋ ਚੁੱਕੀ ਹੈ ਕਿ ਅਸੀਂ ਹੁਣ ਬਾਹਰਲੇ ਮੁਲਕ ਦੇ ਵਿੱਚ ਰਹਿਣ ਜਾਣਾ ਜੀ। ਜਿਹੜਾ ਕੋਈ ਵੀ ਬੰਦਾ, ਕੋਈ ਵੀ ਇਨਸਾਨ, ਲੜਕਾ ਹੈ, ਲੜਕੀ ਹੈ, ਸਿਆਣਾ ਹੈ, ਘੱਟ ਉਮਰ ਦਾ ਹੈ, ਬੱਚਾ ਹੈ, ਜਿਹੜਾ ਵੀ ਬਾਹਰ ਆਉਂਦਾ ਉਹ ਇਸ ਕਰਕੇ ਨਹੀਂ ਬਾਹਰ ਆਉਂਦਾ ਕਿ ਅਸੀਂ ਪੈਸੇ ਕਮਾਉਣ ਬਾਹਰ ਆਏ ਹਾਂ, ਇਸ ਕਰਕੇ ਬਾਹਰ ਆਉਂਦੇ ਹਨ ਕਿ ਅਸੀਂ ਜੀ ਬਾਹਰਲੇ ਮੁਲਕ ਦੇ ਵਿੱਚ ਸੈਟਲ ਹੋਣ ਜਾਣਾ। ਸੋ ਸੈਟਲ ਹੋਣ ਦੇ ਲਈ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਤੇ ਜਿਹੜੀਆਂ ਚੀਜ਼ਾਂ ਦੀ ਖਾਸ ਲੋੜ ਪੈਂਦੀ ਹੈ, ਉਹ ਸਾਰਿਆਂ ਦੇ ਲਈ ਅੱਜ ਦਾ ਸ਼ੋਅ, ਜਿਹੜਾ ਸਪੈਸ਼ਲ ਸ਼ੋਅ ਤੁਹਾਡੀ ਸੇਵਾ ਦੇ ਵਿੱਚ ਲੈ ਕੇ KTV ਹਾਜ਼ਰ ਹੋ ਚੁੱਕਿਆ ਹੈ। ਤੇ ਬਿਲਕੁਲ ਜੀ, ਜਿਹਦੇ ਵਿੱਚ ਬਾਹਰ ਸੈਟਲ ਹੋਣ ਦੇ ਵਿੱਚ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੀ ਲੋੜ ਪੈਂਦੀ ਹੈ ਕਿ ਕੋਈ ਸਾਨੂੰ ਸਹੀ ਗਾਈਡ ਕਰਨ ਵਾਲਾ ਬੰਦਾ ਮਿਲ ਜਾਵੇ, ਸਾਨੂੰ ਸਹੀ ਰਸਤੇ 'ਤੇ ਅਪਣਾਵੇ। ਕਿਉਂਕਿ ਜਿਹੜੀ ਅਕਸਰ ਜਿਵੇਂ ਕਿ ਗੱਲ ਕੀਤੀ ਕਿ ਸੋਚ ਬਦਲ ਗਈ ਹੈ। ਜਿੱਥੇ ਸੋਚ ਅੱਗੇ ਲੋਕਾਂ ਦੀ ਹੈਲਪ ਕਰਨੀ ਹੁੰਦੀ ਸੀ ਤੇ ਉੱਥੇ ਲੋਕਾਂ ਦੇ ਨਾਲ ਹੇਰਾ ਫੇਰੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ, ਤੇ ਲੋਕਾਂ ਦੇ ਨਾਲ ਫਿਰ ਜਿਸ ਤਰ੍ਹਾਂ ਕਹਿੰਦੇ ਕਿ ਲੁੱਟ ਖਸੁੱਟ ਹੋਣੀ ਵੀ ਸ਼ੁਰੂ ਹੋ ਗਈ। ਪਰ ਸਹੀ ਰਸਤਾ ਮਿਲੇ, ਸਹੀ ਬੰਦਾ ਮਿਲੇ ਤੇ ਸਹੀ ਕੀਮਤ ਦੇ ਵਿੱਚ ਮਿਲੇ ਤੇ ਫਿਰ ਉਹਦੇ ਨਾਲ ਦੀ ਰੀਸ ਨਹੀਂ ਰਹਿ ਜਾਂਦੀ। ਬਿਲਕੁਲ ਜੀ, ਇਹ ਜਿਹੜਾ ਸਪੈਸ਼ਲ ਅੱਜ ਦਾ ਸ਼ੋਅ ਹੁੰਦਾ, ਸੈਚਰਡੇ ਦਾ ਸ਼ੋਅ ਹੁੰਦਾ, ਤੁਹਾਨੂੰ ਪਤਾ ਹੀ ਹੈ ਜੀ। ਸਿਟੀ ਲੋ ਪ੍ਰੈਕਟਿਸ ਸੋਲਿਸਟਰ ਦੇ ਜਵੇਰ ਰਸ਼ੀਦ ਜੀ ਜੁਆਇਨ ਕਰਦੇ ਹੁੰਦੇ, ਆਪਾਂ ਨੂੰ ਸਟੂਡੀਓ ਵਿੱਚ ਪਹੁੰਚਦੇ ਹਨ, ਉਹਨਾਂ ਦਾ ਸਪੈਸ਼ਲ ਸ਼ੋਅ ਹੁੰਦਾ। ਸੋ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ, ਤੇ ਜ਼ਰੂਰ ਜੀ ਉਮੀਦ ਹੈ ਕਿ ਤੁਸੀਂ ਸ਼ੋਅ ਨੂੰ ਪਸੰਦ ਵੀ ਕਰੋਗੇ। ਪਹਿਲਾਂ ਜਵੇਰ ਰਸ਼ੀਦ ਜੀ ਆਪਣਾ ਟਾਈਮ ਕੱਢ ਕੇ, ਆਪਣਾ ਕੀਮਤੀ ਸਮਾਂ ਕੱਢ ਕੇ ਸਟੂਡੀਓ ਦੇ ਵਿੱਚ ਆਏ ਆ। ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹੀਏ ਜੀ, ਤੇ ਫਿਰ ਉਸ ਤੋਂ ਬਾਅਦ ਅਗਲੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਤੇ ਜਿਹੜੇ ਤੁਹਾਡੇ ਵੀ ਦਿਮਾਗ ਦੇ ਵਿੱਚ ਕੁਐਸਚਨ ਚੱਲ ਰਹੇ ਹਨ, ਕੋਸ਼ਿਸ਼ ਮੈਂ ਜ਼ਰੂਰ ਕਰਾਂਗਾ ਕਿ ਉਹਨਾਂ ਦੇ ਨਾਲ ਸਾਂਝਾ ਕਰਨ ਦੀ, ਤੇ ਪ੍ਰੋਗਰਾਮ ਦੇ ਅਖੀਰਲੇ ਕੁਝ ਕੁ ਮਿੰਟ ਇਹ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਸਿੱਧੀ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਈ ਜਾਵੇ। ਪਹਿਲਾਂ ਤਾਂ ਜਵੇਰ ਰਸ਼ੀਦ ਜੀ ਆਇਆਂ ਨੂੰ ਜੀ ਸਟੂਡੀਓ ਦੇ ਵਿੱਚ, ਵੈਲਕਮ ਜੀ। ਸਲਾਮ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਧੰਨਵਾਦ ਤੁਸਾਂ ਦਾ। ਤੇ ਅੱਜ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਤੇ ਮੈਂ ਅੱਜ ਜੁੜੇ ਹਾਂ। ਹਾਂਜੀ। ਤੇ ਆਪਣੇ ਜਿਹੜੇ ਦੇਸ਼ ਪ੍ਰਦੇਸ਼ ਦੀਆਂ ਗੱਲਾਂ ਲੈ ਕੇ, ਇਮੀਗ੍ਰੇਸ਼ਨ ਦੇ ਮੁੱਦੇ ਲੈ ਕੇ, ਪ੍ਰਾਪਰਟੀਆਂ ਦੇ ਮੁੱਦੇ ਲੈ ਕੇ, ਹਾਂਜੀ, ਅੱਜ ਆਪਾਂ ਤੁਹਾਨੂੰ ਅਪ ਟੂ ਡੇਟ ਕਰੀਏ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਅੰਦਰ, ਪ੍ਰਾਪਰਟੀ ਇੰਡਸਟਰੀ ਦੇ ਅੰਦਰ ਕੀ ਹੋ ਰਿਹਾ, ਕੀ ਗੱਲਾਂ ਬਾਤਾਂ ਚੱਲ ਰਹੀਆਂ। ਤੇ ਇਹ ਸਾਰੀਆਂ ਗੱਲਾਂ ਅੱਜ ਆਪਣੇ ਵਿਊਅਰ ਦੇ ਨਾਲ, ਆਪਣੇ ਜਿਹੜੇ ਸੁਣਨੇ ਤੱਕਣੇ ਵਾਲੇ ਨਾਲ ਸ਼ੇਅਰ ਕਰਨੀਆਂ। ਹਾਂਜੀ। ਤੇ ਸਾਡਾ ਜਿਹੜਾ ਸਫ਼ਰ ਸਟਾਰਟ ਹੋਇਆ ਸੀ KTV ਦੇ ਨਾਲ, ਤੇ ਉਸ ਸਫ਼ਰ ਦਾ ਇੱਕ ਸਭ ਤੋਂ ਜਿਹੜਾ ਅਹਿਮ ਇੱਕ ਮੋੜ ਆਇਆ ਸੀ, ਉਹ ਇਮੀਗ੍ਰੇਸ਼ਨ ਦੀ ਐਮਨੈਸਟੀ ਦਾ ਸੀ। ਹਾਂਜੀ। ਮਨਸ਼ੂਰ ਹੈ ਕਿ ਜੀਤ ਭਾਈ ਕੋਲ ਵੀ ਤੇ ਆਪਣੇ ਸੋਹਣੇ ਜੋਲ ਭਾਈ ਕੋਲ ਵੀ ਲੋਕੀ ਬਹੁਤ ਸਵਾਲ ਕਰਦੇ ਕਿ ਦੱਸੋ ਜੀ, ਐਮਨੈਸਟੀ ਦਾ ਜਿਹੜਾ ਤੁਸੀਂ ਇੱਕ ਸਫ਼ਰ ਸਟਾਰਟ ਕੀਤਾ ਹੈ, ਉਸ ਟ੍ਰੇਨ ਦੀ ਪਟੜੀ, ਉਹ ਟ੍ਰੇਨ ਦੀ ਗੱਡੀ ਕਿੱਥੇ ਰੁਕੂਗੀ? ਹਾਂਜੀ। ਜਾਂ ਉਹ ਸਫ਼ਰ ਕਿਤਨਾ ਹੋਰ ਆਪਾਂ ਨੇ ਤੈਅ ਕਰਨਾ? ਹਾਂਜੀ। ਤੇ ਅੱਜ ਆਪਾਂ ਤੁਸਾਂ ਦੇ ਪ੍ਰੋਗਰਾਮ ਦੇ ਤਵੱਸਤ ਤੋਂ ਲੋਕਾਂ ਨੂੰ ਉਹ ਵੀ ਦੱਸਾਂਗੇ ਕਿ ਉਸ 'ਤੇ ਸਾਡੀ ਕਿਹੜੀ ਡਿਵੈਲਪਮੈਂਟਸ ਆ, ਗਵਰਨਮੈਂਟ ਦਾ ਕੀ ਹੋ ਰਿਹਾ। ਤੇ ਇੱਕ ਜਿਹੜੀ 2-4 ਦਿਨਾਂ ਤੋਂ ਇੱਕ ਖਬਰ ਨਵੀਂ ਆ ਰਹੀ ਆ ਕਿ ਜਿਹੜੇ HGV ਡਰਾਈਵਰ ਅੱਗੇ, ਜਿਹੜੇ ਹੈਵੀ ਡਰਾਈਵਰ ਅੱਗੇ, ਹੈਵੀ ਗੁੱਡਸ ਵਹੀਕਲ ਡਰਾਈਵਰ ਅੱਗੇ, ਉਹਨਾਂ ਦੀ ਸ਼ਾਰਟੇਜ ਪੈ ਗਈ ਆ। ਸੁਣਨੇ 'ਚ ਇਹ ਵੀ ਆ ਰਿਹਾ ਕਿ ਕੱਲ੍ਹ ਸ਼ਾਇਦ ਅਨਾਊਂਸ ਹੋਏਗਾ ਕਿ ਕ੍ਰਿਸਮਸ ਤੱਕ ਇਹ ਜਿਹੜੇ ਸ਼ਾਰਟ ਵੀਜ਼ੇ ਅੱਗੇ, ਡਰਾਈਵਰ ਅੱਗੇ, ਤੁਹਾਨੂੰ ਪਤਾ ਕਿ ਪੰਜਾਬ ਦੀ ਧਰਤੀ ਡਰਾਈਵਰਾਂ ਦੀ ਕਮੀ ਨਹੀਂ ਹੈ। ਜਿਹੜੇ ਟਰੱਕ ਔਰ ਲੋਰੀਆਂ ਚਲਾਉਂਦੇ, ਔਰ ਜਿਹੜੇ ਕੈਨੇਡਾ ਜਾਂਦੇ ਬੜੇ ਸ਼ੌਕ ਨਾਲ ਚਲਾਉਂਦੇ, ਤੇ ਹੁਣ ਸ਼ਾਇਦ ਇਹ ਕੋਈ ਥੋੜ੍ਹਾ ਜਿਹਾ ਇਹਨਾਂ ਟੈਂਪਰਰੀ ਤੌਰ 'ਤੇ
ਵੀਜ਼ਾ ਦੇ ਜਿਹੜੇ ਰੂਲਸ ਹਨ ਜਿਹੜੇ ਡਰਾਈਵਰਾਂ ਵਾਸਤੇ ਉਹ ਸ਼ਾਇਦ ਰਿਲੈਕਸ ਕਰਨ। ਇਹ ਕੱਲ੍ਹ ਤੱਕ ਪਤਾ ਲੱਗੂਗਾ। ਲੇਕਿਨ BBC 'ਤੇ ਖਬਰ ਛਪੀ ਆ ਕਿ ਚੂੰਕਿ ਮੁਲਕ ਦੇ ਅੰਦਰ ਬ੍ਰੈਕਸਿਟ ਦੀ ਵਜ੍ਹਾ ਤੋਂ, ਕੋਵਿਡ ਦੀ ਵਜ੍ਹਾ ਤੋਂ ਬਹੁਤ ਸਾਰੇ ਜਿਹੜੇ ਹੈਵੀ ਡਿਊਟੀ ਜਿਹੜੇ ਡਰਾਈਵਿੰਗ ਟੈਸਟ ਕੈਂਸਲ ਹੋ ਗਏ ਅਤੇ ਹੁਣ ਤੁਸੀਂ ਬਾਹਰ ਪੈਟਰੋਲ ਪੰਪਾਂ 'ਤੇ ਜਾਓ, ਗੈਰੇਜਿਸ 'ਤੇ ਜਾਓ, ਲੰਬੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਲੋਕ ਪੈਨਿਕ ਬਾਏ ਕਰਨ। ਆਲਦੋ ਗਵਰਨਮੈਂਟ ਕਹਿ ਰਹੀ ਆ ਲੇਕਿਨ ਲੋਕੀ ਸੁਣਦੇ ਨਹੀਂ, ਲੋਕੀ ਆਪਣਾ ਪਹਿਲੇ ਤੱਕਦੇ ਨੇ। ਅਤੇ ਇਹ ਜਿਹੜੀ ਥੋੜ੍ਹੀ ਜਿਹੀ ਅੱਜ ਇਸ ਲੱਕੀਲੀ ਕੌਨਸੀਡੈਂਸ ਹੋ ਗਿਆ ਕਿ ਇਹ ਜਿਹੜੇ ਲੋਕੀ HGV ਡਰਾਈਵਰ ਦੀ ਫਰਮਾਂ ਚਲਾਉਂਦੇ ਜਾਂ ਜਿਹੜੇ ਡਰਾਈਵਰਾਂ ਦੇ ਲਾਇਸੈਂਸ ਰੱਖਦੇ ਜਾਂ ਜਿਹੜੇ ਇੰਡੀਆ, ਪਾਕਿਸਤਾਨ ਜਾਂ ਮਿਡਲ ਈਸਟ ਕੰਟਰੀਆਂ ਬੈਠੇ ਪਏ ਡਰਾਈਵਰ, ਉਹਨਾਂ ਨੂੰ ਥੋੜ੍ਹਾ ਜਿਹਾ ਗਰਮਾਓ, ਤੁਸੀਂ ਉਹਨਾਂ ਦੇ ਕੰਨਾਂ 'ਚ ਪਾਓ ਕਿ ਸ਼ਾਇਦ ਤੁਸਾਂ ਦਾ ਲੱਗਦੀ ਵਾਰੀ UK ਟਰੱਕ ਡਰਾਈਵਰ ਚਲਾਉਣ ਦੀ ਆ ਗਈ ਆ। ਹਾਂਜੀ, ਇਹ ਬਿਲਕੁਲ ਜਵੇਰ ਜੀ ਜਿਹੜੀ ਤੁਸੀਂ ਗੱਲ ਕੀਤੀ HGV ਕਲਾਸ 1 ਡਰਾਈਵਰਾਂ ਦੀ ਜਿਹੜੀ ਸ਼ਾਰਟੇਜ ਚੱਲ ਰਹੀ ਨਾ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ, ਇਸ ਵੱਲ ਵੀ ਆਉਂਦੇ। ਪਰ ਜਿਹੜੀ ਤੁਸੀਂ ਉਹ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਇਹ ਗੱਲ ਕੀਤੀ ਐਮਨੈਸਟੀ ਦੀ ਗੱਲ ਕੀਤੀ ਸੀ ਜੀ, ਉਹ ਗੱਲ ਕੀਤੀ ਕਿ ਟ੍ਰੇਨ ਕਿੱਥੇ ਚੱਲ ਰਹੀ ਹੈ, ਪਟੜੀ 'ਤੇ ਚੱਲ ਰਹੀ, ਕਿੱਥੇ ਜਾ ਕੇ ਰੁਕਾਂਗੇ ਜਾਂ ਕਿੱਦਾਂ। ਪਹਿਲਾ ਸਵਾਲ ਮੇਰਾ ਇੱਥੋਂ ਹੀ ਸ਼ੁਰੂ ਕਰਦੇ ਜੀ, ਜਿਹੜਾ ਇਹ ਐਮਨੈਸਟੀ ਵਾਲਾ ਖਿਆਲ ਆਇਆ ਸੀ ਦਿਮਾਗ ਦੇ ਵਿੱਚ, ਜਾਂ ਉਹ ਜਿੱਦਾਂ ਜੇਨ ਦੇ ਵਿੱਚ ਚੀਜ਼ ਆਉਂਦੀ ਨਾ ਵੀ ਇੱਦਾਂ ਵੀ ਹੋ ਸਕਦੀ ਹੈ ਨਾ, ਇਹ ਕਿੱਥੋਂ ਪਹਿਲਾਂ ਸ਼ੁਰੂ ਹੋਇਆ ਜੀ? ਕਿਉਂਕਿ ਇਹ ਜਿਹੜਾ ਇਸ ਲੋਅ ਦਾ ਕਾਫੀ ਲੋਕਾਂ ਨੂੰ ਫਾਇਦਾ ਹੋਣ ਵਾਲਾ ਜਿਹੜਾ ਫਿਊਚਰ ਦੇ ਵਿੱਚ, ਕਿਉਂਕਿ ਜਿਹੜੀ ਚੀਜ਼ ਪਹਿਲਾਂ ਜਿਹੜੀ ਕੋਈ ਵੀ ਕਾਨੂੰਨ ਬਣ ਗਿਆ ਨਾ, ਲੋਅ ਬਣ ਗਿਆ, ਉਹਨੂੰ ਤੁਸੀਂ ਸਟੱਡੀ ਕਰਦੇ ਹੋ, ਫਿਰ ਸਲਿਸਟਰ ਬਣਦਾ, ਬਰਿਸਟਰ ਬਣਦੇ ਆ, ਅਤੇ ਉਹਨੂੰ ਤੁਸੀਂ ਫੋਲੋ ਕਰਦੇ ਨਾ, ਉਹਦੇ ਉੱਤੇ ਸਟੱਡੀ ਕਰਦੇ। ਪਰ ਜਿਹੜੀ ਚੀਜ਼ ਹੈ ਹੀ ਨਹੀਂ ਸੀ ਹੈ ਨਾ, ਤਾਂ ਉਹਨੂੰ ਕਿੱਦਾਂ ਫਿਰ ਕੱਢ ਕੇ ਲਿਆਂਦਾ ਗਿਆ ਜੀ? ਭਾਜੀ ਜਿਹੜੀ ਐਮਨੈਸਟੀ ਦੀ ਤਹਿਰੀਕ ਆ, ਜਿਹੜੀ ਐਮਨੈਸਟੀ ਦੀ ਇੱਕ ਪਟੀਸ਼ਨ ਆ, ਠੀਕ ਆ, ਇਹ ਖਾਬ ਸੀ, ਖਾਬ ਤੋਂ ਹੁਣ ਹਕੀਕਤ ਦੀ ਤਰਫ ਇਹ ਤਹਿਰੀਕ ਚੱਲ ਰਹੀ ਆ। ਕੁਝ ਲੋਕ ਹਾਲੇ ਵੀ ਇਹਨੂੰ ਅਫਸਾਨਾ ਸਮਝਦੇ ਨੇ, ਕੁਝ ਲੋਕ ਹਾਲੇ ਵੀ ਇਸ ਦੇ ਨਾਲ ਉਮੀਦਾਂ ਲਾ ਕੇ ਬੈਠੇ ਨੇ, ਕੁਝ ਲੋਕ ਸਾਡੇ ਨਾਲ ਉਮੀਦਾਂ ਲਾ ਕੇ ਬੈਠੇ ਨੇ। ਅਤੇ ਇਸ ਖਾਬ ਨੂੰ ਪੂਰਾ ਕਰਨ ਵਾਸਤੇ ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਹਾਂ। 19 ਜੁਲਾਈ ਨੂੰ ਪਾਰਲੀਮੈਂਟ ਦੇ ਸਾਹਮਣੇ 10 ਡਾਊਨਿੰਗ ਸਟਰੀਟ ਦੇ ਸਾਹਮਣੇ ਜੋ ਇੱਕ ਲੋਕਾਂ ਦਾ ਇੱਕ ਹਜੂਮ ਇਕੱਠਾ ਹੋਇਆ ਸੀ, ਉਸ ਹਜੂਮ ਵਿੱਚ ਅਸੀਂ ਵੀ ਸਾਂ ਅਤੇ ਇਹਨਾਂ ਲੋਕਾਂ ਦੇ ਹਕੂਕ ਵਾਸਤੇ ਆਵਾਜ਼ ਚੱਕੀ ਸੀ। ਜੀਤ ਭਾਜੀ ਸਾਹਿਬ ਵੀ ਸਨ, KTV ਵਾਲੇ ਦੀ ਟੀਮ ਵੀ ਸੀ, ਹੋਰ ਮੀਡੀਆ ਵਾਲੇ ਵੀ ਸਨ। ਅਤੇ ਪਾਰਲੀਮੈਂਟ ਦੀ ਜਿਹੜੀ ਕਮੇਟੀ ਆ, ਉਹਨੇ ਇਹ ਤਾਂ ਐਕਨੋਲੇਜ ਕਰ ਲਿਆ ਕਿ ਜਿਹੜੇ 1.5 ਮਿਲੀਅਨ ਬੰਦਾ ਰਹਿੰਦਾ, ਜਿਹੜੇ ਅਨਡਾਕੂਮੈਂਟਡ ਹੈਗਾ, ਉਹਨਾਂ ਦਾ ਪ੍ਰੋਬਲਮ ਚੱਲ ਰਹੀ ਆ। ਮੈਂ ਅੱਜ ਕੁਝ ਚੀਜ਼ਾਂ 'ਤੇ ਪਰਦਾ ਹਟਾਊਂਗਾ ਔਰ ਆਪਣੇ ਸੁਣਨੇ ਦੱਕਣੇ ਵਾਲੇ ਨੂੰ ਜ਼ਰੂਰ ਦੱਸੂੰਗਾ ਕਿ ਜਿਸ ਚੀਜ਼ ਨੂੰ ਅਸੀਂ ਕਹਿ ਰਹੇ ਸਾਂ ਕਿ ਤੁਸੀਂ ਇਹ ਜਿਹੜੇ ਅਨਡਾਕੂਮੈਂਟਡ ਬੰਦੇ ਹੈਗੇ, ਜਿਨ੍ਹਾਂ ਕੋਲ ਕਾਗਜ਼ ਨਹੀਂ ਹੈਗੇ ਜਾਂ ਜਿਨ੍ਹਾਂ ਨੇ ਸਿਸਟਮ ਦੇ ਧੱਕੇ ਦੀ ਵਜ੍ਹਾ ਤੋਂ ਇਮੀਗ੍ਰੇਸ਼ਨ ਦੀ ਪਟੜੀ ਤੋਂ ਬਾਹਰ ਲੈ ਗਏ, ਹੁਣ ਉਹਨਾਂ 'ਤੇ ਤੁਹਾਨੂੰ ਕੁਝ ਕਰਨਾ ਪਊਗਾ। ਉਸ ਦੀ ਇੱਕ ਮਿਸਾਲ ਤੁਸੀਂ ਹੁਣ ਤੱਕੋ, ਅੱਜ ਇਹ ਕਹਿ ਰਹੇ ਨੇ ਕਿ 1 ਲੱਖ ਡਰਾਈਵਰ ਦੀ ਸ਼ਾਰਟੇਜ ਹੋ ਗਈ ਆ, ਹੋਗੀ ਇਸ ਤੋਂ ਵੀ ਜ਼ਿਆਦਾ ਸ਼ਾਇਦ, ਕੁਝ ਜਗ੍ਹਾ 'ਤੇ ਲਿਖਾ 1.5 ਲੱਖ ਡਰਾਈਵਰ ਚਾਹੀਦਾ ਇਸ ਇੰਡਸਟਰੀ ਦੇ ਅੰਦਰ। ਹੁਣ ਅਸੀਂ ਇਹੀ ਅਰਦਾਸ ਕਰਾਂਗੇ ਗਵਰਨਮੈਂਟ ਕੋਲੋਂ। ਅੱਛਾ, ਇੱਕ ਹੋਰ ਮੈਂ ਤੁਹਾਨੂੰ ਖਬਰ ਦੱਸੂੰ, ਜਿਤਨੀ ਵੀ ਵੱਡੀ ਕੰਪਨੀਆਂ ਆ ਗਈਆਂ, ਵੱਡੀਆਂ ਮਲਟੀਨੈਸ਼ਨਲ ਕੰਪਨੀਆਂ UK ਦੇ ਅੰਦਰ ਕੰਮ ਕਰ ਰਹੀਆਂ, ਉਹਨਾਂ ਸਾਰਿਆਂ ਨੇ ਪ੍ਰੀਤੀ ਪਟੇਲ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਜਿਹੜੀ ਡਰਾਈਵਰ ਇੰਡਸਟਰੀ ਦੇ ਅੰਦਰ ਸਕਿੱਲ ਸ਼ਾਰਟੇਜ ਹੋ ਗਈ ਆ, ਸਭ ਤੋਂ ਪਹਿਲੇ ਤੁਸੀਂ ਇਸ ਸ਼ਾਰਟ ਸਕਿੱਲ ਲੈ ਕੇ ਆਓ। ਸ਼ਾਰਟ ਸਕਿੱਲ ਦਾ ਮਤਲਬ ਹੈ ਇਹਨੂੰ ਪਹਿਲੇ ਰੈਕਗਨਾਈਜ਼ ਕਰਵਾਓ ਕਿ ਇਸ ਮੁਲਕ ਵਿੱਚ ਜਿਹੜੇ ਹੈਵੀ ਡਿਊਟੀ ਡਰਾਈਵਰ ਅੱਗੇ, ਹੈਵੀ ਗੁਡਸ ਵਹੀਕਲ ਡਰਾਈਵਰ ਦੀ ਕਮੀ ਹੈਗੀ ਆ, ਉਹ ਕਮੀ ਤੁਸੀਂ ਪਹਿਲੇ ਆਪਣੇ ਲਿਸਟ ਦੇ ਅੰਦਰ ਪਾਓ। ਉਸ ਤੋਂ ਬਾਅਦ ਇਹ ਡਰਾਈਵਰ ਰਿਕਰੂਟ ਕਰਨਾ ਸ਼ੁਰੂ ਕਰੋ। ਹੁਣ ਦੇਖੋ, ਅੱਜ ਸਾਰੇ ਤੁਸੀਂ ਦੇਖੋ, TV 'ਤੇ ਵੀ ਦੇਖੋ, BBC 'ਤੇ ਦੇਖੋ, ਹਰ ਮੀਡੀਆ 'ਤੇ ਦੇਖੋ, ਉਹ ਇਹ ਕਹਿ ਰਹੇ ਨੇ, ਇਹ ਦੱਸੋ ਕਿ ਗਵਰਨਮੈਂਟ ਕੋਲ ਪੁੱਛ ਰਹੇ ਨੇ ਇਹ ਸ਼ਾਰਟੇਜ ਆਈ ਕਿਸ ਤਰ੍ਹਾਂ। ਇੱਕ ਕਹਿ ਰਹੇ ਨੇ ਕਿ ਬ੍ਰੈਕਸਿਟ ਦੀ ਵਜ੍ਹਾ ਤੋਂ 40-50 ਦਾ ਡਰਾਈਵਰ ਨਹੀਂ ਆਇਆ। ਦੂਜਾ, ਕੋਵਿਡ ਪੈਂਡੈਮਿਕ ਦੀ ਵਜ੍ਹਾ ਤੋਂ, COVID-19 ਤੋਂ ਵਜ੍ਹਾ ਤੋਂ ਬਹੁਤ ਸਾਰੇ ਟੈਸਟ ਕੈਂਸਲ ਹੋ ਗਏ। ਤੀਜਾ, ਇਹ ਇੰਡਸਟਰੀ ਹਮੇਸ਼ਾ ਤੋਂ ਲੋ ਪੇਡ ਪ੍ਰੋਫੈਸ਼ਨ ਰਿਹਾ, ਘੰਟੇ ਲੰਬੇ ਸਨ, ਲੋਕੀ ਆਉਣਾ ਨਹੀਂ ਚਾਹੁੰਦੇ ਸਨ, ਗੋਰੇ ਇਸ ਤਰ੍ਹਾਂ ਕੰਮ ਕਰਦੇ ਨਹੀਂ ਸਨ, ਔਰ ਇਹਨਾਂ ਨੇ ਰਿਪਲੇਸ ਕੀਤੀ ਨਹੀਂ ਇਹ ਜਿਹੜੀਆਂ ਡਰਾਈਵਰਾਂ ਤੋਂ, ਔਰ ਯੰਗ ਬੰਦੇ ਇਸ ਪਾਸੇ ਆਉਂਦੇ ਨਹੀਂ ਸਨ। ਠੀਕ ਆ, ਹੁਣ ਇਹ ਕੀ ਕਰ ਰਹੇ ਨੇ ਕਿ ਅਸੀਂ ਇਸੀ ਮੌਕੇ ਦਾ ਇੰਤਜ਼ਾਰ ਕਰ ਰਹੇ ਸਾਂ, ਅਸੀਂ ਵੀ ਪ੍ਰੀਤੀ ਪਟੇਲ ਨੂੰ ਲਿਖਾਂਗੇ ਕਿ ਹੁਣ ਤੁਸੀਂ ਦੇਖੋ ਇਸ ਮੁਲਕ ਵਿੱਚ ਅੱਜ ਡਰਾਈਵਰਾਂ ਦੀ ਸ਼ਾਰਟੇਜ ਹੋਈ ਆ, ਕੱਲ ਤੀਸਰੀ ਕਿਸੇ ਹੋਰ ਇੰਡਸਟਰੀ ਦੀ ਸ਼ਾਰਟੇਜ ਹੋਊਗੀ। ਬਿਲਕੁਲ ਜੀ, ਟੈਸਕੋ ਐਸਦਾ ਦੀ ਸ਼ੈਲਫਾਂ ਦੇ ਤੱਕ ਫੂਡ ਦੀ ਕਮੀ ਹੋ ਗਈ ਆ, ਸ਼ੈਲਫਾਂ ਖਾਲੀ ਹਨ ਤੁਹਾਂ ਦੀ। ਕ੍ਰਿਸਮਸ ਵਾਸਤੇ ਲੋਕ ਹਾਲੀ ਤੋਂ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੱਤਾ ਕਿ ਬਈ ਫੂਡ ਸ਼ੈਲਫਾਂ 'ਤੇ ਮਿਲੂਗੀ। ਕ੍ਰਿਸਮਸ ਅਸੀਂ ਬਗੈਰ ਟਰਕੀ ਤੋਂ, ਬਗੈਰ ਚਿਕਨ ਤੋਂ, ਬਗੈਰ ਕਿਸੇ ਹੋਰ ਕ੍ਰਿਸਮਸ ਪੁਡਿੰਗ ਦੇ ਬਗੈਰ ਮਨਾਵਾਂਗੇ ਜਾਂ ਖਾਲੀ ਅੱਗੇ ਹੱਥ ਸੇਕਦੇ ਰਵਾਂਗੇ। ਫਿਰ ਉਤੋਂ ਕੋਵਿਡ ਦੀ ਜਿਹੜੀ ਹੈ ਲਹਿਰ ਵੀ ਚੱਲ ਰਹੀ ਆ, ਤੇ ਹੁਣ ਗੌਰਮੈਂਟ ਨੂੰ ਅਸੀਂ ਮਜਬੂਰ ਕਰਾਂਗੇ ਇਨ ਅ ਵੈਰੀ ਗੁੱਡ ਵੇ ਕਿ ਇਹ ਜਿਹੜੇ 1.5-2 ਮਿਲੀਅਨ ਬੰਦੇ ਨੇ ਅੱਗੇ,
ਇਹਨਾਂ ਵਾਸਤੇ ਕੁਝ ਸੋਚ ਲਓ। ਬਿਲਕੁਲ। ਇਹ ਜਵੇਰ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ 1.5-2 ਮਿਲੀਅਨ ਬੰਦਾ ਜਿਹੜਾ ਐਮਨਿਸਟਰੀ ਦੇ ਵਿੱਚ ਆ ਕੇ ਇੱਥੇ ਪੱਕਾ ਹੋ ਸਕਦਾ, ਜਿਹੜਾ ਜਿਹਨਾਂ ਨੂੰ ਪੇਪਰ ਮਿਲ ਸਕਦੇ ਕੰਮ ਕਰਨ ਦੇ, ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਗਵਰਨਮੈਂਟ ਕੋਲ ਡਾਟਾ ਹੈ ਨਹੀਂਗਾ ਕੋਈ ਉਹਨਾਂ ਦਾ, ਕਿਉਂਕਿ ਹੁਣ ਤਾਜ਼ੀ ਹੋ ਕੇ ਹਟਿਆ ਕੋਵਿਡ ਵੈਕਸੀਨ ਲੱਗ ਕੇ ਹਟੀ ਨਾ, ਗਵਰਨਮੈਂਟ ਨੇ ਕਲੀਅਰ ਕੀਤਾ ਸੀ ਵੀ ਤੁਹਾਡੇ ਕੋਲ ਕੋਈ ਪੇਪਰ ਵੀ ਹੈ ਨਹੀਂ ਤਾਂ ਤੁਸੀਂ ਵੈਕਸੀਨ ਲਵਾ ਲਓ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਡਾਟਾ ਹੋਊਗਾ ਨਾ, ਇਕੱਠਾ ਹੋਵੇ ਇੰਨੀ ਵੈਕਸੀਨ ਲੱਗੀ ਹੈ ਤਾਂ ਇੰਨੇ ਸਾਡੇ ਸਿਟੀਜ਼ਨ ਸੀਗੇ, ਇੰਨੀ ਸਾਡੀ ਪੋਪੂਲੇਸ਼ਨ ਸੀ ਵੀ ਜਿਹੜੇ ਉਹ ਤੋਂ ਬਾਹਰ ਐਕਸਟਰਾ ਵੈਕਸੀਨ ਯੂਜ਼ ਹੋ ਗਈ ਆ, ਉਹ ਵੀ ਇੰਨੇ ਲੋਕ ਸਾਡੇ ਕੋਲ ਹੈਗੇ ਆ, ਤੇ ਇਹਨਾਂ ਦਾ ਕੁਝ ਨਾ ਕੁਝ ਸੋਚਣਾ ਚਾਹੀਦਾ ਜੀ। ਭਾਜੀ ਦੇਖੋ, ਗਵਰਨਮੈਂਟ ਕੋਲ ਡਾਟਾ ਹੋਵੇ ਵੀ ਸਹੀ ਨਾ ਕੱਚੇ ਬੰਦਿਆਂ ਦਾ। ਹਾਂਜੀ। ਗਵਰਨਮੈਂਟ ਨੇ ਵਾਅਦਾ ਕੀਤਾ ਪਿਆ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਲੱਗੂਗੀ, ਅਸੀਂ ਬੇਸ਼ੱਕ ਉਹ ਕੱਚੇ ਹੋਣ, ਅਸੀਂ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਹਿਸਟਰੀ ਆ, ਜਿਹੜੀ ਕੱਚੇ ਹੈਗੇ, ਉਹ ਅਸੀਂ ਸ਼ੇਅਰ ਨਹੀਂ ਕਰਾਂਗੇ। ਹਾਂਜੀ, ਠੀਕ ਹੈ। ਗਵਰਨਮੈਂਟ ਕਹਿ ਰਹੀ ਸੀ ਸ਼ੇਅਰ ਨਹੀਂ ਕਰਾਂਗੇ ਹੋਮ ਆਫਿਸ ਦੇ ਨਾਲ। ਠੀਕ ਦੈਟਸ ਫॉर ਸ਼ੋਰ, ਇਹਦੇ ਗੱਲ ਪੱਕੀ ਹੈਗੀ ਆ। ਇਹ ਜਿਹੜੇ ਕਿਤਨੇ ਲੋਕ ਕੱਚੇ ਪੱਕੇ ਅੱਗੇ ਜਿਹੜੇ ਛੁਪ ਛੁਪਾ ਕੇ ਰਹਿੰਦੇ, ਠੀਕ ਆ, ਸਹੀ ਡਾਟਾ ਕਿਸੇ ਕੋਲ ਨਹੀਂ ਹੈ। ਇਹ ਤੇ ਇੱਕ ਅੰਦਾਜ਼ੇ ਦੇ ਮੁਤਾਬਿਕ ਇਹ ਲੋਕ ਹੈਗੇ, ਸ਼ਾਇਦ ਇਸ ਤੋਂ ਜ਼ਿਆਦਾ ਵੀ ਹੋ ਸਕਦੇ। ਹਾਂਜੀ। ਇਹ ਤੇ ਜਿਹੜਾ ਸਰਵੇ ਹੁੰਦਾ, ਰਿਸਰਚ ਹੁੰਦੀ, ਉਸ ਦੇ ਮੁਤਾਬਿਕ ਇੱਕ ਫਿਗਰ ਆਈ ਆ। ਠੀਕ ਜੀ। ਹੁਣ ਅਸੀਂ ਇਹ ਗਵਰਨਮੈਂਟ ਨੂੰ ਕਹਿ ਰਹੇ ਹਾਂ, ਇਹ ਲੋਕੀ ਜੋ ਟੈਕਸ ਨਹੀਂ ਕਰ ਰਹੇ, ਜਿਹੜੇ ਬਲੈਕ ਇਕਨੋਮੀ ਦੇ ਅੰਦਰ, ਜਿਹੜੀ ਬਲੈਕ ਜੌਬਾਂ ਦੇ ਅੰਦਰ ਕੰਮ ਕਰ ਰਹੇ ਨੇ, ਇਹਨੂੰ ਇਸ ਮੁਲਕ ਦੇ ਆਬਾਦੀ ਦਾ ਹਿੱਸਾ ਬਣਾਓ। ਇਹਨਾਂ ਕੋਲ ਟੈਕਸ ਲਓ, ਇਹਨਾਂ ਨੂੰ ਕੁਝ ਵੀਜ਼ੇ ਪੱਤਰ ਦਿਓ, ਠੀਕ ਹੈ। ਇਹਨਾਂ ਦੇ ਜਿਹੜਾ ਹੋਸਟਾਈਲ ਇਨਵਾਇਰਨਮੈਂਟ ਆ, ਇਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ, ਇਹਨਾਂ ਦੇ ਹਕੂਕ ਦਾ ਤਹਫੁਜ਼ ਕੀਤਾ ਜਾਵੇ। ਇਹ ਅਮਨੈਸਟੀ ਇਸ ਮਕਸਦ ਵਾਸਤੇ ਵੀ ਸੀ ਜਦੋਂ ਅਸੀਂ 19 ਜੁਲਾਈ ਤੋਂ ਬਾਅਦ ਟੌਮ ਹੰਟ ਜਿਹੜਾ ਇਹਨੂੰ ਲੀਡ ਕਰ ਰਿਹਾ ਸੀ ਪਾਰਲੀਮੈਂਟ ਦੇ ਫਲੋਰ ਤੇ ਜਾਂ ਉਸ ਕਮੇਟੀ, ਇਹ ਅਸੀਂ ਅਰਦਾਸ ਕੀਤੀ। ਚੰਗੀ ਗੱਲ ਸੀ ਜੀ ਇਹ ਨਿਕਲੀ, ਮੰਨਿਆ ਕਿ ਅਮਨੈਸਟੀ ਨਹੀਂ ਮਿਲੂਗੀ ਬਲੈਂਕੇਟ, ਮੰਨ ਲਿੱਤਾ ਇਸ ਗੱਲ ਨੂੰ, ਲੇਕਿਨ ਆਪਾਂ ਨੇ ਇਸ ਪਟੀਸ਼ਨ ਦੇ ਥਰੂ, KTV ਦੇ ਥਰੂ, ਬਾਕੀ ਲੋਕਾਂ ਨੇ ਜਿੰਨਾ ਆਵਾਜ਼ ਚੁੱਕੀ, ਸਭ ਨੂੰ ਧੰਨਵਾਦ ਕਹਿੰਦੇ ਆ ਉਹਨਾਂ ਦੀ ਐਫਰਟ ਨੂੰ। ਇਹ ਗੱਲ ਜ਼ਰੂਰ ਮਨਵਾ ਲਈ ਕਿ ਪ੍ਰੋਬਲਮ ਹੈਗਾ ਇਸ ਕੰਟਰੀ ਦੇ ਅੰਦਰ। ਪ੍ਰੋਬਲਮ ਦਾ ਸੋਲੂਸ਼ਨ ਤਦੋਂ ਨਿਕਲਦਾ ਜਦੋਂ ਤੁਸੀਂ ਪ੍ਰੋਬਲਮ ਨੂੰ ਪ੍ਰੋਬਲਮ ਤਸਲੀਮ ਕਰਦੇ ਹੋ। ਬਿਲਕੁਲ ਜੀ। ਹਾਂਜੀ, ਠੀਕ ਆ। ਅੱਜ ਸਾਰੇ ਜਿਤਨੀ ਵੀ ਵੱਡੀ ਕੰਪਨੀਆਂ ਦੇ ਹੈਡ ਹੈਗੇ, ਉਹਨੇ ਪ੍ਰੀਤੀ ਪਟੇਲ ਨੂੰ ਇਹ ਆਖਾ ਕਿ ਵੀਜ਼ਾ ਰੂਲ ਜਿਹੜੀ ਸ਼ਾਰਟ ਆਕੂਪੇਸ਼ਨ ਵਾਸਤੇ ਜਾਂ ਇਸ ਇੰਡਸਟਰੀ ਵਾਸਤੇ ਕੁਝ ਨਾ ਕੁਝ ਤੁਸੀਂ ਕਰੋ, ਜਾਂ ਬਾਹਰੋਂ ਬੰਦੇ ਮੰਗਵਾਓ ਡਰਾਈਵਰ, ਜੇ ਅੱਜ ਤੋਂ 50-60 ਸਾਲ ਪਹਿਲੇ ਮੰਗਵਾਉਂਦੇ ਸਨ, ਜਾਂ ਤੁਸੀਂ ਕੁਝ ਨਾ ਕੁਝ ਇਸਦਾ ਹੋਰ ਤਰੀਕਾਕਾਰ ਕੱਢੋ। ਹਾਂਜੀ, ਠੀਕ ਆ। ਤੇ ਅਮਨੈਸਟੀ ਦਾ ਅਸੀਂ ਇਹੀ ਵੇਟ ਕਰ ਰਹੇ ਸਾਂ ਕਿਸ ਟਾਈਮ ਗਵਰਨਮੈਂਟ ਨੂੰ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਅਨਡਾਕੂਮੈਂਟਡ ਸਮਝਦੇ ਨੇ ਜਾਂ ਜਿਨ੍ਹਾਂ ਨੂੰ ਇਹ ਕਮਤਰ ਸਮਝਦੇ ਨੇ, ਇਹਨਾਂ ਨੂੰ ਕਿਸ ਟਾਈਮ ਸਿਸਟਮ ਦਾ ਹਿੱਸਾ ਬਣਾਉਣਗੇ, ਅਸੀਂ ਇਸ ਚੀਜ਼ ਦਾ ਵੇਟ ਕਰ ਰਹੇ ਸਾਂ। ਤੇ ਹੁਣ ਅਸੀਂ ਪਰਮਿਸ਼ਨ ਵਾਸਤੇ ਅਪਲਾਈ ਕੀਤਾ ਪਿਆ ਕਿ ਕਦੋਂ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਅਸੀਂ ਪਾਰਲੀਮੈਂਟ ਦੇ ਸਾਹਮਣੇ ਜਾ ਕੇ ਦੁਬਾਰਾ ਪੀਸਫੁਲ ਤਰੀਕੇ ਨਾਲ, ਮੁਹੱਜ਼ਬਾਨਾ ਤਰੀਕੇ ਨਾਲ, ਐਜੂਕੇਟਡ ਤਰੀਕੇ ਨਾਲ ਆਪਣੀ ਅਰਜ਼ ਪੇਸ਼ ਕਰੀਏ ਕਿ ਤੁਸੀਂ ਜਿਸ 19 ਜੁਲਾਈ ਨੂੰ ਪ੍ਰੋਬਲਮ ਮੰਨਿਆ, ਉਸ ਪ੍ਰੋਬਲਮ ਦਾ ਸੋਲੂਸ਼ਨ ਵੀ ਦੱਸੋ। ਬੰਦੇ ਤੁਸੀਂ ਕੋਲ ਡਿਪੋਰਟ ਤੇ ਹੁੰਦੇ ਨਹੀਂ, 7,500-8 ਹਜ਼ਾਰ ਪਾਉਂਡ ਦੀ ਕਾਸਟ ਪਾਉਂਦੀ ਆ ਟੈਕਸ ਪੇਅਰ ਦੀ ਮਨੀ ਦਾ ਇੱਕ ਬੰਦੇ ਨੂੰ ਇਸ ਕੰਟਰੀ 'ਚ ਚੱਕ ਕੇ ਬਾਹਰ ਸੱਟਣ ਦੀ, ਉਹ ਤੁਸੀਂ ਕੋਲ ਹੋ ਨਹੀਂ ਰਹੇ। ਜਿਸ ਰਫਤਾਰ ਨਾਲ ਤੁਸੀਂ ਕੱਢ ਰਹੇ ਹੋ, ਉਹ ਬੰਦੇ ਉਸੇ ਪਤਾ ਨਹੀਂ ਕਹਿੰਦੇ ਕਿ 50-60 ਸਾਲ ਲੱਗ ਜਾਵਣ, ਠੀਕ ਆ। ਤੇ ਤੁਸੀਂ ਉਹਨਾਂ ਨੂੰ ਨਾ ਮਰਨ ਦੇਣ ਦਿਓ, ਨਾ ਉਹਨਾਂ ਨੂੰ ਜੀਣ ਦੇਣ ਦਿਓ, ਤੇ ਉਹਨਾਂ ਨੂੰ ਉਹਨਾਂ ਦਾ ਰਾਈਟ ਦੇ ਦਿਓ, ਤੁਸੀਂ ਕੁਝ ਨਾ ਕੁਝ ਦੇ ਦਿਓ। ਲੇਕਿਨ ਅਸੀਂ ਇਸ ਦੇ ਨਾਲ ਇਹ ਵੀ ਅਰਦਾਸ ਕਰਦੇ ਹਾਂ, ਕਹਿੰਦੇ ਹਾਂ ਕਿ ਸਾਡੀ ਕੋਸ਼ਿਸ਼ ਜਿਹੜੀ ਹੈਗੀ ਆ, ਜਿਹੜੇ ਲੋਕੇ ਵੀਜ਼ੇ ਤੇ ਆਏ ਨੇ ਉਹਨਾਂ ਵਾਸਤੇ, ਜਿਹੜੇ ਡੰਕੀ ਲਾ ਕੇ ਜਾਂ ਇੰਗਲਿਸ਼ ਚੈਨਲ ਕ੍ਰਾਸ ਕਰਕੇ ਆਉਂਦੇ, ਅਸੀਂ ਉਹਨਾਂ ਵਾਸਤੇ ਨਹੀਂ ਕਹਿ ਰਹੇ, ਕਿਉਂਕਿ ਗਵਰਨਮੈਂਟ ਦਾ ਇੱਕ ਗਰੁੱਪ ਇਹ ਕਹਿ ਰਿਹਾ, ਜਿਹੜੀ ਅਮਨੈਸਟੀ ਦੇ ਮੁਖਾਲਫਤ ਗਰੁੱਪ ਇਹ ਕਹਿ ਰਿਹਾ ਕਿ ਤੁਸੀਂ ਅਮਨੈਸਟੀਆਂ ਦੋਗੇ, ਹੋਰ ਲੋਕੀ ਇੰਗਲਿਸ਼ ਚੈਨਲ ਨੂੰ ਕ੍ਰਾਸ ਕਰਕੇ ਆਉਣਗੇ। ਅਸੀਂ ਉਹਨਾਂ ਲੋਕਾਂ ਨੂੰ ਸਪੋਰਟ ਨਹੀਂ ਕਰਦੇ, ਕਿਉਂਕਿ ਉਹ ਲੋਕ ਵੀ ਆਪਣੀ ਜਾਨਾਂ ਤੇ ਖੇਡ ਕੇ ਆਉਂਦੇ, ਆਪਣੀ ਜਾਨਾਂ ਲੂਜ਼ ਕਰਦੇ। ਅਸੀਂ ਉਸ ਵਾਸਤੇ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਜਿਹੜੇ ਆ ਚੁੱਕੇ ਨੇ, ਜਿਹੜੇ ਵੀਜ਼ੇ ਤੇ ਆਏ, ਜਿਨ੍ਹਾਂ ਨੇ ਸਿਸਟਮ ਨੇ ਇਹਨਾਂ ਨਾਲ ਧੱਕਾ ਕੀਤਾ, ਅਸੀਂ ਉਹਨਾਂ ਵਾਸਤੇ ਆਵਾਜ਼ ਸਕਦੇ ਹਾਂ। ਠੀਕ। ਪਰ ਉਹਦੇ ਵਿੱਚ ਜਿੱਦਾਂ ਹੁਣ ਕੋਈ ਵਿਜ਼ਟਰ ਆ ਕੇ ਜਾਂਦਾ, ਜਦੋਂ ਫਿਰ ਉਹ ਆ ਕੇ ਇੱਥੇ ਓਵਰਸਟੇ ਹੋ ਜਾਂਦੇ ਆ, ਉਹ ਵੀ ਇਨਕਲੂਡਿੰਗ ਉਹਦੇ ਵਿੱਚ ਹੋ ਜਾਂਦਾ। ਅੱਛਾ, ਅਮਨੈਸਟੀ ਦਾ ਜਿਹੜਾ ਮੁੱਦਾ ਸੀ, ਉਸੇ ਲਿਖਿਆ ਸੀ 5 ਸਾਲ ਦੇ ਜਿਹੜੇ ਲੋਕੀ 5 ਸਾਲ ਤੱਕ ਰਹਿ ਰਹੇ, ਠੀਕ ਹੈ, 5 ਸਾਲ ਤੱਕ ਆਖਾ। ਤੇ ਜਦੋਂ ਗਵਰਨਮੈਂਟ ਇਸ ਤਰ੍ਹਾਂ ਦੀ ਪਾਲਿਸੀਆਂ ਬਣਾਉਂਦੀ ਆ, ਤੇ ਉਸ ਵਿੱਚ ਉਹ ਖੁਦ ਡਿਫਾਈਨ ਕਰਨਗੇ ਕਿ ਕਿੰਨੇ ਭਲੇ ਉਹ ਵਿਜ਼ਟਰ ਤੇ ਆਏ। ਵੈਲ, ਅਸੀਂ ਤਾਂ ਇਹੀ ਕਹਿ ਰਹੇ, ਜਿਹੜਾ ਬੰਦਾ ਕਾਗਜ਼ ਲੈ ਕੇ ਇੱਕ ਦਫਾ ਆਇਆ ਔਰ ਵਾਪਸ ਜਾ ਨਹੀਂ ਸਕਿਆ, ਠੀਕ ਹੈ, ਭਲੇ ਉਹ ਵਿਜ਼ਟਰ ਹੋਵੇ, ਭਲੇ ਉਹ ਕਿਸੇ ਹੋਰ ਕੈਟੇਗਰੀ 'ਚ ਆਵੇ, ਭਲੇ ਸਟੂਡੈਂਟ ਹੋਵੇ ਜਾਂ ਭਲੇ ਜੋ ਵੀ ਹੋਵੇ, ਉਸੇ ਤੋਂ ਸਾਰੇ ਗਵਰਨਮੈਂਟ ਸੋਚ ਰਹੀ ਆ। ਗਵਰਨਮੈਂਟ ਨੇ ਇਹ ਨਹੀਂ ਆਖਿਆ, ਅਸੀਂ ਗਵਰਨਮੈਂਟ ਦੇ ਮਿਨਿਸਟਰਾਂ ਨੇ ਜਿਹੜੇ MP ਕੀ ਹੁੰਦੇ ਨੇ, ਆਵਾਮ ਦੀ ਆਵਾਜ਼ ਗਵਰਨਮੈਂਟ ਉਹ ਚਲਾਉਂਦੇ ਨੇ, ਉਹਨਾਂ ਨੇ ਇਹ ਆਖਿਆ ਕਿ ਅਸੀਂ ਇਸ ਪ੍ਰੋਬਲਮ ਨੂੰ ਪ੍ਰੋਬਲਮ ਸਮਝਦੇ ਹਾਂ, ਹੁਣ ਅਸੀਂ ਇਸ ਤੇ ਬੈਠ ਕੇ ਸੋਚ ਵਿਚਾਰ ਕਰਾਂਗੇ। ਹੁਣ ਜੋ ਹੀ ਸਾਨੂੰ ਨੈਕਸਟ ਡੇਟ ਮਿਲਦੀ ਹੈ, ਪਰਮਿਸ਼ਨ ਮਿਲਦੀ ਆ, ਅਸੀਂ ਇਹ ਦੁਬਾਰਾ ਉਹਨਾਂ ਨੂੰ ਇਹ ਵਾਅਦਾ ਯਾਦ ਕਰਾਵਾਂਗੇ। ਅਸੀਂ ਜਿਹੜਾ ਤੁਸਾਂ ਦਾ ਪ੍ਰਾਈਮ ਮਿਨਿਸਟਰ ਹੈ ਬੋਰਿਸ, ਸਾਡਾ ਪ੍ਰਾਈਮ ਮਿਨਿਸਟਰ ਬੋਰਿਸ, ਉਹਨੂੰ ਇਹ ਯਾਦ ਕਰਾਵਾਂਗੇ ਜਦੋਂ ਉਹ ਮੇਅਰ ਸੀ ਲੰਡਨ ਦਾ, ਉਹਨੇ ਇਹ ਲੋਕਾਂ ਨੂੰ ਉਮੀਦ ਦਿਲਵਾਈ ਸੀ। ਹੁਣ ਉਸ ਉਮੀਦ, ਉਸ ਇਹ ਡੈਮੋਕ੍ਰੈਟਿਕ ਸੋਸਾਇਟੀ ਆ
ਜਿਸ ਤਰ੍ਹਾਂ ਤੁਸੀਂ ਬ੍ਰੈਕਸਿਟ ਦੀ ਲੋਕਾਂ ਨੂੰ ਉਮੀਦ ਦਿਲਵਾ ਕੇ ਰੈਫਰੈਂਡਮ ਕਰਵਾਇਆ, ਹੁਣ ਇਹ ਤੁਸੀਂ ਵੀ ਵਾਅਦਾ ਆਪਣਾ ਪੂਰਾ ਕਰੋ। ਬਿਲਕੁਲ ਜੀ, ਅਸੀਂ ਉਹਨਾਂ ਨੂੰ ਯਾਦ ਦਿਲਾਵਾਂਗੇ। ਸਾਡੇ ਜਾਣੇ ਦਾ ਮਕਸਦ ਇਹ ਆ, ਆਪਣੇ ਆਪਣੇ ਪ੍ਰੋਫੈਸ਼ਨ ਤੋਂ ਨਿਕਲ ਕੇ ਆਪਣੇ ਆਪਣੇ ਕੰਫਰਟ ਜ਼ੋਨ ਤੋਂ ਨਿਕਲਨੇ, ਅਸੀਂ ਉੱਥੇ ਜਾਣ ਦਾ ਮਕਸਦ ਇਹ ਆ। ਭਾਜੀ ਉਸ ਟਾਈਮ ਅਸੀਂ 19 ਜੁਲਾਈ ਨੂੰ ਜਦੋਂ ਗਏ ਸਾਂ, ਅਸੀਂ ਛੋਟੀ ਜਿਹੀ ਤਾਦਾਦ ਹੀ ਸਾਂ। ਹੁਣ ਤੇ ਹਰ ਦੂਜਾ ਬੰਦਾ ਸਾਡੇ ਕੰਧਿਆਂ ਤੇ ਚੜ੍ਹ ਕੇ ਉੱਤੇ ਆਉਣਾ ਚਾਹੁੰਦਾ, ਹਰ ਬੰਦਾ ਉੱਥੇ ਆਉਣਾ ਚਾਹੁੰਦਾ। ਬਹੁਤ ਸਾਰੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕਹਿੰਦੀਆਂ ਕਿ ਤੁਸਾਂ ਦਾ ਜਿਹੜਾ ਪ੍ਰਿੰਸੀਪਲ ਪੁਆਇੰਟ ਹੈਗਾ ਉਹ ਠੀਕ ਹੈਗਾ, ਕਿਉਂਕਿ ਅਸਾਂ ਵਾਅਦਾ ਕਰ ਦਿੱਤਾ ਕਿ ਅਸੀਂ ਕੀ ਮੰਗ ਰਹੇ ਹਾਂ। ਬਿਲਕੁਲ ਜੀ, ਠੀਕ ਹੈ। ਐਜ਼ ਅ ਹਿਊਮਨ ਬੀਇੰਗ, ਐਜ਼ ਅ ਲਾਇਰ, ਅਸੀਂ ਕੀ ਮੰਗ ਰਹੇ ਹਾਂ, ਅਸੀਂ ਕੋਈ ਗਲਤ ਫਰਮਾਇਸ਼ ਨਹੀਂ ਕਰ ਰਹੇ। ਤੁਸੀਂ ਆਪਣੀ ਕੰਟਰੀ ਦੇ ਹਾਲਾਤ ਤੱਕ ਲੋ ਹੋਣੀ। ਅੱਜ ਪੈਟਰੋਲ ਦੀ ਸ਼ਾਰਟੇਜ ਹੋਈ ਆ, ਵੱਡੀ ਸੁਪਰ ਮਾਰਕੀਟਾਂ ਦੀ ਫੂਡ ਦੀ ਸ਼ਾਰਟੇਜ ਹੋਈ ਆ, ਇੱਕ ਆ ਸ਼ਾਰਟੇਜ ਹੋਰ ਵੀ ਆਏਗੀ। ਪਹਿਲੇ ਅਸੀਂ ਡਾਕਟਰਾਂ ਦਾ ਕਹਿੰਦੇ ਸਾਂ ਸ਼ਾਰਟੇਜ ਆ, ਨਰਸਾਂ ਦਾ ਸ਼ਾਰਟੇਜ ਆ, ਪੈਟਰੋਲ ਦੀ ਕਦੀ ਸੁਣੀ ਸੀ ਮੁਲਕ ਸ਼ਾਰਟੇਜ ਹੋਈ ਆ, ਅੱਜ ਉੱਥੇ ਉਹ ਵੀ ਹੋ ਗਈ ਆ। ਹਾਂਜੀ ਇਹ 'ਚ ਜੇਕਰ ਦੇਖਿਆ ਜਾਵੇ ਜਿਹੜਾ ਆਪਾਂ ਇਹ ਐਮਨਿਸਟੀ ਦੀ ਲੋਕ ਕਰਦੇ, ਜਿਹੜੇ ਗੱਲ ਕਰਦੇ ਨਾ ਐਮਨਿਸਟੀ ਲੋ ਦੀ, ਜਾਂ ਫਿਰ ਜਿਹੜੇ ਕੱਚੇ ਬੰਦੇ ਰਹਿ ਰਹੇ ਉਹਨਾਂ ਦੀ ਗੱਲ ਕਰੀਏ ਜੇ ਇਸ ਸਬਜੈਕਟ ਦੇ ਉੱਪਰ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਨਹੀਂ ਜੇ ਕਿ ਜਿਹੜਾ ਸ਼ੋਸ਼ਣ ਹੋ ਰਿਹਾ, ਜਿਹੜਾ ਘਾਟਾ ਪੈ ਰਿਹਾ, ਉਹ ਦੋਨਾਂ ਹੀ ਪਾਰਟੀਆਂ ਨੂੰ ਆ। ਕਿਉਂਕਿ ਜਿਹੜੇ ਤਾਂ ਕੱਚੇ ਬੰਦੇ ਕੰਮ ਕਰਦੇ ਆ, ਹੁਣ ਜੇ ਦੇਖਿਆ ਜਾਵੇ ਤਾਂ ਆਲੇ ਦੁਆਲੇ ਨਿਗਾਹ ਮਾਰ ਲਓ ਤਾਂ ਵਿਹਲਾ ਤਾਂ ਕੋਈ ਨਹੀਂ ਨਾ, ਕਿਉਂਕਿ ਉਸ ਪਰਮਾਤਮਾ ਵਾਹਿਗੁਰੂ ਅੱਲਾ ਜਿਹੜਾ ਮਰਜ਼ੀ ਕਹਿ ਲਓ, ਉਸ ਗੋਡ ਨੇ ਰੋਟੀ ਸਾਰਿਆਂ ਨੂੰ ਦੇਣੀ, ਰਿਜ਼ਕ ਉਹਨੇ ਸਾਰਿਆਂ ਨੂੰ ਦੇਣਾ। ਪਰ ਜਿਹੜਾ ਫਿਰ ਉਹ ਜਿਸ ਬੰਦੇ ਕੋਲ ਪੇਪਰ ਹੈ ਨਹੀਂ, ਜਿਹਨੇ ਉਸ ਨੂੰ ਕੰਮ ਤੇ ਰੱਖਿਆ ਹੋਇਆ, ਇੱਕ ਤਾਂ ਉਹ ਉਸ ਨੂੰ ਘੱਟ ਵੇਜਸ ਦੇ ਰਿਹਾ, ਜਿਹੜੀ ਨੈਸ਼ਨਲ ਵੇਜਸ ਲਿਵਿੰਗ ਵੇਜਸ ਆ ਉਹ ਨਹੀਂ ਦੇ ਰਿਹਾ, ਤੇ ਦੂਸਰੇ ਪਾਸੇ ਇਹ ਤਾਂ ਉਹਨੂੰ ਘਾਟਾ ਪੈ ਰਿਹਾ ਨਾ, ਤੇ ਦੂਸਰੇ ਪਾਸੇ ਗਵਰਨਮੈਂਟ ਨੂੰ ਘਾਟਾ ਪੈ ਰਿਹਾ ਕਿ ਟੈਕਸ ਨਹੀਂ ਦਿੱਤਾ ਜਾ ਰਿਹਾ। ਇਹੀ ਤੇ ਅਸੀਂ ਕਹਿ ਰਹੇ ਹਾਂ, ਇਸ ਨੂੰ ਬਲੈਕ ਇਕਨੋਮੀ ਕਹਿ ਰਹੇ ਹਾਂ, ਜਾਂ ਟੈਕਸ ਪੇ ਨਹੀਂ ਹੋ ਰਿਹਾ। ਠੀਕ ਹੈ, ਟੈਕਸ ਪੇ ਨਹੀਂ ਹੋ ਰਿਹਾ, ਗਵਰਨਮੈਂਟ ਨੂੰ ਵੀ ਘਾਟਾ ਪੈ ਰਿਹਾ, ਕੰਮ ਕਰਨ ਵਾਲਿਆਂ ਨੂੰ ਵੀ ਘਾਟਾ ਪੈ ਰਿਹਾ, ਦੋਨੋਂ ਨੂੰ ਘਾਟਾ ਪੈ ਰਿਹਾ। ਅਸੀਂ ਇਹੀ ਕਹਿ ਰਹੇ ਹਾਂ ਕਿ ਗਵਰਨਮੈਂਟ ਨੇ ਅਗਰ ਕੋਵਿਡ ਤੋਂ ਬਾਅਦ ਆਪਣੀ ਇਕਨੋਮੀ ਨੂੰ ਰਿਕਵਰ ਕਰਨਾ, ਜਿਹੜੀ ਇਨਫਲੇਸ਼ਨ ਵੱਧ ਰਹੀ ਆ, ਮਹਿੰਗਾਈ ਵੱਧ ਰਹੀ ਆ, ਉਸ 'ਤੇ ਥੋੜ੍ਹਾ ਕੰਟਰੋਲ ਕਰਨਾ, ਆਪਣੀ ਪਾਲਿਸੀਆਂ 'ਤੇ ਥੋੜ੍ਹਾ ਗੌਰ ਕਰੋ। ਸਿਰਫ ਪ੍ਰੋਬਲਮ ਹੀ ਹੁੰਦੀ ਆ ਜਦੋਂ ਹੀ ਗਵਰਨਮੈਂਟ ਦੀ ਪਾਰਟੀ, ਜਦੋਂ ਪੋਲੀਟੀਕਲ ਪਾਰਟੀ ਗਵਰਨਮੈਂਟ 'ਚ ਆਉਂਦੀ ਆ, ਉਹਨਾਂ ਦਾ ਇੱਕ ਪ੍ਰਾਪਰਟੀ ਦਾ, ਉਹਨਾਂ ਦੀ ਪਾਰਟੀ ਦਾ ਇੱਕ ਏਜੰਡਾ ਹੁੰਦਾ। ਉਸ ਟਾਈਮ ਇਹਨਾਂ ਵਾਅਦਾ ਕੀਤਾ ਸੀ ਅਸੀਂ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਾਂਗੇ। ਹੁਣ ਖੁੱਲ੍ਹੇਆਮ ਦੇ ਨਹੀਂ ਸਕਦੇ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣੇ, ਇਹਨਾਂ ਹਾਲਾਤ ਨੂੰ ਸਾਹਮਣੇ ਰੱਖ ਕੇ ਗਵਰਨਮੈਂਟ ਨੂੰ ਸੋਚਣਾ ਪਊਗਾ, ਪੀਟੀ ਪਟੇਲ ਨੂੰ ਸੋਚਣਾ ਪਊਗਾ, ਇਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਸੋਚਣਾ ਪਊਗਾ, ਕਿਉਂਕਿ ਲੋਕਾਂ ਦੀ ਡਿਮਾਂਡ ਬਣ ਰਹੀ ਆ, ਵਰਨਾ ਲੋਕੀ ਸੜਕਾਂ ਤੇ ਆ ਗਏ। ਜਦੋਂ USSR ਦਾ, ਜਦੋਂ ਉਸਦਾ ਸੁਪਰ ਪਾਵਰ ਟੁੱਟੀ ਸੀ, ਉਹਨਾਂ ਦੀ ਔਰਤਾਂ ਸੜਕਾਂ ਤੇ ਆ ਗਈਆਂ ਸਨ। ਤੇ ਅਗਰ ਇਹ ਚਾਹੁੰਦੇ ਨੇ ਕਿ ਇਹਨਾਂ ਦੇ ਲੋਕ ਸੜਕਾਂ ਤੇ ਨਾ ਆਵਣ, ਇਹਨਾਂ ਦੇ ਪੈਟਰੋਲ ਪੰਪਾਂ ਤੋਂ ਬਾਹਰ ਲੰਬੀ ਕਿਊਆਂ ਕਿਤਾਰਾਂ ਨਾ ਲੱਗਣ, ਇਹਨਾਂ ਦੀ ਫੂਡ ਸ਼ੈਲਫਾਂ ਸੁਪਰ ਮਾਰਕੀਟਾਂ 'ਚ ਫੂਡਾਂ ਰਵਣ, ਇਹਨਾਂ ਨੂੰ ਇਹ ਬੈਲੈਂਸ ਆਊਟ ਕਰਨਾ ਪਊਗਾ। ਇਹ ਲੇਬਰ ਇਹ ਸ਼ਾਰਟੇਜ ਪੂਰੀ ਕਰਨੀ ਪਊਗੀ, ਕਿਉਂਕਿ ਯੂਰਪ ਦੇ ਜਿਹੜੇ ਕੰਟਰੀ ਹਨ ਉਹਨਾਂ ਦੇ ਤੁਸੀਂ ਮੂੰਹਾਂ ਤੇ ਚਪੇੜਾ ਮਾਰ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ। ਠੀਕ ਹੈ, ਤੇ ਹੁਣ ਜਿਹੜੀ ਸਾਡੀ UK ਗਵਰਨਮੈਂਟ ਦੀ ਨਜ਼ਰ ਰਹੂਗੀ, ਉਹ ਸਬ ਕੰਟੀਨੈਂਟ ਦੇ ਉੱਦਾਂ ਹੀ ਰਹੇਗੀ ਮੋਸਟ ਲਾਈਕਲੀ। ਤਾਂ ਹੀ ਤੇ ਦੇਖੋ ਇੰਡੀਆ, ਮੈਂ ਇਨ ਪਾਰਟਿਕੂਲਰ ਖਸੂਸ ਕਹੂੰਗਾ, ਔਰ UK ਦਾ ਇੱਕ ਬਹੁਤ ਟ੍ਰੇਡ ਡੀਲ ਇसी ਵਾਸਤੇ ਹੋ ਰਹੀ, ਜਿਹੜੀ ਬਿਲੀਅਨ ਆਫ ਪਾਉਂਡ ਦੀ ਡੀਲ ਹੋਈ ਆ, ਇसी ਚੀਜ਼ ਦਾ ਨਾਂ ਹੈ। ਹਾਂਜੀ ਬਿਲਕੁਲ ਜੀ, ਇਹ ਜਿਹੜੀ ਡੀਲ ਹੋਈ ਆ ਇੰਡੀਆ ਦੇ ਨਾਲ ਹੋਈ ਆ ਵੀ, ਹਾਂ ਚਲੋ ਵੱਖ-ਵੱਖ ਮੁਲਕਾਂ ਦੇ ਨਾਲ ਹਰ ਇੱਕ ਕੰਟਰੀ ਦੀ ਆਪੋ ਆਪਣੀ ਡੀਲ ਹੁੰਦੀ ਹੈ, ਪਰ ਕਿਉਂਕਿ ਏਸ਼ੀਆ 'ਚ ਇੰਡੀਆ ਇੱਕ ਸੈਕਿੰਡ ਲਾਰਜੈਸਟ ਪਾਪੂਲੇਸ਼ਨ ਹੈਗੀ ਆ, ਯੰਗ ਆਬਾਦੀ ਹੈਗਾ, ਆਬਾਦੀ ਹੈਗੀ, ਏਜਡ ਪਾਪੂਲੇਸ਼ਨ ਨਹੀਂ ਹੈ, ਆਪਣੇ ਨੌਜਵਾਨ ਆਉਣਾ ਵੀ ਚਾਹੁੰਦੇ ਨੇ, ਜੋ ਕਿ ਚੰਗੀ ਗੱਲ ਵੀ ਹੈ, ਚੰਗੀ ਗੱਲ ਨਹੀਂ ਵੀ ਹੈਗੀ ਆ ਇਨ ਅ ਵੇ। ਕੋਵਿਡ ਤੋਂ ਬਾਅਦ ਤੇ ਬਹੁਤ ਭਾਜੀ ਤੁਹਾਨੂੰ ਵੀ ਪਤਾ ਕਿ ਲੋਕੀ ਸਾਰੇ ਯੂਰਪੀਅਨ ਕੰਟਰੀਆਂ ਨਸਣਾ ਚਾਹੁੰਦੇ ਨੇ। ਬਿਲਕੁਲ, ਇਹ ਇੱਕ ਜਵੇਰ ਜੀ ਇੱਕ ਜਿਹੜੀ ਹੋਰ ਚੀਜ਼ ਜਿੱਦਾਂ ਯੂਰਪ ਦੇ ਨਾਲ, ਜਦੋਂ ਆਪਾਂ ਬਾਹਰ ਇੰਗਲੈਂਡ UK, ਇੰਗਲੈਂਡ ਨਹੀਂ ਪੂਰਾ UK ਯੂਰਪ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਨਾ, ਤੇ ਉਦੋਂ ਜਿਹੜੇ ਪਹਿਲਾਂ ਸੀ ਜਿਹੜੇ ਡਰਾਈਵਰ ਦੀ ਸ਼ਾਰਟੇਜ ਆਈ ਹੈ ਨਾ, ਜਿੱਥੋਂ ਤੱਕ ਮੇਰੀ ਨੌਲੇਜ ਦਾ ਮੈਂ ਉਸ ਹਿਸਾਬ ਨਾਲ ਗੱਲ ਕਰ ਰਿਹਾ, ਕਿ ਉਦੋਂ ਪਹਿਲਾਂ UK ਦੇ ਵਿੱਚ ਜਿਹੜੇ ਡਰਾਈਵਰ ਸੀਗੇ, ਚਾਹੇ ਉਹ ਕਲਾਸ 1 ਸੀ ਚਾਹੇ ਕਲਾਸ 2, ਕਿਸੇ ਵੀ ਕੈਟਾਗਰੀ ਦੇ ਵਿੱਚ ਆਉਂਦੇ ਸੀ, ਤਾਂ ਉਹਨੂੰ ਜੀ ਸੈਲਫ ਇੰਪਲੋਇਡ ਜਿਹੜਾ ਸੀ ਦਿੱਤੇ ਜਾਂਦੀ ਸੀ ਕੈਟੇਗਰੀ, ਵੀ ਡਰਾਈਵਰ ਐਜ਼ ਏ ਸੈਲਫ ਇੰਪਲੋਇਡ ਕੰਮ ਕਰ ਸਕਦਾ। ਪਰ ਫਿਰ ਗਵਰਨਮੈਂਟ ਦੇ ਪਾਲਿਸੀਆਂ ਚੇਂਜ ਹੋ ਗਈਆਂ, ਤੇ ਹੁਣ ਉਹਨੇ ਕਹਿੰਦਾ ਜੀ ਡਰਾਈਵਰ ਕੋਈ ਵੀ ਆ, ਕੰਪਨੀ ਆ, ਉਹ ਡਰਾਈਵਰ ਨੂੰ ਸੈਲਫ ਇੰਪਲੋਇਡ ਨਹੀਂ ਦੇ ਸਕਦੀ, ਡਰਾਈਵਰ ਨੂੰ ਐਜ਼ ਏ ਪੇ ਰੋਲ ਦੇ ਉੱਤੇ ਕੰਮ ਕਰਨਾ ਪਊਗਾ। ਤੇ ਉਹਦੇ ਨਾਲ ਜਿਹੜੇ ਹੁਣ ਯੂਰਪ ਤੋਂ ਆਉਂਦੇ ਸੀ ਡਰਾਈਵਰ ਆਉਂਦੇ ਸੀ ਯੂਰਪੀਅਨ, ਉਹ ਇੱਥੇ 6 ਮਹੀਨੇ ਕੰਮ ਕਰਦੇ ਸੀ, 8 ਮਹੀਨੇ ਕੰਮ ਕਰਦੇ ਸੀ, ਸੈਲਫ ਇੰਪਲੋਇਡ, ਪੈਸੇ ਇਕੱਠੇ ਕਰਕੇ ਵਾਪਸ ਚਲ ਜਾਂਦੇ ਸੀ, ਟੈਕਸ ਉਹ ਵੀ ਨਹੀਂ ਸੀ ਦਿੰਦੇ। ਪਰ ਉਹਦੇ ਨਾਲ ਗਵਰਨਮੈਂਟ ਦੀ ਪਾਲਿਸੀ, ਇੱਕ ਪਾਸੇ ਤਾਂ ਸੈਲਫ ਇੰਪਲੋਇਡ ਦੀ ਪਾਲਿਸੀ ਚੇਂਜ ਕਰ ਦਿੱਤੀ, ਦੂਸਰੇ ਪਾਸੇ ਯੂਰਪ ਦੇ ਵਿੱਚੋਂ ਬਾਹਰ ਆ ਗਿਆ, ਦੋ ਝਟਕੇ ਇਕੱਠੇ ਲੱਗ ਗਏ, ਇਹਦੇ ਨਾਲ ਵੀ ਡਰਾਈਵਰਾਂ ਦੀ ਸ਼ਾਰਟੇਜ ਵਧੀ ਜੀ। ਬਿਲਕੁਲ ਭਾਜੀ, ਇਸ ਨਾਲ ਵੀ ਜ਼ਰੂਰ ਸ਼ਾਰਟੇਜ ਵਧੀ ਹੋਊਗੀ, ਕਿਉਂਕਿ ਇਹ ਥੋੜ੍ਹਾ ਜਿਹਾ ਇੰਪਲੋਇਮੈਂਟ ਦਾ ਵੀ ਮਸਲਾ ਵੀ ਹੈਗਾ ਕਿ ਜਿਹੜਾ ਅਬਿਊਜ਼ ਹੋ ਰਿਹਾ ਸੀ ਟੈਕਸ ਪੇਅਰ ਦੀ ਮਨੀ ਦਾ, ਠੀਕ ਆ,
ਉਹ ਵੀ ਯਕੀਨਨ ਹੋ ਸਕਦਾ। ਲੇਕਿਨ ਹੁਣ ਜੁਲਾਈ 'ਚ ਇਹਨਾਂ ਇੱਕ ਨਵੀਂ ਚੀਜ਼ ਆਉਂਦੀ ਹੈ ਡਰਾਈਵਰਾਂ ਵਾਸਤੇ ਕਿ ਡਰਾਈਵਰ ਜਿਹੜਾ ਹੈਗਾ HGV ਡਰਾਈਵਰ ਹਫ਼ਤੇ 'ਚ 3 ਦਿਨ 11 ਘੰਟੇ ਦੀ 2 ਦਿਨ ਲੰਬੀ ਸ਼ਿਫਟ ਕਰ ਸਕਦਾ। ਤਾਂ ਸਾਨੂੰ ਜ਼ਿਆਦਾ ਰੈਸਟ ਨੌਲੇਜ ਕਰਦੇ ਹੋਊਗੀ, ਠੀਕ ਹੈ, ਕਿਉਂਕਿ ਰੈਸਟਿੰਗ ਆਵਰ ਇਹਨਾਂ ਦੇ ਹੁੰਦੇ ਜਾਂ 10-10 ਘੰਟੇ ਦੀ 3 ਸ਼ਿਫਟਾਂ ਕਰ ਸਕਦਾ ਜਾਂ 11 ਘੰਟੇ ਦੀ ਹਫ਼ਤੇ 2 ਸ਼ਿਫਟਾਂ ਕਰ ਸਕਦਾ। ਇਹ ਇਸੀ ਵਾਸਤੇ ਕਿ ਤਾਂ ਕਿ ਸ਼ਾਰਟੇਜ ਖਤਮ ਹੋਵੇ, ਪਰ ਦਿਸ ਇਜ਼ ਨਾਟ ਇਨਫ। ਇਹ ਚੀਜ਼ ਵੀ ਕਾਫੀ ਨਹੀਂ ਹੈਗੀ ਆ। ਹੁਣ ਇਹਨਾਂ ਨੂੰ ਤੱਕ ਲੋ ਕਿ ਜੋ ਹਾਲਾਤ ਸੜਕਾਂ ਦੇ ਬਣਨ ਤੇ ਇਹ ਇਨਫ ਨਹੀਂ ਹੈਗੀ ਆ। ਟਾਈਮ ਆਈ ਥਿੰਕ ਕੱਲ ਇਹਨਾਂ ਦੀ ਮੀਟਿੰਗ ਬੈਠ ਰਹੀ ਹੈ, ਕੱਲ ਇਹ ਅਨਾਉਂਸ ਕਰਨਗੇ ਕਿ ਅੱਜ BBC ਤੇ ਵੀ ਆਇਆ ਅੱਜ ਕੱਲ੍ਹ ਕਿ ਕਿਸ ਤਰ੍ਹਾਂ ਇਹ ਸ਼ਾਰਟੇਜ ਪੂਰੀ ਕਰਨਗੇ। ਆਈ ਥਿੰਕ ਜਿਹੜਾ ਬੋਰਿਸ ਗਿਆ ਅਮਰੀਕਾ, ਉਹਨੂੰ ਵੀ ਖਬਰ ਮਿਲ ਗਈ ਆ ਕਿ ਪਿੱਛੇ ਕ੍ਰਾਈਸਿਸ ਹੋ ਰਹੇ, ਗੁਜ਼ਾਰੀ ਕਰ ਲੋਕਾਂ ਨੂੰ ਪੈਨਿਕ ਹੋ ਰਹੇ, ਠੀਕ ਹੈ ਨਾ। ਤੇ ਭਾਜੀ ਬੰਦਾ ਕਿਸੇ ਚੀਜ਼ ਬਗੈਰ ਰਹਿ ਸਕਦਾ। ਅੱਜ ਕੱਲ੍ਹ ਹਰ ਚੀਜ਼ ਲੌਜਿਸਟਿਕ ਤੇ ਚੱਲ ਰਹੀ ਆ, ਕਿਉਂਕਿ UK ਤੇ ਬਹੁਤ ਸਾਰੀਆਂ ਚੀਜ਼ਾਂ ਪ੍ਰੋਡਿਊਸ ਨਹੀਂ ਹੁੰਦੀਆਂ, ਜ਼ਿਆਦਾ ਯੂਰਪ ਤੋਂ ਕੰਟਰੀਆਂ ਜਾਂ ਬਾਹਰਲੀਆਂ ਕੰਟਰੀ ਤੋਂ ਆਉਂਦੀਆਂ। ਬਾਹਰਲੀ ਕੰਟਰੀਆਂ ਤੋਂ UK ਦੇ ਅੰਦਰ ਆਉਣਗੇ ਜੋ ਕੋਈ ਡਰਾਈਵਰ ਲੌਰੀ ਲੈ ਕੇ ਆਊਗਾ। ਇਹ ਬਿਲਕੁਲ ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ। ਜੇਕਰ ਜਿੱਦਾਂ ਤੁਸੀਂ ਗੱਲ ਕੀਤੀ ਕਿ UK ਦੇ ਵਿੱਚ ਬੜੀਆਂ ਚੀਜ਼ਾਂ ਨਹੀਂ ਹੁੰਦੀਆਂ, ਬਾਹਰੋਂ ਹੀ ਜ਼ਿਆਦੀਆਂ ਚੀਜ਼ਾਂ ਹੁੰਦੀਆਂ, ਪਰ ਉਹਦੇ ਵਿੱਚ ਜਿੱਦਾਂ ਪਹਿਲਾਂ ਇੱਕ ਜਿੱਦਾਂ ਕਹਿੰਦੇ ਨੇ ਉਹ ਭੁਲੇਖਾ ਖੜਾ ਕੀਤਾ ਜਾਂਦਾ ਸੀ ਜੇ ਯੂਰਪ ਦੇ ਵਿੱਚੋਂ ਬਾਹਰ ਨਿਕਲ ਗਿਆ ਜੀ ਤੇ ਇੱਥੇ ਕੁਝ ਨਹੀਂ ਬਚਣਾ, ਬਾਹਰੋਂ ਖਾਣਾ ਨਹੀਂ ਆਉਣਾ ਕਰਕੇ ਇੱਥੇ ਕੁਝ ਹੋ ਨਹੀਂ ਰਿਹਾ, ਬਾਹਰੋਂ ਆ ਰਿਹਾ। ਪਰ ਹੁਣ ਜੇਕਰ ਉਹ ਕੋਈ ਵੀ ਚੀਜ਼ ਆ, ਫਸਲ ਆ, ਕੋਈ ਫਰੂਟ ਆ, ਗਰੋਨ ਯੂਰਪ ਦੇ ਵਿੱਚ ਹੁੰਦਾ ਤੇ ਉਹਨਾਂ ਨੂੰ ਵੇਚਣ ਨੂੰ ਮਾਰਕੀਟ ਚਾਹੀਦੀ, ਓਬਵੀਅਸਲੀ ਉਹਨੇ ਇੱਥੇ ਵੇਚਣਾ ਤੇ ਇਹਨਾਂ ਨੂੰ ਚਾਹੀਦਾ ਵੀ ਹਾਂ ਇਹਨੇ ਜਿਵੇਂ ਸਾਨੂੰ ਜਿੱਥੋਂ ਸਸਤਾ ਮਿਲਦਾ ਆਪਣੀ ਕੰਟਰੀ ਲਈ ਲੈ ਕੇ ਆਈਏ। ਪਰ ਜਿਹੜੀ ਪ੍ਰੋਬਲਮ ਦੇ ਵਿੱਚ ਵੇਚਣ ਵਾਲੇ ਵੀ ਤਿਆਰ ਆ, ਖਰੀਦਣ ਵਾਲੇ ਵੀ ਤਿਆਰ ਆ, ਵਿੱਚ ਲਿਆਉਣ ਵਾਲਾ ਬੰਦਾ ਹੈ ਨਹੀਂ। ਇਹ ਤੇ ਚੀਜ਼ ਭਾਜੀ ਪੈਟਰੋਲ ਵੀ ਹੈਗਾ, ਪੈਟਰੋਲ ਪੰਪ ਵੀ ਹੈਗੇ, ਡਰਾਈਵਰ ਨਹੀਂ ਹੈ ਜੋ ਲਾਰੀ ਨੂੰ ਚਲਾ ਕੇ ਆਉਣਾ। ਐਗਜ਼ੈਕਟਲੀ ਉਹੀ ਗੱਲ ਤੁਸੀਂ ਬਿਲਕੁਲ ਮੇਰੇ ਮੂੰਹ ਦੀ ਕਹਿ ਦਿੱਤੀ ਕਿ ਬੰਦੇ ਕੋਈ ਨਹੀਂ ਹੈਗੇ। ਹੁਣ ਬੰਦੇ ਕਿਉਂਕਿ ਜਿਹੜੀ ਯੂਰਪ ਵਾਲੇ ਉਹ ਤੇ ਇਹਨਾਂ ਨੂੰ ਹੁਣ ਆਪਣੀ ਸੁਤੇਲੀ ਮਾਂ ਸਮਝਦੇ ਨੇ, ਠੀਕ ਆ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿਉਂਕਿ ਮੇਰੇ ਖਿਆਲ 30-40 ਦਾ ਡਰਾਈਵਰ ਤੋਂ ਉੱਥੋਂ ਸ਼ਾਰਟ ਹੋ ਗਿਆ ਕਿਉਂਕਿ EU ਦੀ ਫ੍ਰੀ ਮੂਵਮੈਂਟ ਖਤਮ ਹੋ ਗਈ ਤੇ ਉਹ ਗੋਰੇ ਇਹਨਾਂ ਨੂੰ ਜਿਹੜੇ ਇੰਗਲਿਸ਼ ਬੰਦੇ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਉੱਥੇ ਆਉਣਾ ਨਹੀਂ ਚਾਹੁੰਦੇ, ਠੀਕ ਹੈ। ਉਹ ਕਹਿੰਦੇ ਨੇ ਅਸੀਂ ਲਾਜ਼ਮੀ ਇੱਥੇ ਆ ਕੇ ਆਪਣੀ ਬੇਇੱਜ਼ਤੀ ਕਰਵਾਉਣੀ ਆ। ਯੂਰਪ ਦੇ ਹੋਰ 21-22 ਕੰਟਰੀ ਨਾਲ ਅਸੀਂ ਉੱਥੇ ਕਿਉਂ ਨਾ ਚਲੇ ਜਾਈਏ। ਅਸੀਂ ਜਰਮਨ ਹੈਗਾ, ਫਰਾਂਸ ਅੱਗੇ ਕੁਆਇਟ ਅ ਫਿਊ ਕੰਟਰੀ ਹੈਗੇ, ਉੱਥੇ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ, ਸ਼ਾਇਦ ਪੈਸੇ ਵੀ ਉੱਥੇ ਜ਼ਿਆਦਾ ਮਿਲਦੇ ਹੋਣ। ਬਿਲਕੁਲ ਗੱਲ ਸਹੀ ਆ। ਠੀਕ ਹੈ ਜੀ। ਇਹ ਤਾਂ ਚਲੋ ਹੋ ਗਿਆ ਜੀ ਜਿਹੜੇ ਆਪਾਂ ਡਰਾਈਵਰ ਸ਼ਾਰਟੇਜ ਦੀ ਗੱਲ ਕਰਦੇ ਸੀ, ਕਿਉਂਕਿ ਟਾਈਮ ਬਹੁਤ ਤੇਜ਼ੀ ਦੇ ਨਾਲ ਨੱਠਾ ਜਾ ਰਿਹਾ ਨਾ ਤੇ ਮੈਨੂੰ ਹੁੰਦਾ ਵੀ ਹਰ ਇੱਕ ਮਸਲੇ ਤੇ ਨਾ ਥੋੜੀ ਜਾਣਕਾਰੀ ਲੈ ਲਈ ਜਾਵੇ, ਕਿਉਂਕਿ ਵੈਸੇ ਤਾਂ ਆਪਣਾ ਤਾਂ ਸ਼ੋਅ ਕੰਟੀਨਿਊ ਰਿਹਾ ਕਰਨਾ ਨਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਪਰ ਫਿਰ ਵੀ ਦਰਸ਼ਕਾਂ ਨੂੰ ਹੁੰਦਾ ਹਰ ਕਿ ਜਦੋਂ ਕੋਈ ਬੰਦਾ ਆਇਆ, ਕੋਈ ਸਲਿਸਟਰ ਆਇਆ ਨਾ, ਉਹ ਤੋਂ ਵੱਧ ਤੋਂ ਵੱਧ ਲਾਹਾ ਲੈ ਲਿਆ ਜਾਵੇ, ਵੱਧ ਤੋਂ ਵੱਧ ਗੱਲਾਂ ਕੱਢ ਲਈਆਂ ਜਾਣ ਦਾ। ਕੋਈ ਨਹੀਂ ਭਾਜੀ, ਜਿਤਨੇ ਤੁਸੀਂ ਮੇਰੇ ਕੋਲ ਜੋ ਰੱਬ ਨੇ ਨੌਲੇਜ ਦਿੱਤਾ, ਸਾਡਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਾਂਗੇ ਆਪਣੇ ਜਿਹੜੇ ਸੁਣਨੇ ਵਾਲਿਆਂ ਨੂੰ ਜਿੰਨਾ ਫਾਇਦਾ ਹੋ ਸਕੇ। ਹਾਂਜੀ ਬਿਲਕੁਲ ਜੀ। ਇਹ ਤਾਂ ਗੱਲ ਹੋ ਗਈ ਜੀ HGV ਡਰਾਈਵਰਾਂ ਦੀ ਜਾਂ ਲੇਬਰ ਸ਼ਾਰਟੇਜ ਦੀ ਗੱਲ ਹੋ ਗਈ ਜੀ, ਕਿਉਂਕਿ ਓਬਵੀਅਸਲੀ ਪੋਪੂਲੇਸ਼ਨ ਤਾਂ ਉਨੀ ਆ, ਜੇ ਉਹੀ ਪੋਪੂਲੇਸ਼ਨ ਉਹਦੇ ਵਿੱਚੋਂ ਜ਼ਿਆਦਾ HGV ਡਰਾਈਵਰ ਬਣ ਜਾਣਗੇ ਜਾਂ ਜ਼ਿਆਦਾ ਸਲਿਸਟਰ ਬਣ ਜਾਣਗੇ, ਜੇ ਤਾਂ ਡਾਕਟਰ ਬਣ ਜਾਣਗੇ, ਤਾਂ ਲੇਬਰ ਵਾਲੀ ਕੈਟਾਗਰੀ ਉਹਦੇ ਵਿੱਚ ਪ੍ਰੋਬਲਮ ਪੈ ਜਾਊ। ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ, ਆਪਣਾ ਪੰਜਾਬ ਵਿੱਚ ਡਰਾਈਵਰੀ ਦਾ ਬੜਾ ਇੱਕ ਟ੍ਰੈਂਡ ਪਾਇਆ ਜਾਂਦਾ ਤੇ ਤੁਸੀਂ ਆਪਣੇ ਤਜਰਬੇ ਤੋਂ ਥੋੜਾ ਦੱਸੋ। ਮੈਂ ਤੇ ਕਾਨੂੰਨੀ ਨੁਕਤੇ ਨਾਲ ਦੱਸ ਦਿੱਤੀ ਆ ਕਿ ਤੁਸੀਂ ਇਹ ਦੱਸੋ, ਤੁਸੀਂ ਅੱਜ ਪੈਗਾਮ ਦਿਓ ਆਪਣੇ ਪੰਜਾਬੀ ਡਰਾਈਵਰਾਂ ਨੂੰ ਜਿਹੜੇ ਬਾਹਰ ਆਣੇ ਦੇ ਸ਼ੌਕੀਨ ਅੱਗੇ ਲੋਰੀਆਂ ਚਲਾਉਣਾ ਚਾਹੁੰਦੇ, ਕਿਉਂ ਕੈਨੇਡਾ ਤੇ ਮੈਂ ਬਹੁਤ ਸੁਣਿਆ, ਠੀਕ ਹੈ। ਪੰਜਾਬੀਆਂ ਨੂੰ ਤੁਸੀਂ ਥੋੜਾ ਤੇ ਮਨ ਤੁਸੀਂ ਦੱਸੋ, ਮੇਰਾ ਨੌਲੇਜ ਇਜ਼ਾਫਾ ਕਰੋ ਇਹਦੇ ਵਿੱਚ। ਚਲੋ ਇਹ ਕਿ ਕਿਉਂ ਇਹਨਾਂ ਨੂੰ ਜ਼ਿਆਦਾ ਸ਼ੌਕ ਹੈ ਡਰਾਈਵਿੰਗ ਦੀ ਤਰਫ? ਨਹੀਂ, ਇਹ ਤਾਂ ਜਦੋਂ ਜਿਹੜੇ ਕਹਿੰਦੇ ਕਿ ਮਿਹਨਤੀ ਕੌਮ ਹੈ ਨਾ, ਉਹ ਕਿਸੇ ਵੀ ਤਰ੍ਹਾਂ ਕੋਈ ਵੀ ਫੀਲਡ ਹੋਵੇ ਨਾ, ਉਹਦੇ ਵਿੱਚ ਪਿੱਛੇ ਨਹੀਂ ਹਟਦੇ ਤੇ ਮਿਹਨਤੀ ਕੌਮ ਤਾਂ ਪੰਜਾਬੀ, ਚਾਹੇ ਉਹ ਕਿਸੇ ਵੀ ਪੰਜਾਬ ਦੇ ਮੋਟਰਵੇ ਤੇ ਜਿਤਨੇ ਵੀ ਆਪਣੇ ਪੰਜਾਬੀ ਲੱਗੇ ਪਏ। ਹਾਂਜੀ ਪਹਿਲੇ ਚੜਦਾ ਪੰਜਾਬ ਲਹਿਦਾ ਪੰਜਾਬ। ਹੁਣ ਤਾਂ ਫਿਲਮਾਂ ਵੀ ਇਕੱਠੀਆਂ ਬਣਨ ਲੱਗ ਪਈਆਂ। ਭਾਜੀ ਫਿਲਮ ਤਾਂ ਤੁਸੀਂ ਬੜਾ ਯਾਦ ਕਰਵਾਇਆ। ਹੁਣ ਤੇ ਭਾਜੀ ਦਿਲ ਤੇ ਖੈਰ ਪਹਿਲੇ ਵੀ ਮੇਰੇ ਸਨ, ਸੇ ਥੋੜੀ ਗੱਲ ਫਹਿਮੀਆਂ ਸਨ, ਦਿਲ ਤੇ ਹਮੇਸ਼ਾ ਹੀ ਹਨ। ਬਿਲਕੁਲ ਠੀਕ ਹੈ। ਪਾਣੀ ਤੇ ਤੁਸੀਂ ਵੀ ਉਹੀ ਪੀਤਾ ਹੈ, ਇੱਥੇ ਵੀ ਪੀਤਾ, ਤੁਸੀਂ ਵੀ ਪੀਤਾ। ਮੇਨ ਜਿਹੜੀ ਸਭ ਤੋਂ ਵੱਡੀ ਚੀਜ਼ ਬੋਲੀ ਵੀ ਇੱਕ ਆ ਨਾ, ਤੇ ਹੋਰ ਤਾਂ ਜਿਹੜੀਆਂ ਚੀਜ਼ਾਂ ਹੋਣੀਆਂ ਭਾਜੀ ਜਦੋਂ ਦਿਲ ਮਿਲ ਜਾਵਣ ਤੇ ਬੋਲੀਆਂ ਵੀ ਇੱਕ ਹੋ ਜਾਂਦੀਆਂ। ਬਿਲਕੁਲ ਜਦੋਂ ਸੋਚ ਮਿਲ ਜਾਵੇ ਨਾ ਤੇ ਮਕਸਦ ਵੀ ਇੱਕ ਹੋ ਜਾਂਦਾ। ਅਮਨੈਸਟੀ ਦਾ ਵੀ ਆਪਾਂ ਦਾ ਮਕਸਦ ਇਹੀ ਆ। ਮੈਂ ਤੇ ਹਮੇਸ਼ਾ ਇਹ ਕਹਿੰਦਾ, ਸਭ ਨੂੰ ਕਹਿੰਦਾ, ਹਰ ਜਿੱਥੇ ਉੱਠਾ ਬੈਠਾ ਕਹਿੰਦਾ ਕਿ KTV ਨੇ ਜੇ ਨਾਂ ਚੁੱਕਿਆ, ਠੀਕ ਹੈ, ਮੈਨੂੰ ਇੱਥੇ ਆਉਣਾ ਕਿਉਂ ਪਸੰਦ ਹੈ ਕਿ ਜੀਤ ਭਾਜੀ ਜਾਂ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਾਂ ਆਪ ਖੁਦ ਤੁਸੀਂ ਬੜੇ ਦਿਲ ਨਾਲ ਚੱਕਦੇ ਹੋ। ਸਾਡੀ ਵੀ ਪੂਰੀ ਕੋਸ਼ਿਸ਼ ਹੈ ਕਿ ਆਪਣਾ ਦਿਲ ਦਿਮਾਗ ਲਾ ਕੇ ਕਿ ਇਸ ਮਕਸਦ ਨੂੰ ਅੱਗੇ ਪੂਰਾ ਕਰੀਏ। ਬਿਲਕੁਲ ਠੀਕ ਹੈ। ਜਿਹਨਾਂ ਲੋਕ ਸਾਡੇ ਪਿੱਛੇ ਟੁਰ ਰਹੇ, ਠੀਕ ਹੈ ਨਾ, ਉਹਨਾਂ ਲੋਕਾਂ ਨੂੰ ਅਸੀਂ ਅੱਧੇ ਰਸਤੇ ਨਾਲ ਛੋੜੀਏ। ਹਾਂਜੀ ਬਿਲਕੁਲ। ਜਿਹਨੇ ਯਕੀਨ ਕੀਤਾ ਉਹਨਾਂ ਦੇ ਯਕੀਨ ਨੂੰ ਤੋੜਿਆ ਨਾ ਜਾਵੇ, ਕਿਸੇ ਪਾਸੇ ਸਾਡੀ ਕੋਸ਼ਿਸ਼ ਪੂਰੀ ਸਾਰੀ, ਠੀਕ ਹੈ। ਬਾਕੀ ਭਾਜੀ ਮਿਹਨਤ ਸਾਡੀ
ਮਰਜ਼ੀ ਰੱਬ ਦੀ, ਅਸੀਂ ਹਮੇਸ਼ਾ ਇੱਕ ਹੀ ਗੱਲ ਕਹਿੰਦੇ ਹਾਂ। ਹਾਂਜੀ ਹਾਂਜੀ। ਅੱਛਾ ਜੀ, ਇਹ ਤਾਂ ਗੱਲ ਜਿਹੜੀ ਸ਼ਾਰਟੇਜ ਵਾਲੇ ਹੋ ਗਏ ਜੀ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ ਨਾ, ਤੇ ਯੂਰਪ 'ਚ ਨਿਕਲਣ ਦੇ ਨਾਲ ਚਲੋ ਝਟਕਾ ਲੱਗ ਗਿਆ ਛੋਟਾ ਜਿਹਾ। ਇੱਕ ਚੀਜ਼ ਹੋਰ ਜੀ ਬੜੀ ਦੇਖਣ ਨੂੰ ਮਿਲੀ ਸੀ, ਤੁਸੀਂ ਵੀ ਕਰਦੇ ਹੋ ਪ੍ਰੋਪਰਟੀ ਦਾ ਵੀ ਤੁਸੀਂ ਕਰਦੇ ਹੋ ਨਾ, ਘਰਾਂ ਦੇ ਖਰੀਦ ਜਾਂ ਬਿਜ਼ਨਸ ਦੇ ਵੀ ਲੋਕੀ ਖਰੀਦੇ ਕਰਦੇ। ਇੱਕ ਜਿਹੜਾ ਮੇਰਾ ਅਗਲਾ ਕੁਐਸਚਨ ਇਹ ਸੀ ਜੀ, ਜਦੋਂ ਯੂਰਪ ਦੇ ਵਿੱਚੋਂ ਜਦੋਂ ਬਾਹਰ ਆਉਣ ਤੋਂ ਬਾਅਦ, ਜਦੋਂ ਇਹਨਾਂ ਦਿਨਾਂ ਦੇ ਵਿੱਚ ਸਪੈਸ਼ਲੀ ਜਦੋਂ ਕੋਵਿਡ ਵਾਲਾ ਕ੍ਰਾਈਸਿਸ ਆ ਜਾਂਦਾ ਨਾ ਜੀ, ਸਾਰੇ ਪਾਸੇ ਕਹਿਣ ਲੱਗ ਪਏ ਜੀ ਘਾਟਾ ਪੈਣ ਲੱਗ ਪਿਆ ਜੀ, ਬਿਜ਼ਨਸ ਘਾਟੇ 'ਚ ਜਾਣ ਲੱਗ ਪਿਆ ਜੀ, ਕੰਮ ਹੈ ਨਹੀਂ, ਜਾਂ ਆਹ ਹੋ ਗਿਆ ਉਹ ਹੋ ਗਿਆ ਨਾ। ਪਰ ਜਿਹੜੀ ਚੀਜ਼ ਸੀ, ਜੋਬਾਂ ਵੀ ਲੋਕਾਂ ਦੀ ਲੋਸਟ ਹੋ ਗਈਆਂ, ਪਰ ਉੱਥੇ ਜਿਹੜੀ ਚੀਜ਼ ਸੀ ਕਿ ਜਿਹੜੀ ਪ੍ਰੋਪਰਟੀ ਦੀਆਂ ਦੀ ਮਾਰਕੀਟਾਂ ਸੀ, ਘਰਾਂ ਦੀ ਮਾਰਕੀਟਾਂ ਸੀ, ਉਹ ਡਾਊਨ ਜਾਣੀ ਚਾਹੀਦੀ ਸੀ, ਪਰ ਪ੍ਰੋਪਰਟੀ ਦੀ ਪ੍ਰਾਈਸਾਂ ਬਹੁਤ ਉੱਤੇ ਗਈਆਂ ਜੀ। ਹਾਂਜੀ ਭਾਜੀ, ਬਹੁਤ ਲਾਸਟ ਟਾਈਮ ਵੀ ਮੈਂ ਪ੍ਰੋਗਰਾਮ ਵਿੱਚ ਆਖਿਆ ਸੀ, ਉਹਦੀ 2-3 ਬਹੁਤ ਵੱਡੀਆਂ ਵਜ੍ਹਾ ਹਨ। ਇੱਕ, ਬੈਂਕ ਆਫ ਇੰਗਲੈਂਡ ਦਾ ਇੰਟਰਸਟ ਰੇਟ ਬਹੁਤ ਘੱਟ ਹੋ ਗਿਆ ਸੀ। ਹਾਂਜੀ, ਕਿਉਂਕਿ ਗਵਰਨਮੈਂਟ ਨਹੀਂ ਚਾਹੁੰਦੀ ਸੀ ਕਿ ਪ੍ਰਾਪਰਟੀ ਮਾਰਕੀਟ ਕੋਲੈਪਸ ਕਰੇ। ਗਵਰਨਮੈਂਟ ਨਹੀਂ ਚਾਹੁੰਦੀ ਸੀ ਕਿ ਬੈਂਕਾਂ ਦੀ ਬੋਰੋਇੰਗ ਘੱਟ ਹੋਵੇ। ਬੈਂਕ ਆਫ ਇੰਗਲੈਂਡ ਨੇ ਆਪਣਾ ਬੇਸ ਰੇਟ ਘੱਟ ਕਰ ਦਿੱਤਾ, ਜਿਸ ਦੀ ਵਜ੍ਹਾ ਤੋਂ ਓਵਰਆਲ ਜਿਹੜਾ ਮੌਰਗੇਜ ਦਾ ਇੰਟਰਸਟ ਰੇਟ ਘੱਟ ਹੋ ਗਿਆ। ਕਿਉਂਕਿ ਗਵਰਨਮੈਂਟ ਨੇ ਇੱਕ ਲਾਲਚ ਦਿੱਤੀ, ਇੱਕ ਇਨ ਅ ਵੇ ਕਹਿ ਲਓ ਝਾਂਸਾ ਦਿੱਤਾ ਕਿ ਇਨਵੈਸਟਰ ਆਪਣਾ ਪੈਸਾ ਲੈ ਕੇ ਉਸ ਉੱਤੇ ਨਾ ਬਹਿ ਜਾਵੇ, ਇਨਵੈਸਟਰ ਪੈਸਾ ਮਾਰਕੀਟ ਵਿੱਚ ਫਲੋ ਕਰਦਾ ਰਹੇ, ਸਪੈਂਡ ਕਰਦਾ ਰਹੇ। ਤੇ ਉਸ ਵਜ੍ਹਾ ਤੋਂ ਵੇਚਣੇ ਵਾਲਿਆਂ ਨੇ ਕੀ ਕੀਤਾ ਕਿ ਕਿਉਂਕਿ ਜਦੋਂ ਤੁਹਾਨੂੰ ਪਤਾ ਇਸ ਮੁਲਕ ਦੇ ਅੰਦਰ ਜਿਤਨੀ ਜ਼ਿਆਦਾਤਰ ਪ੍ਰਾਪਰਟੀਆਂ ਦੀ ਟ੍ਰਾਂਜੈਕਸ਼ਨਾਂ ਜੋ ਸੌਦੇ ਹੁੰਦੇ ਪ੍ਰਾਪਰਟੀਆਂ ਦੇ, ਉਹ ਬੈਂਕਾਂ ਦੀ ਪੈਸਿਆਂ ਤੋਂ ਹੁੰਦੇ। ਜਦੋਂ ਬੈਂਕਾਂ ਨੇ ਕਹਿ ਦਿੱਤਾ ਕਿ ਸਾਡੇ ਕੋਲ ਪੈਸੇ ਲੈ ਲਓ, ਜਿਹੜੀ ਇੰਟਰਸਟ ਰੇਟ ਘੱਟ ਹੈਗਾ, ਹਰ ਕਿਸੇ ਦੇ ਮੂੰਹ ਮਨ ਸ਼ਾਮਲ ਕਰੇ, ਸਾਡੇ ਮੂੰਹ ਪਾਣੀ ਆ ਗਿਆ, ਲਓ ਜੀ ਪੈਸਾ ਜਿੰਨਾ ਚੱਕ ਸਕਦੇ ਹੋ। ਉਸ ਪੈਸੇ ਦੀ ਆਣੇ ਦੀ ਵਜ੍ਹਾ ਤੋਂ ਠੀਕ ਹੈ ਜੀ, ਜਿਹੜੇ ਸੈਲਰ ਸਨ ਉਹਨਾਂ ਪ੍ਰਾਈਸਾਂ ਚੱਕ ਦਿੱਤੀਆਂ, ਔਰ ਜਿਹੜੇ ਲੈਣੇ ਵਾਲੇ ਸਨ ਉਹਨਾਂ ਨੂੰ ਲਾਲਚ ਆ ਗਈ ਕਿ ਪੈਸਾ ਸਾਨੂੰ ਕਾਸਟ ਆਫ ਬੋਰੋਇੰਗ ਘੱਟ ਹੋ ਗਈ ਆ, ਇਹ ਕਾਸਟ ਆਫ ਇੰਟਰਸਟ ਰੇਟ ਘੱਟ ਹੋ ਗਿਆ। ਠੀਕ ਹੈ, ਕਾਸਟ ਆਫ ਬੋਰੋਇੰਗ ਘੱਟ ਹੋ ਗਈ ਆ, ਤੇ ਇੱਕ ਤੇ ਇਹ ਵਜ੍ਹਾ ਬਣੀ। ਦੂਸਰੀ, ਗਵਰਨਮੈਂਟ ਨੇ ਬੜੇ ਤਰੀਕੇ ਨਾਲ ਕੀ ਕੀਤਾ, ਸਟੈਂਪ ਡਿਊਟੀ ਰਿਲੀਫ ਦੇਣਾ ਸ਼ੁਰੂ ਕਰ ਦਿੱਤਾ। ਸਟੈਂਪ ਡਿਊਟੀ ਰਿਲੀਫ ਦੀ ਵਜ੍ਹਾ ਤੋਂ 1,50,000 ਦਾ ਘਰ ਹੋਵੇ ਨਾ, ਤੇ ਐਵਰੇਜ 4-5,000 ਪਾਉਂਡ ਸਟੈਂਪ ਡਿਊਟੀ ਬਚਦੀ ਹੈ। ਤੇ ਇੱਕ ਲੈਂਡਲੋਰਡ ਨੂੰ ਜਿਹਦਾ ਬਾਈ ਟੂ ਲੈਟ ਪੋਰਟਫੋਲੀਓ ਹੁੰਦਾ, ਉਹਨੂੰ 4-5,000 ਉੱਥੋਂ ਬਚਣਾ ਸ਼ੁਰੂ ਹੋ ਗਿਆ। ਤੀਜੀ ਤੇ ਸਭ ਤੋਂ ਚੰਗੀ ਚੀਜ਼ ਹੋਈ ਕਿ ਗਵਰਨਮੈਂਟ ਨੇ ਜਿਹੜੇ ਪਲੈਨਿੰਗ ਰੂਲ ਸਨ, ਠੀਕ ਹੈ, ਇਸ ਦੌਰਾਨ ਯੂਜ਼ ਕਲਾਸ ਉਹ ਜਿਹੜੀ ਬੜੀ ਰਿਲੈਕਸ ਕਰ ਦਿੱਤੀ ਆ। ਯਾਨੀ ਕਿ ਇੱਕ ਸ਼ਾਪ ਤੇ ਇੱਕ ਤੁਸੀਂ ਕਮਰਾ ਜਾਂ ਫਲੈਟ ਬਣਾ ਸਕਦੇ ਹੋ ਬਗੈਰ ਪਰਮਿਸ਼ਨ ਲਿੱਤੇ ਹੋਏ ਲੋਕਲ ਕਾਉਂਸਲ ਕੋਲੋਂ। ਇਸ ਨਾਲ ਵੀ ਪ੍ਰੋਡਕਟਿਵਿਟੀ ਜਿਹੜੀ ਪ੍ਰਾਪਰਟੀ ਮਾਰਕੀਟ ਵਿੱਚ ਇੱਕ ਬੂਮ ਆ ਗਿਆ ਸੀ। ਇਹ 3 ਬੜੀਆਂ ਅਹਿਮ ਵਜੂਹਾਤ ਬਣੀਆਂ ਸਨ, ਪ੍ਰਾਪਰਟੀ ਮਾਰਕੀਟ ਉੱਤੇ ਚਲੀ ਗਈ ਸੀ। ਲੇਕਿਨ ਹੁਣ ਜਿਹੜਾ ਇਸਦਾ ਜਿਹੜਾ ਆਖਰੀ ਜਿਹੜਾ ਸਟੈਂਪ ਡਿਊਟੀ ਦਾ ਰਿਲੀਫ ਇਸ ਮਹੀਨੇ ਦੇ ਐਂਡ ਤੇ ਖਤਮ ਹੋ ਰਿਹਾ ਹੈ। ਹੁਣ ਬੈਕ ਟੂ ਨੋਰਮਲ ਹੋ ਜਾਊਗੀ ਪ੍ਰਾਪਰਟੀ ਮਾਰਕੀਟ। ਠੀਕ ਹੈ, ਇਹ ਜਿਹੜੀ ਸਟੈਂਪ ਡਿਊਟੀ ਆ ਜੇ ਤੁਸੀਂ ਗੱਲ ਕੀਤੀ ਕਿ 1.5 ਲੱਖ ਦੇ ਵਿੱਚ 4-5 ਬਣ ਜਾਂਦੀ ਸੀ ਜੀ, ਤੇ ਇਹਦਾ ਵੀ ਕੋਈ ਹੁੰਦਾ ਹੈ ਕਿ ਇੰਨੇ ਪੈਸੇ ਤੱਕ ਸਟੈਂਪ ਡਿਊਟੀ ਦਾ ਰੇਟ 3% ਤੋਂ ਸਟਾਰਟ ਹੁੰਦੀ ਆ ਤੇ 7-8% ਤੱਕ ਜਾਂਦੀ ਆ। ਠੀਕ ਹੈ ਜੀ, ਨਾਰਮਲੀ 1,50,000 ਤੋਂ ਸਟਾਰਟ ਹੁੰਦੀ ਆ ਤੇ 250 ਤੋਂ ਉੱਤੇ ਜ਼ਿਆਦਾ ਹੋਣੀ ਜਾਂਦੀ ਆ। ਠੀਕ ਹੈ ਜੀ, ਪਰ 1 ਲੱਖ ਜਿੱਦਾਂ ਫॉर ਐਗਜ਼ਾਮਪਲ 1,50,000 ਤੱਕ ਕੋਈ ਸਟੈਂਪ ਡਿਊਟੀ ਨਹੀਂ ਤਕਰੀਬਨ। ਹਾਂਜੀ, ਇਹੀ ਆ ਫਸਟ ਟਾਈਮ ਬਾਇਰ ਵਾਸਤੇ ਨਹੀਂ ਆ, ਉਸ ਤੋਂ ਬਾਅਦ 3% ਤੋਂ ਸਟਾਰਟ ਹੁੰਦੀ ਹੈ। ਠੀਕ ਜੀ। ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਹੁਣ ਸਟੈਂਪ ਡਿਊਟੀ ਜਿਹੜੀ ਆ ਉਹ ਉਨੀ ਡੈਡਲਾਈਨ ਦੇ ਦਿੱਤੀ ਕਿ ਇਸ ਤਰੀਕ ਤੱਕ ਇਹ ਬਸ ਇਹ ਹੁਣ ਤੋਂ ਦੀ ਡੈਡਲਾਈਨ ਹੈ ਇਸ ਮਹੀਨੇ ਦੇ ਸਤੰਬਰ ਦੇ ਐਂਡ ਤੱਕ ਹੈ। ਉਸ ਤੋਂ ਬਾਅਦ ਬੈਕ ਟੂ ਨਾਰਮਲ ਹੋ ਜਾਊਗੀ। ਠੀਕ ਹੈ ਜੋ ਕੋਵਿਡ ਦੇ ਪਹਿਲੇ ਸੀ। ਹਾਂਜੀ। ਚਲੋ ਸਟੈਂਪ ਡਿਊਟੀ ਤਾਂ ਵਾਪਸ ਚਲੇ ਜਾਊਗੀ ਨਾ, ਪਰ ਉਹਦੇ ਵਿੱਚ ਜਿਹੜਾ ਇੱਕ ਹੋਰ ਵੀ ਚੀਜ਼ ਹੈ, ਜਿੱਦਾਂ ਚਲੋ ਆਪਾਂ ਮੈਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਕੀਤੀ ਸੀ ਨਾ, ਇਹ ਗੱਲ ਕੀਤੀ ਸੀ ਕਿ ਜਦੋਂ ਪੁਰਾਣੇ ਬਜ਼ੁਰਗ ਆਏ ਸੀ ਉਹ ਕੰਮ ਕਰਨ ਆਏ ਸੀ ਨਾ, ਜਿਹੜੇ ਹੁਣ ਲੋਕ ਆਉਂਦੇ ਉਹ ਰਹਿਣ ਆਉਂਦੇ ਆ। ਹੁਣ ਉਹ ਇਸ ਕਰਕੇ ਨਹੀਂ ਆਉਂਦੇ ਵੀ ਅਸੀਂ ਬਾਹਰ ਕੰਮ ਕਰਨ ਚੱਲੇ ਨਾ, ਤੁਸੀਂ ਮੁੜ ਕੇ ਚੱਲ ਜਾਣਾ। ਉਹ ਇਹ ਕਹਿੰਦੇ ਅਸੀਂ ਸੈਟਲ ਹੋਣਾ ਉਸ ਮੁਲਕ ਦੇ ਵਿੱਚ ਜਾ ਕੇ। ਉਹਦੇ ਵਿੱਚ ਹੁਣ ਜਦੋਂ ਆਪਣੇ ਬੰਦੇ ਆਏ ਇੱਥੇ ਕੰਮ ਕੀਤੇ, ਹਾਰਡ ਮਿਹਨਤਾਂ ਕੀਤੀਆਂ, ਫਿਰ ਬਿਜ਼ਨਸ ਦੇ ਵਿੱਚ ਕੋਈ ਪੈ ਗਿਆ, ਕੋਈ ਉਹਨੇ ਫਿਰ ਪ੍ਰਾਪਰਟੀ ਲੈਣੀ ਸ਼ੁਰੂ ਕਰ ਲਈਆਂ ਜੀ। ਪ੍ਰਾਪਰਟੀਆਂ ਲੈ ਕੇ ਰੈਂਟ ਦੇ ਦਿੱਤੀਆਂ, ਸ਼ੋਪਾਂ ਲੈ ਕੇ ਰੈਂਟ ਦੇ ਦਿੱਤੀਆਂ। ਉਹਦੇ ਵਿੱਚ ਵੀ ਜਿਹੜੇ ਗਵਰਨਮੈਂਟ ਨੇ ਟੈਕਸ ਪਾਲਿਸੀਆਂ ਵੀ ਚੇਂਜ ਕਰ ਦਿੱਤੀਆਂ। ਪਹਿਲਾਂ ਸੀ ਜਿੱਦਾਂ ਕਿ ਸਿਰਫ ਇੰਟਰਸਟ ਨੂੰ ਜਿਹੜਾ ਰੈਂਟ ਆਉਂਦਾ ਸੀ, ਇੰਟਰਸਟ ਦੇ ਉੱਤੇ ਟੈਕਸ ਨਹੀਂ ਸੀ ਲੱਗਦਾ, ਪਰ ਹੁਣ ਜਿਹੜੀਆਂ ਪਾਲਿਸੀਆਂ ਹੋ ਗਈਆਂ ਉਹ ਟੋਟਲ ਰੈਂਟ ਦੇ ਉੱਤੇ ਟੈਕਸ ਲੱਗਣਾ ਸ਼ੁਰੂ ਹੋ ਗਿਆ ਜੀ। ਵੈਰੀ ਗੁੱਡ ਕੁਐਸਚਨ ਭਾਜੀ। ਹੋਇਆ ਕਿ ਜਦੋਂ ਪ੍ਰਾਪਰਟੀ ਮਾਰਕੀਟ ਬੂਮ ਕਰਨ ਲੱਗ ਪਈ, ਲੈਂਡਲॉर्ड ਅਮੀਰ ਤੋਂ ਅਮੀਰ ਤੀਨ ਹੋਣਾ ਲੱਗ ਪਿਆ। ਗਵਰਨਮੈਂਟ ਨੇ ਦੇਖ ਲਿਆ ਜੀ ਕਿ ਇੱਕ ਬੰਦੇ ਕੋਲ XYZ ਪ੍ਰਾਪਰਟੀਆਂ ਆ ਗਈਆਂ, ਜਿਹੜਾ ਫਸਟ ਟਾਈਮ ਬਾਇਰ ਹੈ ਉਸ ਕੋਲ ਇੱਕ ਪ੍ਰਾਪਰਟੀ ਵੀ ਨਹੀਂ, ਇੱਕ ਬੰਦੇ ਕੋਲ 10 ਪ੍ਰਾਪਰਟੀਆਂ, ਤੇ ਗਵਰਨਮੈਂਟ ਨੇ ਇਸ ਪ੍ਰਾਪਰਟੀ ਦੀ ਜਿਹੜੀ ਡਿਮਾਂਡ ਔਰ ਸਪਲਾਈ ਨੂੰ ਬੈਲੈਂਸ ਕਰਨ ਵਾਸਤੇ ਜਿਹੜਾ ਲੈਂਡਲॉर्ड ਹੈ ਉਹਨੂੰ ਥੋੜਾ ਦਬਣਾ ਸ਼ੁਰੂ ਕਰਤਾ। ਆਈ ਥਿੰਕ ਇਹ ਸੈਕਸ਼ਨ 24 ਹੋਗਾ, ਜਿਸ ਤੇ ਉਹਨਾਂ ਆਖਿਆ ਕਿ ਤੁਸੀਂ
प्रॉपर्टी ਦੇ ਜਿਹੜੀ ਰੈਂਟਲ ਯੀਲਡ ਤੇ ਇਤਨਾ ਟੈਕਸ ਦੋਗੇ ਤਾਂ ਕਿ ਗਵਰਨਮੈਂਟ ਨੇ ਇਨਕਰੇਜ ਕਰਨਾ ਸ਼ੁਰੂ ਕੀਤਾ ਫਸਟ ਟਾਈਮ ਬਾਇਰ ਨੂੰ ਔਰ ਡਿਸਕਰੇਜ ਕਰਨਾ ਸ਼ੁਰੂ ਕੀਤਾ ਬਾਈ ਟੂ ਲੈਟ ਵਾਲੇ ਨੂੰ ਔਰ ਦੂਜੀ ਗੱਲ ਗਵਰਨਮੈਂਟ ਨੇ ਇੱਕ ਇਹ ਕੀਤੀ ਕਿ ਗਵਰਨਮੈਂਟ ਨੇ ਹੈਲਪ ਟੂ ਬਾਈ ਸਕੀਮ ਇੰਟਰੋਡਿਊਸ ਕਰ ਦਿੱਤੀਆਂ ਉਸ ਵਿੱਚ ਮੇਰਾ ਵਿਊ ਹੈ ਸੋਚਣੇ ਵਾਲੇ ਡਿਫਰੈਂਟ ਸੋਚ ਸਕਦੇ ਹਨ ਹੈਲਪ ਟੂ ਬਾਈ ਸਕੀਮ ਵਿੱਚ प्रॉपर्टी थोड़ी महंगी मिलती है क्योंकि तुसी गवर्नमेंट ने 40-50 हज़ार अगर 2-2.5 लाख का कार है तो 30-40 हज़ार गवर्नमेंट ने देना और गवर्नमेंट ने कहना तुसी 3 तो 5 साल तक उस लोन ते तुसा इंटरस्ट रेट नहीं देना ते जेड़े फर्स्ट टाइम बायर हैं वो जो नवा घर तकते हैं बड़ा थोड़ा टशमश हुई है वो कहते जी अगर गवर्नमेंट दे रही है 40-50 हज़ार पाउंड उतों ਤੇ ਬਾਕੀ ਅਸੀਂ ਲਵਾਂਗੇ ਕਿਉਂਕਿ ਨਵਾਂ ਸੋਹਣਾ ਕਾਰ ਬਣਾ ਹਾਂਜੀ ਇੱਥੇ ਸੌਰੀ ਮੈਂ ਇੱਥੇ ਤੁਹਾਨੂੰ ਇਹ ਸਕੀਮ ਦਾ ਕੀ ਨਾਂ ਜੀ ਜਿਹੜੇ ਜਿੱਤੇ ਹੈਲਪ ਟੂ ਬਾਈ ਸਕੀਮ ਭਾਜੀ ਅੱਛਾ ਠੀਕ ਹੈ ਹੈਲਪ ਟੂ ਬਾਈ ਫਸਟ ਟਾਈਮ ਬਾਈ ਇਹ ਜਿਹੜੇ ਬਿਲਡਰ ਹੁੰਦੇ ਨੇ ਗਵਰਨਮੈਂਟ ਇਨਕਰੇਜ ਵੀ ਕਰਦੀ ਆ ਜਿਹੜੇ ਪ੍ਰਾਪਰਟੀ ਡਿਵੈਲਪਰ ਹੁੰਦੇ ਨੇ ਉਹਨਾਂ ਨੂੰ ਇਨਕਰੇਜ ਕਰਦੀ ਹੈ ਕਿ ਤੁਸੀਂ ਪ੍ਰਾਪਰਟੀਆਂ ਬਿਲਡ ਕਰੋ ਡਿਵੈਲਪ ਕਰੋ ਹਾਂਜੀ ਔਰ ਅਸੀਂ ਆਪਣੇ ਤਰਫੋਂ ਪੈਸੇ ਦੇਵਾਂਗੇ ਫਸਟ ਟਾਈਮ ਬਾਇਰ ਨੂੰ ਤੁਹਾਨੂੰ ਤਾਂ ਪੈਸੇ ਮਿਲ ਜਾਣੇ ਡਿਵੈਲਪਰਾਂ ਨੂੰ ਤੇ ਉਹ ਜਿਹੜਾ ਬੰਦਾ ਲੈ ਰਿਹਾ ਮੋਰਟਗੇਜ ਜਾਂ ਗਵਰਨਮੈਂਟ ਕੋਲ ਲੋਨ ਲੈ ਰਿਹਾ ਉਹਨੇ 5 ਸਾਲ ਬਾਅਦ ਸਾਨੂੰ ਦੇਣਾ ਠੀਕ ਹੈ ਹੈਲਪ ਟੂ ਬਾਈ ਸਕੀਮ ਨਾਲ ਵੀ ਕਾਫੀ ਯਾਨੀ ਕਿ ਗਵਰਨਮੈਂਟ ਨੇ ਡਿਸਕਰੇਜ ਕੀਤਾ ਜਿਹੜੇ ਬਾਈ ਟੂ ਲੈਟ ਨੂੰ ਔਰ ਇਨਕਰੇਜ ਕੀਤਾ ਫਸਟ ਟਾਈਮ ਬਾਇਰ ਨੂੰ ਠੀਕ ਹੈ ਤੇ ਜਿਹੜਾ ਚਲੋ ਆਪਾਂ ਕੋਈ ਪ੍ਰਾਪਰਟੀ ਲੈਂਦੇ ਆ ਚਾਹੇ ਜਿਹੜਾ ਨੋਰਮਲ ਪ੍ਰਾਪਰਟੀ ਲੈਣੀ ਜੇ ਕਿਸੇ ਨੇ ਬਾਈ ਟੂ ਲੈਟ ਲੈਣੀ ਤਾਂ ਐਟ ਦਾ ਮੂਮੈਂਟ ਜਦੋਂ ਚਲੋ ਡੀਲ ਤਾਂ ਡਿਪੋਜ਼ਿਟ ਤਾਂ ਜਿੰਨਾ ਮਰਜ਼ੀ ਰੱਖ ਕੇ ਲੈ ਲਓ ਤੁਸੀਂ ਪਰ ਜਿਹੜੀ ਬੈਸਟ ਡੀਲ ਆ ਤਕਰੀਬਨ ਜੀ 20 ਤੋਂ 25% ਡਾਊਨ ਰੱਖਣਾ ਪੈਂਦਾ ਜੀ ਬਾਈ ਟੂ ਲੈਟ ਲਈ ਅੱਛਾ ਬਾਈ ਟੂ ਲੈਟ ਵਾਸਤੇ ਨੋਰਮਲੀ 20 ਤੋਂ 25% ਹੀ ਹੁੰਦਾ ਨੋਰਮਲੀ ਫਸਟ ਟਾਈਮ ਬਾਇਰ ਨੂੰ 5% डाउन पेमेंट करके मिल सकती है ठीक है लेकिन जेडे बाय टू लेट इन्वेस्टर नॉर्मली बैंक उन्होंने 20-25% कहता हुए ठीक है जी अगर उसका बाय टू लेट जो प्रॉपर्टी का पोर्टफोलियो होंदा ठीक है अगर वो किसी कंपनी के थ्रू हो जिन्होंने असी SPV कहते हैं स्पेशल परपज व्हीकल वो एक ऐसी कंपनी डिजाइन की जाती ये जो टैक्स के वकील अगे या टैक्स के अकाउंटेंट हो गए वो दसदे अपने क्लाइंट नूं कि अगर तुसी प्रॉपर्टियां दे गुरु हो गए तुसां प्रॉपर्टियां दा बिजनेस करना तुसां दे 3 तो ज़्यादा प्रॉपर्टियां हैगियां 3 तो ज़्यादा प्रॉपर्टियां तुसां किराए ते देनियां ते तुसी SPV कंपनी बनाओ स्पेशल परपज व्हीकल ये कंपनी बनाओ इसी तुसां दे टैक्सां दे मद थोड़ी जी हेल्प हो जाती है तुसी सारा कुछ बिजनेस प्रॉपर्टियां उस कंपनी के थ्रू रन करो तुसानू बिल्डरां कोलों या सप्लायरां कोलों डीलां भी चंगियां मिल सकदियां बिल्डिंग के समान दियां ते वो फिर उस हो सकता है कि बैंक जड़ा होए शायद घट पैसे मंग लू नॉर्मली बाय टू लेट जो लैंडलॉर्ड होंदा उन्होंने 20 तो 25% ही कहा जाता ठीक है अच्छा इस गल थोड़ा जिहा अगे चलावां क्योंकि असीं इमीग्रेशन दे प्रॉपर्टियां दा लॉ मिक्स कीता ਜਿਹੜੇ ਲੋਕੀ ਜਿਨ੍ਹਾਂ ਕੋਲ 2.5 ਸਾਲਾਂ ਦੇ ਵੀਜ਼ੇ ਅੱਗੇ ਜਾਂ ਜਿਨ੍ਹਾਂ ਨੂੰ ਬੱਚਿਆਂ ਦੀ ਬੇਸ ਤੇ ਵੀਜ਼ੇ ਮਿਲੇ ਅਸੀਂ ਉਹਨਾਂ ਨੂੰ ਸਾਡੀ ਕੰਪਨੀ ਦੇ ਨਾਲ ਆਪਣੀ ਦੂਜੀ ਕੰਪਨੀ ਆ ਉਹ ਮੋਰਗੇਜਾਂ ਲੈ ਕੇ ਦੇ ਰਹੇ 15 ਤੋਂ 20% ਤੇ ਵੀ ਠੀਕ ਨੋਰਮਲੀ ਲੋਕ ਹੀ ਕਹਿੰਦੇ ਜਿਹੜੇ ਲੋਕੀ ਬ੍ਰਿਟਿਸ਼ ਹੋਵਨ ਜਿਹਨਾਂ ਕੋਲ ਇਨਡੈਫੀਨਿਟ ਹੋਵੇ ਜਾਂ ਜਿਹੜੇ ਯੂਰਪੀਅਨ ਸੈਟਲ ਸਟੇਟਸ ਜਾਂ ਪ੍ਰੀ ਸੈਟਲ ਸਟੇਟਸ ਨਾਲ ਹੋਵਨ ਮੋਰਗੇਜ ਉਹਨਾਂ ਨੂੰ ਮਿਲਦੀ ਆ ਇਹ ਗੱਲ ਠੀਕ ਨਹੀਂ ਆ ਮੋਰਗੇਜ ਉਹਨਾਂ ਨੂੰ ਵੀ ਮਿਲ ਸਕਦੀ ਆ ਜਿਨ੍ਹਾਂ ਦਾ 2.5 ਸਾਲਾਂ ਦਾ ਵੀਜ਼ਾ ਹੈ ਉਹ ਜਿਹੜਾ 2.5 ਸਾਲਾਂ ਦਾ ਵੀਜ਼ਾ ਹੈ 10 ਸਾਲਾਂ ਬਾਅਦ ਪੱਕੇ ਹੁੰਦੇ ਮੋਰਗੇਜ ਉਹਨਾਂ ਨੂੰ ਵੀ ਮਿਲ ਸਕਦੀ ਆ ਠੀਕ ਆ ਪਰ ਉਹਦੇ ਵਿੱਚ ਫਿਰ ਇੰਟਰਸਟ ਰੇਟ ਕੁਝ ਜ਼ਿਆਦਾ ਹੁੰਦਾ ਹੋਊਗਾ ਜੀ ਕੋਈ ਇਦਾਂ ਦਾ ਕੋਈ ਕੰਡੀਸ਼ਨ ਸ਼ਾਇਦ ਥੋੜਾ ਜਿਹਾ ਜ਼ਿਆਦਾ ਹੋ ਸਕਦਾ ਹੈ ਲੇਕਿਨ अगेन इंटरस्ट रेट की जी पॉलिसी हैगी आ वो बैंक टू बैंक वेरीज करती है ठीक है वो प्रोडक्ट टू प्रोडक्ट वेरीज करती है किसी बंदे ने अगर 5 साल दे लिता उसका इंटरस्ट रेट घट होगा किसी ने शॉर्ट टर्म इंटरस्ट रेट लिता है मॉर्गेज कराई है फिक्स उसका इंटरस्ट रेट हो सकता है मुख्तलिफ होवे वो बैंक टू बैंक भी वेरी करता है ठीक जी अच्छा जी एक चलो ये तो हो गया जी जेडे रेजिडेंट प्रॉपर्टी दे विच आपां इन्वेस्ट करदे जी एक क्या चलो आपां कहने भी कमर्शियल प्रॉपर्टी दे विच इन्वेस्ट कीता जावे जी पर एक मैं अच्छी चीज़ दसां बड़े वड्डे ਅਸੀਂ ਤੇ ਚਲੋ ਪ੍ਰਾਪਰਟੀਆਂ ਦੇ ਸਾਡੇ ਤੋਂ ਵੱਡੇ ਵੱਡੇ ਗੁਰੂ ਬੈਠੇ ਨੇ ਠੀਕ ਹੈ ਅਸੀਂ ਤੇ ਸਟੂਡੈਂਟ ਸਮਝਦੇ ਹਾਂ ਲਾਅ ਦੇ ਵੀ ਇਮੀਗ੍ਰੇਸ਼ਨ ਦੇ ਵੀ ਹਰ ਚੀਜ਼ ਦੇ ਵੀ ਆਪਣੇ ਆਪ ਨਿਯਮ ਸਮਝਦੇ ਹਾਂ ਯੂਕੇ ਦੇ ਅੰਦਰ ਜਾਂ ਓਵਰਆਲ ਕਮਰਸ਼ੀਅਲ ਪ੍ਰਾਪਰਟੀਆਂ ਜ਼ਿਆਦਾ ਪੈਸਾ ਹੈਗਾ ਕਮਰਸ਼ੀਅਲ ਪ੍ਰਾਪਰਟੀਆਂ ਦੇ ਲੋਜ਼ लैंडलॉर्ड ਨੂੰ ਜ਼ਿਆਦਾ ਪ੍ਰੋਟੈਕਟ ਕਰਦੇ ਨੇ ਠੀਕ ਹੈ ਜੀ ਕਮਰਸ਼ੀਅਲ ਪ੍ਰਾਪਰਟੀਆਂ ਦੀ ਰੈਂਟਲ ਯੀਲਡ ਜ਼ਿਆਦਾ ਹੁੰਦੀ ਆ ਕਮਰਸ਼ੀਅਲ ਪ੍ਰਾਪਰਟੀਆਂ ਦੇ ਕੋਵਿਡ ਤੋਂ ਬਾਅਦ ਜਿਹੜੀਆਂ ਪਲੈਨਿੰਗ ਪਰਮਿਸ਼ਨਾਂ ਨਰਮ ਹੋ ਗਈਆਂ ਲੈਂਡਲॉर्ड ਨੂੰ ਜ਼ਿਆਦਾ ਫਾਇਦਾ ਉਸੇ ਜਗ੍ਹਾ ਜਿਹੜਾ ਬਾਈ ਟੂ ਲੈਟ ਕਾਰ ਲੈ ਕੇ ਰੈਂਟ ਤੇ ਚਾੜੀ ਰੱਖੋ ਕਾਰ ਲੈ ਕੇ ਰੈਂਟ ਤੇ ਦੇਈ ਜਾਓ ਉਹ ਬਿਜ਼ਨਸ ਇਤਨਾ ਲੁਕਰੇਟਿਵ ਇਤਨਾ ਅਟਰੈਕਟਿਵ ਨਹੀਂ ਰਿਹਾ ਜਿੰਨਾ ਕਮਰਸ਼ੀਅਲ ਪ੍ਰਾਪਰਟੀਆਂ ਨੂੰ ਫਲੈਟ ਐਂਡ ਕਨਵਰਟ ਕਰਕੇ ਰੈਂਟ ਚੱਕਣਾ ਉਹ ਜ਼ਿਆਦਾ ਪ੍ਰੋਫਿਟੇਬਲ ਹੈਗਾ ਹਾਂਜੀ ਕਹਿਣ ਦਾ ਮਤਲਬ ਜੇ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਪੈਸਾ ਕਿਸੇ ਨੇ ਪੈਸਾ ਕਿਸੇ ਦਰਸ਼ਕ ਨੇ ਪੈਸਾ ਇਨਵੈਸਟ ਕਰਨਾ
ਬਜਾਏ ਇਸ ਤੇ ਕਿ ਤੁਸੀਂ ਬਾਏ ਤੋਂ ਲੈਟ ਦੇ ਵਿੱਚ ਪੈਸੇ ਲਾ ਕੇ ਤਾਂ ਆਪਣੀ ਤੁਸੀਂ ਉਹ ਡੈਡ ਮਨੀ ਕਰ ਲੈਂਦੇ ਨਾ, ਕਿਉਂਕਿ ਉਹਦੇ ਵਿੱਚ ਤੁਹਾਨੂੰ ਰੈਂਟ ਦਾ ਘਰ ਦਾ ਕਿੰਨਾ 600 700 800 ਰੈਂਟ ਆ ਜਾਊਗਾ, ਪਰ ਤੁਸੀਂ ਡਿਪੋਜ਼ਿਟ 20-25% ਰੱਖ ਕੇ ਉਹ ਪੈਸਾ ਤੁਸੀਂ ਡੈਡ ਕਰ ਲਿਆ ਨਾ, ਤੇ ਉਹੋ ਹੀ ਪੈਸਾ ਜੇਕਰ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਲਾਦਾ ਤੁਹਾਨੂੰ ਜ਼ਿਆਦਾ ਆਮਦਨ ਆਊਗੀ। ਕਮਰਸ਼ੀਅਲ ਪ੍ਰਾਪਰਟੀਆਂ ਰੈਂਟਲ ਯੀਲਡ ਨੋਰਮਲੀ ਜ਼ਿਆਦਾ ਮਿਲਦੀ ਆ, ਮੈਂ ਆਖਿਆ। ਤੇ ਤੁਸੀਂ ਹਰ ਬੰਦੇ ਦੀ ਮੁਖਤਲਿਫ ਸਟ੍ਰੈਟਜੀ ਆ, ਹਰ ਬੰਦੇ ਦੀ ਮੁਖਤਲਿਫ ਬਿਜ਼ਨਸ ਕਮਿਟਮੈਂਟ ਹੈਗੀ ਆ, ਠੀਕ ਆ। ਹਰ ਬੰਦੇ ਦਾ ਮੁਖਤਲਿਫ ਹੋਗਾ। ਫਰਜ਼ ਕਰੋ ਕੋਈ ਬੰਦਾ ਮੇਰੀ ਤਰ੍ਹਾਂ ਫੁੱਲ ਟਾਈਮ ਵਕੀਲ ਲਗਾ ਤੇ ਮੈਂ ਵੀ ਪ੍ਰਾਪਰਟੀਆਂ ਦਾ ਕਰਦਾ, ਲੇਕਿਨ ਮੈਂ ਕੋਸ਼ਿਸ਼ ਕਰਦਾ ਸਿੱਧੀ ਡੀਲਾਂ ਹੋਣ। ਸ਼ਾਇਦ ਮੇਰੇ ਕੋਲ ਇਤਨਾ ਟਾਈਮ ਨਾ ਹੋਵੇ ਕਿ ਮੈਂ ਪ੍ਰਾਪਰਟੀਆਂ ਦੇ ਮਗਰ ਜਾਂ ਬਿਲਡਰਾਂ ਦੇ ਮਗਰ ਰੋਜ਼ ਫਿਰਾਂ, ਲੇਕਿਨ ਅਗਰ ਮੈਂ ਵਕੀਲ ਨਾ ਹੋਵਾਂ, ਫੁੱਲ ਟਾਈਮ ਪ੍ਰਾਪਰਟੀਆਂ ਦਾ ਹੋਵਾਂ, ਤਾਂ ਮੈਂ ਖੁਦ ਪ੍ਰਾਪਰਟੀਆਂ ਸ਼ਾਇਦ ਡਿਵੈਲਪ ਕਰਾਂ। ਤੇ ਹਰ ਬੰਦਾ ਆਪਣੇ ਲਾਈਫ ਸਟਾਈਲ ਦੇ ਮੁਤਾबिक ਮੁਖਤਲਿਫ ਸਟ੍ਰੈਟਜੀਆਂ ਤੇ ਚੱਲਦਾ, ਠੀਕ ਹੈ ਨਾ। ਕੋਈ ਲੋਕ ਹੀ ਜ਼ਿਆਦਾਤਰ ਪੰਜਾਬੀ, ਮੈਂ ਤੁਹਾਨੂੰ ਗੱਲ ਦੱਸਾਂ, ਚਲੋ ਇੱਕ ਇੰਟਰਸਟਿੰਗ ਗੱਲ ਦੱਸਾਂ ਮੈਂ, ਜਿਹੜੇ ਪੰਜਾਬੀ ਲੋਕ ਹੀ ਜਿਨ੍ਹਾਂ ਕੋਲ ਵੀਜ਼ੇ ਜਿਨ੍ਹਾਂ ਨਹੀਂ ਸਨ, ਉਹ ਕੰਸਟਰਕਸ਼ਨ ਦਾ ਕੰਮ ਬਹੁਤ ਕਰਦੇ ਸਨ। ਬੜੀ ਇੰਟਰਸਟਿੰਗ ਗੱਲ ਹੈ, ਸੁਣਨਾ ਹੋਰ ਨਾਲ। ਹੁਣ ਉਹਨਾਂ ਲੋਕਾਂ ਕੋਲ ਆ ਗਏ ਵੀਜ਼ੇ, ਤੇ ਯਕੀਨ ਕਰੋ ਉਹ ਲੋਕੀ ਜ਼ਿਆਦਾ ਅਮੀਰ ਬਣਨਗੇ ਕੰਪੇਅਰ ਟੂ ਜਿਹੜਾ ਨਾਰਮਲ ਪ੍ਰਾਪਰਟੀ ਡਿਵੈਲਪਰ ਹੈ, ਕਿਉਂਕਿ ਉਹਨਾਂ ਦੇ ਹੱਥ ਹੀ ਸਕਿੱਲ ਆ ਗਈ ਆ ਕਿ ਪ੍ਰਾਪਰਟੀ ਨੂੰ ਬਿਲਡ ਕਿਸ ਤਰ੍ਹਾਂ ਕਰਨਾ। ਉਹਨਾਂ ਕੋਲ ਕਮੀ ਸੀ ਤੇ ਕਾਗਜ਼ਾਂ ਦੀ ਕਮੀ ਸੀ, ਠੀਕ ਹੈ ਨਾ। ਹੁਣ ਉਹਨਾਂ ਕੋਲ ਕਾਗਜ਼ ਆ ਗਏ, ਸਮਾਨ ਉਹਨਾਂ ਨੂੰ ਪਤਾ ਕਿਹੜੀਆਂ ਥਾਵਾਂ ਤੋਂ ਮਿਲਣਾ, ਬਿਲਡਿੰਗਾਂ ਚਲੋ ਨੀਆਂ ਤੋਂ ਲੈ ਕੇ ਰੂਫ ਤੱਕ ਜੋ ਚੱਕੜੀਆਂ, ਠੀਕ ਹੈ, ਸਹੀ ਗੱਲ ਹੈ। ਹਾਂਜੀ, ਸਕਿੱਲ ਹੈ ਉਹਨਾਂ ਦੇ ਕੋਲ, ਸਕਿੱਲ ਹੋ ਗਈ। ਤੇ ਸਾਡੇ ਜਿਹੜੇ ਬੰਦੇ, ਕਿਉਂਕਿ ਅਸੀਂ ਪੰਜਾਬੀ ਨਾਲ ਸਾਡਾ ਉੱਠਣਾ ਬੈਠਣਾ ਖਾਣਾ ਪੀਣਾ ਬਹੁਤ ਜ਼ਿਆਦਾ, ਅਸੀਂ ਵੀ ਉਹਨਾਂ ਨੂੰ ਕਰਦੇ ਹਾਂ ਕਿ ਭਾਈ ਸਾਹਿਬ ਤੁਸਾਂ ਦੀ ਜਿਹੜੀ 10-15 ਸਾਲਾਂ ਦੀ ਮਿਹਨਤ ਹੈ ਹੁਣ ਰੰਗ ਲਾਉਗੀ, ਬੜਾਓ ਪ੍ਰਾਪਰਟੀਆਂ ਤੁਸੀਂ। ਹਾਂਜੀ ਬਿਲਕੁਲ। ਇਹ ਅੱਛਾ, ਇੱਕ ਜੀ ਤੁਹਾਡੀ ਗੱਲ ਦੇ ਵਿੱਚ ਇਸੇ ਵਿੱਚ ਮੈਨੂੰ ਹੋਰ ਗੱਲ ਨਾਲ ਹੀ ਗੱਲ ਜੁੜ ਗਈ ਨਾ। ਜਦੋਂ ਆਪਣੇ ਕੋਲ ਗੱਡੀ ਆ, ਆਪਾਂ ਕਾਰ ਲੈਂਦੇ ਆ ਨਾ, ਤੇ ਉਹਦੇ ਵਿੱਚ ਕਾਰ ਜਦੋਂ ਆਪਣੇ ਨਹੀਂ ਵਿਕਦੀ ਨਾ, ਪਹਿਲਾਂ ਆਪਾਂ ਗੱਲ ਕਰਦੇ ਵੀ ਕਾਰ ਵੇਚ ਦਈਏ ਨਾ, ਜਦੋਂ ਨਹੀਂ ਪ੍ਰਾਈਵੇਟ ਵਿੱਚ ਵਿਕਦੀ ਜਾਂ ਆਪਾਂ ਨੂੰ ਲੱਗਦਾ ਵੀ ਗੱਡੀ 'ਚ ਕੋਈ ਨੁਕਸਾ ਸੀ, ਕਹਿੰਦੇ ਜੀ ਇਹਨੂੰ ਆਕਸ਼ਨ ਤੇ ਵੇਚੋ। ਤੇ ਹੁਣ ਆਕਸ਼ਨਾਂ ਪ੍ਰਾਪਰਟੀ ਦੇ ਬਹੁਤ ਲੱਗਣ ਲੱਗ ਪਈਆਂ ਜੀ, ਹੈ ਨਾ। ਤੇ ਤੁਸੀਂ ਦੇਖਿਆ ਐਵਰੀ ਵੀਕ ਜਾਂ ਕਿਤੇ ਆਲੇ ਦੁਆਲੇ ਨਿਗਾਹ ਮਾਰ ਲਓ ਤੁਸੀਂ, ਕਿਸੇ ਜਿਹੜੀਆਂ ਪ੍ਰਾਪਰਟੀ ਵਾਲੀਆਂ ਵੈਬਸਾਈਟਾਂ, ਜੂਪਲਾ, ਰਾਈਟ, ਕਿਤੇ ਵੀ ਚੱਲ ਜਾਓ ਤਾਂ ਆਕਸ਼ਨ ਦੀ ਗੱਲ ਹੁੰਦੀ। ਇਸ ਦੀ ਮਿਸਾਲ ਮੈਂ ਇਸ ਗੱਲ ਤੋਂ ਦੇਣਾ, ਉਹ ਕਹਿੰਦੇ ਨੇ ਕਿ ਜੂਆ ਖੇਡਣੇ ਵਾਲਾ ਅਮੀਰ ਨਹੀਂ ਹੁੰਦਾ, ਜੂਆ ਕਰਾਣੇ ਵਾਲਾ ਅਮੀਰ ਹੁੰਦਾ। ਹਾਂਜੀ, ਬਿਲਕੁਲ ਸਹੀ ਗੱਲ ਹੈ। ਹਾਂਜੀ, ਤੇ ਪ੍ਰਾਪਰਟੀਆਂ ਦੀ ਆਕਸ਼ਨ ਇੱਕ ਜੂਆ ਹੈਗਾ, ਜੂਆ ਸਮਝਣ ਭਾਜੀ, ਗੈਂਬਲ ਹੈਗੀ। ਹਾਂਜੀ ਹਾਂਜੀ। ਪ੍ਰਾਪਰਟੀਆਂ, ਸ਼ਾਇਦ ਮੇਰੀ ਗੱਲ ਥੋੜਾ ਮੁਨਾਸਬ ਨਾ ਹੋਵੇ, ਸ਼ਾਇਦ ਕਈਆਂ ਲੋਕਾਂ ਨੂੰ ਬੁਰੀ ਲੱਗੇ, ਹਾਂਜੀ, ਆਕਸ਼ਨ ਤੋਂ ਪ੍ਰਾਪਰਟੀਆਂ ਵੇਚੋ, ਆਕਸ਼ਨ ਤੋਂ ਪ੍ਰਾਪਰਟੀਆਂ ਲਓ ਨਾ। ਹਾਂਜੀ, ਇਹ ਥੋੜਾ ਜਿਹਾ ਸੋਚਣਾ ਇਸ ਗੱਲ ਨੂੰ। ਬਿਲਕੁਲ। ਇਹ ਮੈਂ ਗੱਲ ਕਿਉਂ ਆਖੀ ਆ, ਕਿਉਂਕਿ ਮੈਂ ਵੀ ਬੜੇ ਪੈਸੇ ਜ਼ਾਇਆ ਕੀਤੇ ਨੇ ਆਕਸ਼ਨ ਦੀ ਪ੍ਰਾਪਰਟੀਆਂ 'ਚ। ਠੀਕ ਠੀਕ। ਅੱਛਾ, 2-3 ਵਜ੍ਹਾ। ਆਕਸ਼ਨ ਦੀ ਪ੍ਰਾਪਰਟੀ ਤਦੋਂ ਲਓ, ਠੀਕ ਆ। ਆਕਸ਼ਨ ਵਿੱਚ ਪ੍ਰਾਪਰਟੀ ਤਦੋਂ ਲਓ ਜਦੋਂ ਕੋਲ ਆਪਾਂ ਕੋਲ ਜ਼ਿਆਦਾ ਕੈਸ਼ ਹੋ। ਹਾਂਜੀ। ਆਕਸ਼ਨ ਵਿੱਚ ਪ੍ਰਾਪਰਟੀ ਤਦੋਂ ਲਓ ਜਾਂ ਜਿਹੜਾ ਵੇਚਣੇ ਵਾਲਾ ਮਜਬੂਰ ਹੋ। ਠੀਕ ਹੈ ਜੀ। ਠੀਕ ਆ। ਹਾਂਜੀ, ਠੀਕ ਹੈ ਨਾ। ਵੈਸੇ ਆਕਸ਼ਨ ਤੋਂ ਪ੍ਰਾਪਰਟੀ ਨਾ ਲਓ। ਅੱਛਾ, ਆਕਸ਼ਨ ਇੱਕ ਹੋਰ ਫਾਇਦਾ ਹੈ ਕਿ 28 ਦਿਨਾਂ ਦੇ ਅੰਦਰ ਕੰਪਲੀਸ਼ਨ ਕਰਨੀ ਹੁੰਦੀ ਹੈ। ਠੀਕ ਹੈ, ਫਾਇਦਾ ਆਕਸ਼ਨ ਵਿੱਚ। ਵੈਸੇ ਜਿਹੜੀ ਕਨਵੈਂਸਿੰਗ ਜਿਹਨੂੰ ਕਹਿੰਦੇ ਨੇ, ਪ੍ਰਾਪਰਟੀ ਦੇ ਜਿਹੜੇ ਵਕੀਲ ਹੁੰਦੇ ਨੇ ਕਨਵੈਂਸ਼ਨ ਕਹਿੰਦੇ ਨੇ, ਇਸ ਪ੍ਰੋਸੈਸ ਨੂੰ ਕਨਵੈਂਸਿੰਗ ਕਹਿੰਦੇ ਨੇ। ਜਿਹੜੇ ਪ੍ਰਾਪਰਟੀਆਂ ਦੇ ਕਨਵੈਂਸਿੰਗ ਹੁੰਦੀ ਹੈ ਉਹ ਬਾਅਦ ਦਫਾ ਬੜੀ ਲੰਬੀ ਚਲੀ ਜਾਂਦੀ ਹੈ, ਕਿਉਂਕਿ ਉਹ ਚੇਨ ਸੇਲ ਦੀ ਹੁੰਦੀ ਹੈ ਕਿ ਬਈ ਮੈਂ ਇਹ ਪ੍ਰਾਪਰਟੀ ਵੇਚੂੰਗਾ ਤੇ ਦੂਜੀ ਲਊਂਗਾ, ਤੇ ਦੂਜੇ ਕੋਲ ਪੈਸੇ ਆਉਣਗੇ ਤੇ ਤੀਜੀ ਲਊਗਾ ਜਾਂ ਇਹ ਲਊਗਾ। ਉਹ ਚੇਨ ਵੱਧਦੇ ਵੱਧ ਜਾਂਦੀ ਹੈ। ਮੇਰੇ ਕੋਲ ਆਪਣੀਆਂ ਕਈ ਪ੍ਰਾਪਰਟੀਆਂ 8-8 ਮਹੀਨੇ ਹੋ ਗਏ, ਉਹ ਹਾਲੀ ਚੇਨ ਸੇਲ ਨਹੀਂ ਖਤਮ ਹੋ ਰਹੀ, ਜਾਂ ਜਿਹੜੇ ਮਰਨੇ ਵਾਲੇ ਮਰ ਗਏ ਉਹਨਾਂ ਦੀ ਜਿਹੜੀ ਵਿਲਸ ਜਾਂ ਪ੍ਰੋਬੇਟ ਜਾਂ ਗ੍ਰਾਂਟ ਆਫ ਪ੍ਰੋਬੇਟ ਉਹ ਨਹੀਂ ਮਿਲਦੀ, ਉਹ ਤੱਜੋ ਵੀ ਲੰਮੀਆਂ ਚਲੀ ਜਾਂਦੀਆਂ। ਆਕਸ਼ਨ 'ਚ ਇਹ ਫਾਇਦਾ ਹੁੰਦਾ ਕਿ ਕੈਸ਼ ਦਾ ਸੌਦਾ ਹੁੰਦਾ, ਨੋਰਮਲੀ ਕੈਸ਼ ਦਾ ਸੌਦਾ ਹੁੰਦਾ, ਔਨ ਦਾ ਸਪੌਟ 10% ਦਿੱਤਾ, 28 ਦਿਨਾਂ ਦੇ ਅੰਦਰ ਕੰਪਲੀਸ਼ਨ ਕੀਤੀ, ਤੇ 28 ਤੇ 29 ਦਿਨਾਂ ਦੇ ਅੰਦਰ ਤੁਸੀਂ ਰੈਂਟ ਤੇ ਚਾਰਜ ਦਿੱਤੀ ਜਾਂ ਸਿਟਿੰਗ ਇਨ ਟੈਨੈਂਟ ਦੇ ਨਾਲ ਲਿੱਤੀ, ਤੇ ਉਹ ਉਸ ਤਰ੍ਹਾਂ ਵੀ ਠੀਕ ਹੁੰਦਾ। ਜਾਂ ਜਦੋਂ 3-4 ਬੰਦੇ ਮਿਲ ਕੇ ਕੈਸ਼ ਤੇ ਪ੍ਰਾਪਰਟੀ ਲੈ ਲਵਣ ਤਾਂ ਵੀ ਫਾਇਦਾ ਹੁੰਦਾ। ਠੀਕ ਜੀ। ਆਕਸ਼ਨ ਦਾ ਇਹ ਫਾਇਦਾ ਹੁੰਦਾ। ਹਾਂਜੀ ਹਾਂਜੀ ਹਾਂਜੀ। ਇਹ ਇੱਕ ਤੁਸੀਂ ਇਹਦੇ ਨਾਲ ਹੋਰ ਗੱਲ ਜੋੜ ਦਿੱਤੀ ਜੀ, ਸਿਟਿੰਗ ਇਨ ਟੈਨੈਂਟ ਦੀ। ਹਾਂਜੀ। ਜੇ ਹੁਣ ਪ੍ਰਾਪਰਟੀ ਆਪਾਂ ਆਕਸ਼ਨ ਦੇ ਉੱਤੇ ਪ੍ਰਾਪਰਟੀ ਲੈ ਲਈ ਜਾਂਦੀ, ਟੈਨੈਂਟ ਆਲਰੇਡੀ ਵਿੱਚ ਹੈਗਾ, ਉਹ ਜਦੋਂ 28 ਦਿਨ ਦੇ ਬਾਅਦ ਆਟੋਮੈਟਿਕਲੀ ਕੰਟਰੈਕਟ ਨਵੇਂ ਓਨਰ ਤੇ ਚੱਲ ਜਾਊਗਾ ਜੀ। ਨਵੀਂ ਗੱਲ, ਸੋਹਣੀ ਗੱਲ ਕੀਤੀ, ਇਹਨੂੰ ਕਹਿੰਦੇ ਟੈਨੈਂਟ ਇਨ ਸੀਟੂ। ਠੀਕ ਹੈ, ਜਾਂ ਲਾਅ ਦੀ ਟਰਮ ਹੈਗੀ ਆ, ਜਦੋਂ ਆਪਾਂ ਇਸ ਨੂੰ ਕਹਿੰਦੇ ਲੀਗਲ ਪੈਕ। ਹਾਂਜੀ। ਇੱਕ ਗੱਲ ਮੈਂ ਚਲੋ ਬੜੀ ਅੱਛੀ ਗੱਲ ਕੀਤੀ ਪ੍ਰਾਪਰਟੀਆਂ ਦੀ, ਜਦੋਂ ਆਪਣੇ ਬੰਦੇ ਪ੍ਰਾਪਰਟੀਆਂ ਲੈਂਦੇ ਭਲੇ ਆਕਸ਼ਨ ਤੋਂ ਲਵਣ ਜਾਂ ਭਲੇ ਕਿਸੇ ਹੋਰ ਤਰੀਕੇ ਨਾਲ ਲਵਣ, ਕਿਉਂਕਿ ਆਕਸ਼ਨ ਦੀ ਜਿਹੜੀ ਸੇਲ ਪਰਚੇਸ ਹੁੰਦੀ ਹੈ ਉਹ ਬੜੇ ਝਟਕੇ ਵਾਲੀ ਹੁੰਦੀ ਹੈ। ਆਪਣਾ ਜਲਦੀ ਕਰਨਾ, ਅੱਧੇ ਘੰਟੇ ਦੇ ਅੰਦਰ ਜਾਂ 5 ਮਿੰਟ ਦੇ ਅੰਦਰ ਬੋਲੀ ਚੱਕ ਕੇ ਆਪਾਂ ਨੇ ਪ੍ਰਾਪਰਟੀ ਸਿਕਿਉਰ ਕਰਨੀ ਆ। ਠੀਕ ਹੈ, ਕਿਉਂਕਿ ਰੇਸ ਚੱਲ ਰਹੀ ਹੁੰਦੀ ਆ। ਬਿਲਕੁਲ ਜੀ। ਜਿਹੜਾ ਲੀਗਲ ਪੈਕ ਹੁੰਦਾ ਪਲੀਜ਼ ਪੜ੍ਹ ਲਿਆ ਕਰੋ। ਪ੍ਰਾਪਰਟੀ ਦੇ ਅੰਦਰ ਇੱਕ ਅਸੂਲ ਹੋਗਾ, ਪ੍ਰਾਪਰਟੀ ਲਾਅ ਦੇ ਅੰਦਰ ਇੱਕ ਅਸੂਲ ਹੋਗਾ,
ਜਿਹਨੂੰ ਆਪਣਾ ਪੰਜਾਬੀ ਜਾਂ ਉਰਦੂ ਹਿੰਦੀ 'ਚ ਕਹਿੰਦੇ ਮੁਸ਼ਤਰੀ ਹੁਸ਼ਿਆਰ ਬਾਸ਼ ਕੈਵੀਏਟ ਐਮਟਰ। ਠੀਕ ਹੈ ਇਹਦਾ ਜੀ। ਮਤਲਬ ਹੈ ਕਿ ਜਿਹੜਾ ਲੈਣੇ ਵਾਲਾ ਹੈਗਾ ਪ੍ਰਾਪਰਟੀ ਹਾਂਜੀ। ਉਹ ਆਪਣੀ ਅੱਖਾਂ ਖੋਲ ਕੇ ਪ੍ਰਾਪਰਟੀਆਂ ਲਵੇ, ਠੀਕ ਹੈ। ਵੇਚਣ ਵਾਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਆ। ਹਾਂਜੀ। ਔਰ ਆਕਸ਼ਨ ਵਾਲੇ ਕੀ ਕਰਦੇ, ਉਹ ਕਹਿੰਦੇ ਜਿਸ ਸਾਰਾ ਕੁਝ ਆਪਣਾ ਅਸਾਂ ਲਾ ਦਿੱਤਾ ਆਨਲਾਈਨ। ਹਾਂਜੀ। ਇਹ ਤੁਸਾਂ ਦੀ ਡਿਊਟੀ ਆ ਜਾਂ ਤੁਸਾਂ ਦੇ ਵਕੀਲ ਦੀ ਡਿਊਟੀ ਆ, ਉਹ ਪੜ੍ਹ ਕੇ ਪ੍ਰਾਪਰਟੀ ਲਓ। ਠੀਕ, ਠੀਕ। ਸਾਡਾ ਕੋਈ ਜ਼ਿੰਮਾ ਨਹੀਂ। ਹਾਂਜੀ। ਅਸਾਂ ਨੇ ਸਾਰਾ ਕੁਝ ਲਾਤਾ, ਪੜਾਓ, ਵਕੀਲ ਕਰੋ। ਸੋਲਡ ਐਜ਼ ਸੀਨ ਹੋ ਗਿਆ ਜੀ ਹਾਂਜੀ, ਸੋਲਡ ਐਜ਼ ਸੀਨ ਹੋ ਗਿਆ, ਸੋਲਡ ਐਜ਼ ਸੀਨ ਹੋ ਗਈ। ਹਾਂਜੀ। ਉਸ ਵਿੱਚ ਕੋਈ ਡਿਫੈਕਟ ਨਿਕਲ ਆਇਆ ਜਾਂ ਟੈਨੈਂਟ ਜਿਹੜਾ ਇਨ ਸਿਟਿੰਗ ਜਾਂ ਸਿਟਿੰਗ ਟੈਨੈਂਟ ਹੋਗਾ, ਹਾਂਜੀ। ਉਹ ਫਿਰ ਤੁਸਾਂ ਦਾ ਮਸਲਾ ਹੈਗਾ, ਸਾਡਾ ਮਸਲਾ ਨਹੀਂ ਹੈ। ਤੁਸਾਂ ਨੇ 10% ਦੇਤਾ, ਹਾਂਜੀ, ਉਹ ਤਾਂ ਗਿਆ ਤੁਸਾਂ ਜ਼ਬਤ ਹੋ ਗਿਆ। ਬਿਲਕੁਲ ਬਿਲਕੁਲ। ਹਾਂਜੀ, ਪਹਿਲੇ ਉਹ 'ਚ ਦੋ ਚੀਜ਼ਾਂ ਚੱਲ ਗਈਆਂ ਜੀ ਆਕਸ਼ਨ ਦੇ ਉੱਤੇ। ਜਦੋਂ ਪ੍ਰਾਪਰਟੀ ਤੁਹਾਡੇ ਨਾਂ ਤੇ ਟੁੱਟ ਗਈ, ਪ੍ਰਾਪਰਟੀ ਟੁੱਟ ਜਾਂਦੀ ਆ, ਪਹਿਲੀ ਗੱਲ ਤਾਂ 10% ਜਿਹੜੀ ਉਹਦਾ ਡਾਊਨ ਪੇਮੈਂਟ ਉਹ ਕੱਢ ਲਈ ਜਾਂਦੀ ਹੈ। ਦੂਸਰਾ ਆਕਸ਼ਨ ਦੀ ਫੀਸ ਵੀ ਨਾਲੇ ਕੱਢ ਲਈ ਜਾਂਦੀ ਨਾ। ਬਿਲਕੁਲ। ਬੰਦੇ ਨੂੰ ਤਾਂ ਪੈਂਦੀ ਸੱਟੇ ਝਟਕਾ ਲੱਗ ਜਾਂਦਾ, ਉਹ ਤਾਂ ਕਿਸੇ ਪਾਸੇ ਨੱਠਣ ਜੋਗਾ ਉਹ ਛੱਡ ਮੈਂ ਕਹਿੰਦਾ ਕਿ ਜੂਆ ਕਰਾਣੇ ਵਾਲਾ ਫਾਇਦੇ ਰਹਿੰਦਾ, ਜੂਆ ਖੇਡਣੇ ਵਾਲਾ ਫਾਇਦੇ ਘੱਟ ਹੀ ਰਹਿੰਦਾ। ਹਾਂਜੀ, ਹਾਂਜੀ। ਇਹ ਮੈਂ ਮਿਸਾਲ ਕਿਸੇ ਵਜ੍ਹਾ ਤੋਂ ਆਖੀ ਆ। ਹਾਂਜੀ। ਠੀਕ ਆ। ਤੇ ਇਹ ਅੱਖਾਂ ਖੋਲ ਕੇ, ਕੰਨ ਖੋਲ ਕੇ, ਅੱਖਾਂ ਖੋਲ ਕੇ ਸੁਣ ਕੇ ਫਿਰ ਪ੍ਰਾਪਰਟੀਆਂ ਲਓ। ਹਾਂਜੀ। ਕਿਉਂਕਿ ਭਾਜੀ ਮੈਂ ਸਹੀ ਦੱਸਾਂ, ਅਸੀਂ ਸਾਰੀਆਂ ਚੀਜ਼ਾਂ ਕਿਤਾਬਾਂ ਤੋਂ ਪੜ੍ਹ ਕੇ ਕੱਢ ਆਪਣੇ ਤਜਰਬੇ ਨਾਲ ਕੀਤੀਆਂ ਨੇ। ਅਸਾਂ ਵੀ ਬੜੇ ਪੈਸੇ ਜ਼ਾਇਆ ਕੀਤੇ ਨੇ। ਹਾਂਜੀ। ਤੇ ਇਸ ਵਾਸਤੇ ਆਪਣੇ ਭੈਣ ਭਾਈਆਂ ਨੂੰ ਅੱਜ ਸ਼ੋਅ ਕਰਨ ਦਾ ਮਕਸਦ ਇਹੀ ਹੈਗਾ ਕਿ ਜੋ ਗਲਤੀਆਂ ਅਸਾਂ ਕੀਤੀਆਂ ਤੁਸੀਂ ਨਾ ਕਰੋ। ਹਾਂਜੀ, ਬਿਲਕੁਲ। ਠੀਕ ਆ। ਤਾਂ ਹੀ ਦੱਸਣ ਦਾ ਮਕਸਦ ਆ। ਕਮਰਸ਼ੀਅਲ ਨੌਲੇਜ ਕੋਈ ਵਕੀਲ ਜਾਂ ਕੋਈ ਬੰਦਾ ਇਤਨਾ ਖੁੱਲ ਕੇ ਸਿੱਧੇ ਲਫ਼ਜ਼ਾਂ ਸ਼ਬਦਾਂ ਨਹੀਂ ਦੱਸੂਗਾ। ਹਾਂਜੀ, ਅਸੀਂ ਇਸ ਵਾਸਤੇ ਦੱਸ ਰਹੇ ਹਾਂ ਕਿ ਯਾਰ ਹਾਂਜੀ। ਜੋ ਗਲਤੀਆਂ ਸਾਡੇ ਕੋਲ ਭਾਈ ਸਾਹਿਬ ਤੁਸੀਂ ਨਾ ਇਹ ਗਲਤੀਆਂ ਕਰਨਾ। ਠੀਕ ਹੈ ਜੀ। ਠੀਕ ਆ। ਤੇ ਬਿਲਕੁਲ ਜੀ। ਤੇ ਕਿਉਂਕਿ ਟਾਈਮ ਆਪਣੇ ਕੋਲ ਤਕਰੀਬਨ 7-8 ਮਿੰਟ ਦੇ ਰਹਿ ਗਿਆ ਜੀ। ਤੇ ਉਹੀ ਮੈਂ ਗੱਲ ਕਰਦਾ ਵੀ ਜੇ ਕਿਸੇ ਦਰਸ਼ਕ ਨੇ ਕੋਲ ਕਰਨੀ ਹੋਵੇ ਤਾਂ ਜਰੂਰ ਕੋਲ ਕਰ ਸਕਦਾ। ਤੇ ਫਿਰ ਕਿਉਂਕਿ ਗਾਂ ਵਾਸਤੇ ਵੀ ਆਪਾਂ ਕੋਸ਼ਿਸ਼ ਕਰਾਂਗੇ 7:30 ਤੋਂ ਤਕਰੀਬਨ ਕੋਲਾਂ ਖੋਲ ਦਿੱਤੀਆਂ ਜਾਣਗੀਆਂ। ਬਿਲਕੁਲ ਭਾਜੀ, ਤੁਸਾਂ ਦੀ ਹਾਂਜੀ, ਮਾਲਕ ਕੋ ਗੁਰੂ ਜੋ ਨਹੀਂ ਅੱਜ ਇਦਾਂ ਹੋ ਗਿਆ ਜੀ, ਗੱਲਾਂ ਬਾਤਾਂ ਦੇ ਵਿੱਚ ਨਾ ਪਤਾ ਨਹੀਂ ਲੱਗਿਆ ਕਿ ਟਾਈਮ ਕਦੋਂ ਹੋ ਗਿਆ ਜੀ। ਭਾਜੀ ਗੱਲਾਂ ਇਤਨੀ ਸੋਹਣੀਆਂ, ਤੁਸੀਂ ਸਵਾਲ ਪੁੱਛੇ। ਸਵਾਲਾਂ 'ਚ ਮੈਂ ਵੀ ਸਵਾਲ ਪੁੱਛੇ ਕਿ ਇੱਕ ਬੜੀ ਨੌਲੇਜੇਬਲ, ਮੈਂ ਵੀ ਗੱਲਾਂ ਕਰਕੇ ਦੱਸ ਕੇ ਜ਼ਿਆਦਾ ਕਰਕੇ ਹਰ ਇਨਸਾਨ ਸਿੱਖਦਾ। ਬਿਲਕੁਲ। ਹਾਂਜੀ, ਹਾਂਜੀ। ਤੇ ਜਰੂਰ ਜੀ ਕਿਸੇ ਵੀ ਕੋਲਰ ਨੇ, ਦਰਸ਼ਕ ਨੇ ਕੋਲ ਕਰਨੀ ਹੋਵੇ ਤਾਂ ਜਰੂਰ ਜੀ ਜਿਹੜੇ 5-7 ਮਿੰਟ ਹੈਗੇ ਇਹਦੇ ਵਿੱਚ ਆਪਣਾ ਸਵਾਲ ਛੋਟਾ ਰੱਖ ਕੇ ਸਵਾਲ ਤੇ ਜਰੂਰ ਪੁੱਛ ਸਕਦਾ ਰਸ਼ੀਦ ਉਹਨਾਂ ਨੂੰ। ਤੇ ਬਾਕੀ ਜੇਕਰ ਅੱਜ ਨਹੀਂ ਵੀ ਚਾਂਸ ਲੱਗਦਾ ਤੇ ਗਾਂ ਵੀ ਫਿਰ ਹਰੇਕ ਵੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਕਰਨਗੇ ਜਵੇਰ ਰਸ਼ੀਦ ਜੀ। ਤੇ ਬਿਲਕੁਲ ਜੀ ਇਹ ਉੱਤੋਂ ਇੱਕ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਗਈ ਜੀ, ਇੱਥੇ ਤਾਂ ਹੁਣ ਟੀਵੀ ਤੇ ਬੈਠ ਕੇ ਦਰਸ਼ਕਾਂ ਨੇ ਸੁਣ ਲਿਆ ਜੀ। ਤੇ ਜੇ ਹੁਣ ਲੋਕੀ ਕੋਈ ਵੀ ਕੋਈ ਪ੍ਰਾਪਰਟੀ ਲੈਣੀ ਚਾਹੁੰਦਾ ਜਾਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ, ਚਾਹੇ ਕੋਈ ਇਮੀਗ੍ਰੇਸ਼ਨ ਵੀਜ਼ਾ ਜਾਂ ਆਪਾਂ ਨਵੇਂ ਗੱਲ ਕੀਤੀ ਸੀ ਡਰਾਈਵਰਾਂ ਦੀ ਸ਼ੋਰਟੇਜ ਦੇ, ਉਹ ਕੱਲ ਤੋਂ ਕੋਈ ਨਵੇਂ ਐਲਾਨ ਹੋ ਸਕਦੇ ਆ, MNST ਦਾ, ਕੋਈ ਵੀ ਕਿਸੇ ਨੇ ਕੋਈ ਵੀ ਤਰ੍ਹਾਂ ਦਾ ਕਿਸੇ ਦਾ ਤੁਹਾਨੂੰ ਮਿਲਣਾ ਚਾਹੁੰਦਾ ਹੋਵੇ ਜੀ, ਫਿਰ ਉਹ ਕਿਹੜੇ ਆਪਣੇ ਕੋਲ ਕੰਟੈਕਟ ਡਿਟੇਲ ਕਿੱਥੋਂ ਮਿਲ ਸਕਦੇ ਜੀ ਤੁਹਾਨੂੰ? ਇਹ ਭਾਜੀ ਤੁਸਾਂ ਦੇ ਹੱਥ 'ਚ ਸਾਰਾ, ਤੁਸੀਂ ਪ੍ਰੋਗਰਾਮ ਦੇ ਜਿਹੜਾ ਤੁਸਾਂ ਦੀ ਟੀਮ ਹੈਗੀ ਆ ਉਹ ਨੰਬਰ ਦੇ ਸਕਦਾ। ਠੀਕ ਹੈ ਜੀ। ਤੇ ਅਸੀਂ ਤੇ ਓਬਵੀਅਸਲੀ ਤੁਸਾਂ ਦੇ ਜਿਹੜੇ ਐਡਮਿਨ ਟੀਮ ਹੋ ਗਈ ਹੈ ਉਹਨਾਂ ਕੋਲ ਨੰਬਰ ਲੈ ਸਕਦੇ। ਬਿਲਕੁਲ। KTV ਦੇ ਉੱਤੇ ਸਟੂਡੀਓ ਦੇ ਵਿੱਚ ਫੋਨ ਕਰਕੇ ਰਾਬਤਾ ਕਿਵੇਂ ਹੋ ਸਕਦਾ ਕਰਨ ਤੇ ਅਸੀਂ ਫਿਰ ਉੱਥੋਂ ਹੀ। ਤੇ ਬੇਸਿਕਲੀ ਨਾਰਮਲੀ ਜਿਹੜਾ ਆਪਣਾ ਬੇਸ ਹੈ ਉਹ ਬਰਮਿੰਘਮ ਦੇ ਵਿੱਚ ਹੈ ਜੀ ਭਾਜੀ। ਇਹ ਆਪਣੀ ਬੇਸ ਬਰਮਿੰਘਮ ਵਿੱਚ ਵੀ ਹੈਗੀ ਆ, ਆਪਣੀ ਬੇਸ ਲੰਡਨ ਵਿੱਚ ਵੀ ਹੈਗੀ ਆ। ਠੀਕ ਹੈ ਜੀ। ਤੇ ਆਪਣੀ ਬੇਸ ਲੋਕਾਂ ਦੇ ਦਿਲਾਂ ਵਿੱਚ ਵੀ ਹੈਗੀ ਆ। ਠੀਕ ਹੈ, ਬਿਲਕੁਲ ਜੀ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਅਸੀਂ ਤੁਸੀਂ ਔਰ ਤੁਸੀਂ ਖਾਲੀ ਵਰਡ ਪੰਜਾਬੀ ਬੋਲ ਦੋ ਤਾਂ ਅਸੀਂ ਵੈਸੇ ਹੀ ਹਰਕਤ ਜਾ ਜਾਂਦੇ ਆ ਕਿ ਆਪਣਾ ਪੰਜਾਬੀ ਭੈਣ ਪਾਈਏ ਤੇ ਬਸ ਜਾਨ ਵੀ ਦੇ ਦਿਓ। ਹਾਂਜੀ। ਇੱਕ ਕਾਲ ਆਪਣੇ ਕੋਲ ਇੱਕ ਆਈ ਹੈ, ਸੌਰੀ ਕਾਲ ਵੀ ਲਓ। ਤੇ ਅਸੀਂ ਜਿਹੜੀ ਕੰਸਲਟੇਸ਼ਨ ਫ੍ਰੀ ਰੱਖੀ ਹੈ ਪੰਜਾਬੀਆਂ ਦੇ ਕਾਰਨ ਹੀ ਰੱਖੀ ਆ। ਠੀਕ ਹੈ, ਠੀਕ ਹੈ, ਠੀਕ ਹੈ। ਇਹ ਵੀ ਮੈਂ ਐਡ ਕਰਦਾ ਜਾਵਾਂ। ਸਾਡਾ ਪਿਆਰ ਤੁਹਾਡੇ ਨਾਲ ਐਡਾ ਜ਼ਿਆਦਾ ਹੈ। ਇਹ ਜੀਤ ਭਾਜੀ ਨੂੰ ਜਿਹੜੀ ਗੱਲ ਪਤਾ ਹੈ ਚੰਗੀ ਤਰ੍ਹਾਂ। ਠੀਕ ਹੈ। ਹਾਂਜੀ, ਦੇਖਦੇ ਹਾਂ ਜੀ ਕੋਲ ਤੇ ਕੌਣ ਹੈ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਜੀ ਮੋਨੂ ਬੋਲਦਾ ਇਧਰੋਂ ਲੰਡਨ ਤੋਂ। ਹਾਂਜੀ, ਹਾਂਜੀ, ਹਾਂਜੀ। ਮੋਨੂ ਜੀ ਕੀ ਪੁੱਛਣਾ ਚਾਹੋਗੇ ਜੀ ਤੁਸੀਂ ਰਸ਼ੀਦ ਉਹਨਾਂ ਨੂੰ ਜੀ? ਅੱਛਾ, ਮੈਂ ਪੁੱਛਣਾ ਚਾਹੁੰਦਾ ਜਿੱਦਾਂ ਮੇਰੇ ਕੋਲ ਇੱਕ ਪ੍ਰਾਪਰਟੀ ਆ। ਠੀਕ ਹੈ ਜੀ। ਮੈਂ ਦੂਸਰੀ ਖਰੀਦਣੀ ਚਾਹੁੰਦਾ। ਠੀਕ ਹੈ ਜੀ। ਤੇ ਉਹਦੇ ਵਿੱਚ ਮੈਨੂੰ ਕਿੰਨਾ % ਡਿਪੋਜ਼ਿਟ ਰੱਖਣਾ ਪਊਗਾ? ਹਾਂਜੀ, ਦੂਸਰੀ ਤੁਸੀਂ ਬਾਏ ਟੂ ਲੈਟ ਖਰੀਦਣਾ ਚਾਹੁੰਦੇ ਜੀ? ਦੂਸਰੀ, ਹਾਂਜੀ, ਦੂਸਰੀ ਪ੍ਰਾਪਰਟੀ ਖਰੀਦਣਾ ਚਾਹੁੰਦਾ। ਹਾਂਜੀ, ਹਾਂਜੀ, ਬਿਲਕੁਲ ਤੁਸੀਂ ਸਮਝ ਗਏ। ਮੈਂ ਸਵਾਲ ਨਹੀਂ ਸਮਝਿਆ, ਦੁਬਾਰਾ ਤੋਂ ਇੱਕ ਪ੍ਰਾਪਰਟੀ ਇਹਨਾਂ ਕੋਲ ਹੈਗੀ ਆ ਜੀ। ਹਾਂਜੀ। ਆਲਰੇਡੀ ਓਨ ਪ੍ਰਾਪਰਟੀ ਕਰਦੇ, ਰੈਜ਼ੀਡੈਂਟ ਜਿਹਦੇ ਵਿੱਚ ਰਹਿ ਰਿਹਾ ਆ। ਤੇ ਬਾਏ ਟੂ ਲੈਟ ਲਈ ਕਹਿੰਦੇ ਹੋਰ ਪ੍ਰਾਪਰਟੀ ਖਰੀਦਣੀ ਚਾਹੁੰਦਾ। ਵੈਰੀ ਗੁੱਡ। ਤੇ ਇਹ ਤੁਹਾਡਾ ਸਵਾਲ ਹੈ ਵੀ ਡਿਪੋਜ਼ਿਟ ਤੁਹਾਨੂੰ ਕਿੰਨਾ ਕੁ ਚਾਹੀਦਾ ਜੀ? ਠੀਕ ਹੈ। ਡਿਪੋਜ਼ਿਟ ਕਿੰਨਾ ਚਾਹੀਦਾ? ਤੇ ਇੱਕ ਮੇਰੇ ਕੋਲ ਵੀਜ਼ਾ 2.5 ਸਾਲ ਦਾ, ਮੈਂ ਦੂਜੀ ਪ੍ਰਾਪਰਟੀ ਲੈ ਸਕਦਾ? ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਭਾਜੀ। ਸਵਾਲ ਖਤਮ ਹੋ ਗਿਆ ਨਾ? ਹਾਂਜੀ, ਹਾਂਜੀ। ਅੱਛਾ, ਜਿਸ ਬੰਦੇ ਕੋਲ ਇੱਕ ਪ੍ਰਾਪਰਟੀ ਹੈਗੀ ਆ, ਠੀਕ ਆ, ਔਰ ਦੂਜੀ ਲੈਣਾ ਚਾਹੁੰਦਾ, ਠੀਕ ਆ, ਤੇ ਬਿਲਕੁਲ ਲੈ ਸਕਦਾ। ਦੋ ਚੀਜ਼ਾਂ ਬੈਂਕ ਤੱਕ ਦਾ। ਹਾਂਜੀ। ਕਿ ਜਿਹੜੀ ਪ੍ਰਾਪਰਟੀ ਆਪਨੇ ਪਹਿਲੇ ਲਈ उसकी मॉर्गेज कितनी पुरानी होगी। ठीक है जी। नॉर्मली मॉर्गेज ब्रोकर ही कहते
ਕਿ 6 ਮਹੀਨੇ ਤੱਕ ਮੌਰਗੇਜ ਪੂਰੀ ਕਰੋ, ਠੀਕ ਹੈ ਉਸ ਜੀ। ਤੋਂ ਬਾਅਦ ਦੂਸਰੀ ਮੌਰਗੇਜ ਅਪਲਾਈ ਕਰੋ। ਠੀਕ ਹੈ। ਦੂਜੀ ਗੱਲ ਇਹ ਤੱਕੋ, ਫਰਜ਼ ਕਰੋ ਅੱਜ ਮੈਂ ਪ੍ਰਾਪਰਟੀ ਲਈ 2020 ਦੇ ਅੰਦਰ 1,50,000 ਦੀ, ਹਾਂਜੀ। 2021 ਇਹਦੀ ਵੈਲਿਊ ਹੋ ਗਈ 1,70,000, ਹਾਂਜੀ। ਔਰ ਪ੍ਰਾਪਰਟੀ ਦੀ ਵੈਲਿਊ 1 ਸਾਲ ਦੇ ਅੰਦਰ 20,000 ਜ਼ਿਆਦਾ ਹੋ ਗਈ, ਹਾਂਜੀ। ਠੀਕ ਹੈ। ਤੇ ਮੇਰੀ ਜਿਹੜੀ ਪਹਿਲੀ ਪ੍ਰਾਪਰਟੀ ਹੈ ਉਹਦੀ ਵਰਥ ਜ਼ਿਆਦਾ ਹੋ ਗਈ, ਬਿਲਕੁਲ ਉਹਦੀ ਜੀ। 6 ਮਹੀਨੇ ਦੀ ਸਾਲ ਦੀ ਮੌਰਗੇਜ ਲੈ ਗਈ। ਹਾਂਜੀ। ਤੇ ਜਦੋਂ ਮੈਂ ਦੂਜੀ ਮੌਰਗੇਜ ਲਾਉਂਗਾ ਹਾਂਜੀ। ਤੇ ਬੈਂਕ ਕਹੂਗਾ ਪਹਿਲੀ ਪ੍ਰਾਪਰਟੀ ਇਹਨੇ ਐਕੁਇਟੀ ਇਹਦੀ ਜ਼ਿਆਦਾ ਹੋ ਗਈ ਆ। ਹਾਂਜੀ, equity ਵਧ ਗਈ, ਠੀਕ ਹੈ ਨਾ, ਹਾਂਜੀ। ਵੱਧ ਗਈ ਆ, ਹਾਂਜੀ। ਤੇ ਬੈਂਕ ਪੈਸੇ ਵੀ ਦਊਗਾ। ਦੂਜੀ ਗੱਲ ਇਹ ਤੁਸੀਂ ਜ਼ਰੂਰ ਕਰਨਾ, ਜਿਸ ਬੈਂਕ ਕੋਲ ਤੁਸੀਂ ਨੇ ਲਈ ਨਾ, ਠੀਕ ਹੈ ਨਾ, ਪਹਿਲੇ ਉਸ ਕੋਲ ਪੁੱਛ ਲਓ ਠੀਕ ਕਿ ਹੈ ਬਈ ਜੀ। ਮੈਂ ਮੌਰਗੇਜਾਂ ਸਹੀ ਤਰ੍ਹਾਂ ਦਿੰਦਾ ਰਿਹਾ ਠੀਕ ਤੇ ਹੁਣ ਮੇਰੀ ਆਮਦਨ ਥੋੜੀ ਜ਼ਿਆਦਾ ਹੋ ਗਈ, ਜਾਂ ਮੇਰੀ ਫਰਜ਼ ਕਰੋ ਘਰ ਵਾਲੀ ਇਹ ਵੀ ਕੰਮ ਕਰਦੀ ਆ, ਹਾਂਜੀ। ਆਮਦਨ ਡਬਲ ਹੋ ਗਈ ਆ, ਡਿਪੋਜ਼ਿਟ ਵੀ ਜਮ੍ਹਾਂ ਹੋ ਗਿਆ, ਹਾਂਜੀ। ਤੇ ਕਿਸ਼ਤਾਂ ਵੀ ਦੇ ਰਿਹਾ, ਤੇ ਹੁਣ ਆਪਾਂ ਨੂੰ ਕੋਈ ਤੁਸੀਂ ਹੋਰ ਕੀ ਕਹਿੰਦੇ ਨੂੰ ਹੋਰ ਐਕਸਟਰਾ ਵਾਧੂ ਮੌਰਗੇਜ ਮੌਰਗੇਜ ਲੈਣੀ ਜੀ, ਜਾਂ ਉਸੇ ਪ੍ਰਾਪਰਟੀ ਤੇ ਰੀਮੌਰਗੇਜ ਵੀ ਕਰਵਾ ਸਕਦੇ ਹੋ। ਠੀਕ ਹੈ। ਠੀਕ ਆ, ਹਾਂਜੀ। ਇਹ ਵੀ ਕਰ ਸਕਦੇ ਹੋ। ਇੱਕ ਹੋਰ ਗੱਲ ਮੈਂ ਐਡ ਕਰਾਂ, 2.5 ਸਾਲਾਂ ਦੇ ਵੀਜ਼ੇ ਦੀ ਜਿਹੜੀ ਹੈਗੀ ਹੈ ਨਾ, ਹਾਂਜੀ। ਬਹੁਤ ਸਾਰੇ ਬੈਂਕ ਦੇ ਰਹੇ ਨੇ। ਠੀਕ ਹੈ। ਇੱਕ ਥੋੜੀ ਜੀ ਮੈਂ ਰਿਕੁਐਸਟ ਕਰਾਂਗਾ, ਕੋਸ਼ਿਸ਼ ਕਰੋ ਕਿ ਮੇਨ ਸਟ੍ਰੀਮ ਬੈਂਕਰਾਂ ਕੋਲ ਜਾਓ, ਠੀਕ ਹੈ ਜਿਹੜੇ ਹਾਈ ਸਟਰੀਟ ਬੈਂਕਰ ਅੱਗੇ, ਹਾਂਜੀ, ਹਾਂਜੀ। ਜਿਹੜੇ ਛੋਟੇ ਅੱਗੇ ਅੱਗੇ ਜਿਹਨੂੰ ਅਸੀਂ ਕਹਿੰਦੇ ਆ ਬ੍ਰਿਜਿੰਗ ਕੰਪਨੀਆਂ, ਉਹਨਾਂ ਕੋਲ ਥੋੜਾ ਹਾਂਜੀ। ਬਚਣਾ, ਕਿਉਂਕਿ ਉਹਨਾਂ ਦੇ ਇੰਟਰਸਟ ਰੇਟ, ਉਹਨਾਂ ਦੀ ਪ੍ਰੋਡਕਟ ਫੀਸ, ਹਾਂਜੀ। ਉਹਨਾਂ ਦੀ ਵੈਲਿਊਏਸ਼ਨ ਫੀਸ, ਉਹਨਾਂ ਦੀ ਜਿਹੜੀ ਟਰਮਸ ਉਹ ਬੜੀ ਸਖਤ ਹੁੰਦੀਆਂ, ਹਾਂਜੀ। ਉਸ ਕੋਲ ਥੋੜਾ ਜਿਹਾ ਬਚਣਾ ਤੁਸੀਂ ਹੈ ਕੋਸ਼ਿਸ਼ ਜੀ। ਕਰੋ। ਹਾਂ, ਅਗਰ ਬਹੁਤ ਮਜਬੂਰੀ ਹੈ ਫਿਰ ਜ਼ਰੂਰ ਜਾਓ, ਹਾਂਜੀ। ਕੋਸ਼ਿਸ਼ ਕਰੋ ਕਿ ਜਿਹੜੇ ਰਿਪਿਊਟੇਬਲ ਬੈਂਕ ਅੱਗੇ ਉਹਨਾਂ ਕੋਲ ਜਾਓ। ਠੀਕ ਹੈ। ਵੈਸੇ ਤਾਂ ਸਾਰੇ ਐਫਸੀਏ ਰੈਗੂਲੇਟਡ ਹੀ ਹੁੰਦੇ, ਹਾਂਜੀ। ਲੇਕਿਨ ਫਿਰ ਵੀ ਥੋੜਾ ਧਿਆਨ ਨਾਲ, ਔਰ ਬ੍ਰੋਕਰ ਚੰਗਾ ਰੱਖਣਾ। ਠੀਕ ਹੈ। ਜਿਹੜਾ ਹਾਂਜੀ, mortgage ਬਿਲਕੁਲ ਜੀ। broker ਹਾਂਜੀ, ਹੋਊਗਾ। ਜਦੋਂ ਕਹਿੰਦੇ ਡਾਕਟਰ ਤੇ ਵਕੀਲ ਚੰਗਾ ਹੋਣਾ ਚਾਹੀਦਾ, ਫਿਰ ਨਹੀਂ ਬੰਦਾ ਧੋਖਾ ਖਾਂਦਾ। ਕੋਲ ਇੱਕ ਬਿਲਕੁਲ। ਹੋਰ ਹੈਗੇ ਜੀ। ਹੈਲੋ। ਹਾਂਜੀ, ਮੇਰੇ ਕੋਲ ਡ੍ਰੌਪ ਹੋ ਗਈ, ਤੇ ਨਾਲ ਦੀ ਨਾਲ ਜੀ ਸੀ ਜੀ ਆਪਣਾ ਟਾਈਮ ਵੀ ਹੋ ਗਿਆ ਜੀ। ਤੇ ਚਲੋ, ਇਹ ਤਾਂ ਜਿਹੜੀ ਮੌਰਗੇਜ ਦੀ ਆਪਾਂ ਗੱਲ ਕੀਤੀ ਜੀ, ਉਹ ਸਵਾਲ ਦੇ ਨਾਲ ਇਹਨੂੰ ਆਪਾਂ ਥੋੜਾ ਵਿਸਥਾਰ ਨਾਲ ਕਰ ਲੈਂਦੇ ਨਾ ਜੀ। ਇਹ ਜਿਹੜੇ ਉਰੇ ਚਲੋ ਕਮਰਸ, ਜਿਹੜੀ ਤੁਸੀਂ ਪਹਿਲਾਂ ਫਸਟ ਟਾਈਮ ਬਾਰ ਦੀ ਗੱਲ ਕੀਤੀ ਸੀ ਨਾ, ਕਿ ਗਵਰਨਮੈਂਟ ਪੈਸੇ ਦਿੰਦੀ ਆ, ਉਹ ਜਿਹੜੀ ਹੈਲਪ ਟੂ ਬਾਏ ਸਕੀਮ ਆ, ਪਰ ਉਹਦੇ ਨਾਲ ਜਦੋਂ ਮੰਨ ਲਓ ਹੁਣ 2 ਲੱਖ ਦਾ ਘਰ ਹੈ ਜੀ, ਤੇ 5% ਫਿਰ ਆਪਾਂ ਨੂੰ 10,000 ਰੱਖਣਾ ਪਊਗਾ ਨਾ, 2 ਲੱਖ ਮਗਰ। ਪਰ ਜਿਹੜੇ ਹੈਲਪ ਟੂ ਬਾਏ ਸਕੀਮ ਆ ਗਵਰਨਮੈਂਟ ਦੀ, ਮੰਨ ਲਓ ਉਹ 20,000 ਮਿਲ ਗਿਆ ਜਾਂ 30,000 ਮਿਲ ਗਿਆ, ਤੇ ਜਿਹੜੀ ਫਿਰ ਮੌਰਗੇਜ ਆ ਫਿਰ ਉਹ ਤਾਂ ਆਪਾਂ ਨੂੰ ਫਿਰ ਉਹ ਜਿੰਨੀ ਮੰਨ ਲਓ 2 ਲੱਖ ਦਾ ਘਰ ਸੀ ਨਾ, ਹਾਂਜੀ। ਤੇ 5% ਤੇ 10,000 ਆਪਣਾ ਡਿਪੋਜ਼ਿਟ ਹੋ ਗਿਆ, 190 ਰਹਿ ਗਿਆ, ਤੇ 30,000 ਗਵਰਨਮੈਂਟ ਨੇ ਦੇ ਦਿੱਤਾ, ਤੇ 160 ਤੇ ਫਿਰ ਆਪਾਂ ਨੂੰ ਮੌਰਗੇਜ ਕਰਾਉਣੀ ਪਊਗੀ 160 ਤੇ। ਜਦੋਂ ਤੁਸੀਂ ਬੈਂਕ ਨੂੰ ਤੁਸੀਂ ਘੱਲਦੇ ਹੋ, ਮੌਰਗੇਜ ਦੀ ਐਪਲੀਕੇਸ਼ਨ ਦਿੰਦੇ ਹੋ, ਜਦੋਂ ਤੁਹਾਡਾ ਬ੍ਰੋਕਰ ਘੱਲਦਾ ਹੈ, ਉਹ ਸਾਰੀਆਂ ਗੱਲਾਂ ਬੈਂਕ ਨੂੰ ਦੱਸਣਾ ਹੈ ਕਿ ਇਹ ਜਿਹੜਾ ਡਿਵੈਲਪਰ ਜਾਂ ਜਿਹੜਾ ਬੰਦਾ ਮਕਾਨ ਵੇਚ ਰਿਹਾ, ਹਾਂਜੀ। ਇਹ ਡਿਵੈਲਪਮੈਂਟ ਕੰਪਨੀ ਹੈਗੀ ਆ। ਠੀਕ ਹੈ ਜੀ। ਠੀਕ ਆ, ਇਹਨੇ ਇਹ ਗਵਰਨਮੈਂਟ ਦੀ ਜਿਹੜੀ ਹੈਲਪ ਟੂ ਬਾਏ ਸਕੀਮ ਦਾ ਮੈਂਬਰ ਹੈਗਾ, ਹਾਂਜੀ। ਇੰਨੇ ਪੈਸੇ ਮਿਲ ਜਾਣੇ ਬੈਂਕ ਤੋਂ। ਠੀਕ ਹੈ ਜੀ। ਕਿਉਂਕਿ ਜਿਹੜਾ ਬੈਂਕ ਦਾ ਜਾਂ ਜਿਹੜਾ ਲੈਂਡਰ ਜਿਹੜਾ ਹੁੰਦਾ, ਉਹਨਾਂ ਦਾ ਸਰਵੇਅਰ ਆਉਂਦਾ, ਵੈਲਿਊ ਵਾਲਾ ਲਗਾਇਆ ਆਉਂਦਾ, ਹਾਂਜੀ। ਉਹ ਉਸ ਦੀ ਵੈਲਿਊਏਸ਼ਨ ਕਰਦਾ ਕਿ ਪ੍ਰਾਪਰਟੀ ਦੀ ਇਤਨੀ ਵੈਲਿਊ ਹੈ, ਉਹ ਇਤਨੇ ਪੈਸੇ ਗਵਰਨਮੈਂਟ ਕੋਲ ਮਿਲਣਗੇ, ਹਾਂਜੀ। ਇਤਨੇ ਨੂੰ ਮਿਲਣਗੇ। ਹਾਂਜੀ। ਅੱਛਾ, ਨਾਲ ਇਹ ਵੀ ਐਡ ਕਰ ਲਵਾਂ, ਜਿਹੜੇ 2.5 ਸਾਲਾਂ ਦਾ ਵੀਜ਼ੇ ਨੇ, ਸ਼ਾਇਦ ਉਹਨਾਂ ਨੂੰ ਹੈਲਪ ਟੂ ਬਾਏ ਨਾ ਮਿਲੇ। ਠੀਕ ਹੈ ਜੀ। ਉਹ ਕਿਉਂਕਿ ਇਹ ਜ਼ਿਆਦਾ ਪ੍ਰੈਫਰ ਕਰਦੇ ਨੇ ਬ੍ਰਿਟਿਸ਼ ਨੂੰ, ਠੀਕ ਜਾਂ ਜਿਹੜੇ ਯੂਰਪੀਅਨ ਸੈਟਲ ਸਟੇਟਸ ਦੇ ਨਾਲ ਹੁੰਦੇ ਹਾਂਜੀ, ਹਾਂਜੀ। ਇਹ ਥੋੜਾ ਤੱਕਣਾ। ਠੀਕ ਹੈ ਲੇਕਿਨ ਜੀ। ਭਾਜੀ ਜਿਹੜੇ 2.5 ਸਾਲਾਂ ਹੁੰਦਾ ਨਾ ਬੰਦਾ, ਉਹਨੂੰ ਕਹਿੰਦੇ ਇੱਕ ਦਫਾ ਮੈਨੂੰ ਮੌਰਗੇਜ ਮਿਲ ਜਾਊ, ਮੈਂ 8-10 ਤੱਕ ਕਿਰਾਇਆ ਤੇ ਜਾਣ ਛੁਡਾਉਣਾ ਚਾਹੁੰਦਾ। ਹਾਂਜੀ। ਹਾਂਜੀ। ਤੇ ਬਿਲਕੁਲ ਜੀ, ਥੈਂਕ ਯੂ ਜੀ, ਤੁਸੀਂ ਆਪਣਾ ਟਾਈਮ ਕੱਢਿਆ, ਸਟੂਡੀਓ ਦੇ ਵਿੱਚ ਆਏ। ਤੁਸਾਂ ਦਾ ਵੀ ਥੈਂਕ ਯੂ, ਸਾਨੂੰ ਬੁਲਾਉਣ ਦਾ, ਪਿਆਰ ਦਾ। ਜਾਣੇ ਫਿਰ ਮੈਂ ਕਹਿ ਦਵਾਂ, ਕਿਉਂਕਿ ਸਾਡੀਆਂ ਆਸਾਂ ਤੇ ਸਾਡੀਆਂ ਉਮੀਦਾਂ ਤੇ ਬੜੇ ਸਾਰੇ ਲੋਕੀ ਇੰਡੀਆ, ਪਾਕਿਸਤਾਨ, ਜਿੱਥੇ ਵੀ UK ਦੇ ਅੰਦਰ ਸੁਪਨੇ ਲੈ ਕੇ ਬੈਠੇ ਨੇ। ਮੈਂ ਫਿਰ ਕਹੂੰਗਾ ਕਿ ਮੈਂ ਪੂਰੀ ਜਾਨ ਮਾਰਿਆ, KTV ਵਾਲੇ ਜਾਨ ਮਾਰਨ, ਜੀਤਾ ਭਾਜੀ ਜਾਨ ਮਾਰਨ। ਅਮਨੈਸਟੀ ਦੀ ਤਹਿਰੀਕਾਂ ਜਿਹੜੀਆਂ ਹੁੰਦੀਆਂ ਰਾਤੋਂ ਰਾਤ ਨਹੀਂ ਹੁੰਦੀਆਂ। ਅਸੀਂ ਇਹ ਨਹੀਂ ਕਿ 19 ਜੁਲਾਈ ਇੱਕ ਦਿਨ ਜਾ ਕੇ 2 ਮਿਲੀਅਨ ਬੰਦਾ ਪੱਕਾ ਕਰਾਵਾਂ, ਇਹ ਜੋ ਨਹੀਂ ਹੋਊਗਾ। ਸਾਡੀ ਹਿੰਮਤ, ਸਾਡੀ ਕੋਸ਼ਿਸ਼, ਅਸੀਂ ਕਦਮ ਚੁੱਕ ਰਹੇ ਹਾਂ, ਛੋਟੇ ਕਦਮ ਚੁੱਕ ਰਹੇ ਹਾਂ, ਸੋਚ ਸਮਝ ਕੇ ਚੁੱਕ ਰਹੇ ਹਾਂ। ਜਿੱਥੇ ਗਵਰਨਮੈਂਟ ਦੀ ਇਕਨੋਮੀ ਡਾਊਨ ਜਾਊਗੀ, ਅਸੀਂ ਉੱਥੇ ਆਪਣਾ ਮੁੱਦਾ ਲੈ ਕੇ ਪਹੁੰਚਾਂਗੇ। ਅਮਨੈਸਟੀ ਅਸੀਂ ਪਿੱਛੇ ਹਟੇ ਨਹੀਂ। ਜ਼ਿਆਦਾਤਰ ਵਕੀਲ ਇਹਨੂੰ ਸਪੋਰਟ ਨਹੀਂ ਵੀ ਕਰਦੇ, ਕਿਉਂਕਿ ਹਰ ਕਿਸੇ ਨੂੰ ਲੱਗੀ ਲਗਾਈ ਖਾਣ ਦੀ ਆਦਤ ਹੁੰਦੀ ਆ। ਜਿਹੜੇ ਲਾਣੇ ਵਾਲੇ ਹੁੰਦੇ ਉਹ ਬੜੇ ਘੱਟ ਬੰਦੇ ਹੁੰਦੇ। ਲਾਣੇ ਵਾਲਾ 20 ਲਾਣੇ ਵਾਲਾ ਇੱਕ ਬੰਦਾ ਹੁੰਦਾ। ਪੇੜ ਤੋਂ ਜਿਹੜੇ ਫਲ ਪੱਟ ਕੇ ਖਾਣੇ ਵਾਲੇ ਪੂਰੀ ਆਵਾਮ ਹੁੰਦੀ ਆ। ਅਸੀਂ ਲੱਗੇ ਪਿਆ ਆਪਣਾ ਕੀਮਤੀ ਟਾਈਮ ਕੱਢ ਕੇ, ਜੀਤਾ ਭਾਜੀ ਦੇ ਮਗਰ ਵੀ ਪਈਦਾ, ਤੁਸਾਂ ਦੇ ਮਗਰ ਵੀ ਪਈਦਾ, KTV ਦੇ ਮਗਰ ਵੀ ਪਈਦਾ, MPਆਂ ਦੇ ਮਗਰ ਵੀ ਪਈਦਾ, ਹਰ ਬੰਦੇ ਦੇ ਮਗਰ ਪਈਦਾ ਕਿ ਸਾਡੀ ਜਿਹੜੀ ਇੱਕ ਤਹਿਰੀਕ ਹੈਗੀ ਆ, ਜਿਹੜੀ ਪੀਸਫੁਲ ਤਹਿਰੀਕ ਹੋ ਗਈ ਆ, ਜਿਹੜੇ 1.5-2 ਮਿਲੀਅਨ ਬੰਦਿਆਂ ਦੀ ਆਵਾਜ਼ ਹੈਗੀ ਆ, ਇਹਨੂੰ ਤੁਸੀਂ ਭੁੱਲਣਾ ਨਾ। ਠੀਕ ਆ, ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਅਸੀਂ ਇਹ ਨਹੀਂ ਕਹਿਣਾ ਕਿ ਮੈਂ ਅਮਨੈਸਟੀ ਦੇਣੀ ਆ, ਅਮਨੈਸਟੀ UK ਦੀ ਗਵਰਨਮੈਂਟ ਨੇ ਦੇਣੀ ਆ। ਮੈਂ ਕੋਸ਼ਿਸ਼ ਕਰ ਰਹੀ ਹਾਂ ਆਪਣਾ ਤੁਹਾਨੂੰ ਪੈਗਾਮ ਪਹੁੰਚਾਉਣਾ, ਤੁਹਾਨੂੰ ਲੈ ਕੇ ਚੱਲਣਾ। ਹੁਣ ਅਸੀਂ ਭਾਜੀ ਐਜੂਕੇਟਿਡ ਤਬਕੇ ਦੇ ਅੰਦਰ ਇਹ ਪੈਗਾਮ ਪਹੁੰਚਾ ਰਹੇ ਹਾਂ ਕਿ ਬਈ ਦੇਖੋ, ਤੁਸਾਂ ਦਾ ਕਿਸਾਨਾਂ ਦਾ ਵੀ ਤੱਕੋ ਇਹ ਜਿਹੜਾ ਮਸਲਾ ਚਲਾ, ਦੁਨੀਆ 'ਚ ਹੋਰ ਕਿੰਨੀ ਤਹਿਰੀਕਾਂ ਚੱਲ ਰਹੀਆਂ। ਦੇਖੋ,
ਰਾਤੋਂ ਰਾਤ ਨਹੀਂ ਹੁੰਦੀ। ਫਲਸਤੀਨ ਦੀ ਤਹਿਰੀਕ ਤਾਂ ਕੋਈ 70-80 ਸਾਲ ਤੋਂ ਚੱਲ ਰਹੀ ਆ। ਹਾਂਜੀ। ਹੋਰ ਦੁਨੀਆ ਦੇ ਕਿਹੜਾ ਮੁਲਕ ਚੱਕ ਲਓ, ਰਾਤੋਂ ਰਾਤ ਕਦੀ ਇਨਕਲਾਬ ਨਹੀਂ ਆਉਂਦਾ। ਬਿਲਕੁਲ ਬਿਲकुल ਜੀ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰ ਰਹੇ ਹਾਂ, ਲੱਗੇ ਪਏ ਹਾਂ, ਸਿਹਤਾਂ ਠੀਕ ਨਹੀਂ ਹੁੰਦੀਆਂ ਫਿਰ ਵੀ ਜਾਨ ਮਾਰਦੇ ਹਾਂ, ਆਪਣਾ ਕੀਮਤੀ ਟਾਈਮ ਕਰੇ ਲੱਗੇ ਪਏ ਹਾਂ। ਲੰਡਨ ਦੇ ਗੇੜੇ ਵੀ ਇਸੇ ਵਾਸਤੇ ਲਾ ਰਹੇ ਹਾਂ, ਲੰਡਨ ਦੇ ਦਫ਼ਤਰ ਵੀ ਇਸੇ ਤਰ੍ਹਾਂ ਖੋਲਿਆ ਤਾਂ ਕਿ ਕੈਪੀਟਲ ਦੇ ਅੰਦਰ ਰਹਿ ਕੇ ਉੱਤੇ ਜ਼ਿਆਦਾ ਸ਼ਾਇਦ ਸਾਡੀ ਗੱਲਬਾਤ ਸੁਣੀ ਜਾਓ। ਤੇ ਕੋਸ਼ਿਸ਼ਾਂ ਹੋ ਰਹੀਆਂ ਤੇ ਤੁਸੀਂ ਵੀ ਆਪਣੇ ਰੱਬ ਕੋਲ ਅਰਦਾਸ ਕਰੋ, ਮਿਹਨਤ ਕਰੋ, ਚੰਗੇ ਕੰਮ ਕਰੋ, ਕਮਿਊਨਿਟੀ ਦੇ ਅੰਦਰ ਰਹਿ ਕੇ ਕੰਮ ਕਰੋ, ਉੱਠੇ ਸਿੱਧੇ ਕੰਮ ਨਾ ਕਰੋ। ਇੱਕ ਦਿਨ ਆਊਗਾ ਕਿ ਤੁਸਾਂ ਦੇ ਜਿਹੜੇ ਮਾਂ ਪਿਓ ਪਿੱਛੇ ਜਿਹੜੇ ਬੈਠੇ ਨੇ, ਤੁਸਾਂ ਦੀ ਰਾਹਾਂ ਤੱਕ ਰਹਿਣ, ਤੁਸੀਂ ਪੈਸੇ ਭੇਜੋ, ਉਹਨਾਂ ਦੇ ਜਿਹੜੇ ਕਾਰ ਦੀ ਸਿਲਸਿਲਾ ਚੱਲ ਰਿਹਾ ਤੁਸੀਂ ਇੱਕ ਦਿਨ ਜ਼ਰੂਰ ਦੇਖੋਗੇ। ਹਾਂਜੀ, ਇਹ ਮੇਰੀ ਤੁਸਾਂ ਦੇ ਚੈਨਲ ਬਿਲਕੁਲ ਜੀ, ਹਾਂਜੀ, ਇਹ ਅਰਦਾਸ ਬੇਨਤੀ ਹੈ ਜੀ। ਹਾਂਜੀ, ਤੇ ਅੱਜ ਬੜੇ ਜ਼ੋਰ ਸ਼ੋਰ ਨਾਲ ਕਹਿ ਰਿਹਾ, ਇਸੇ ਵਾਸਤੇ ਕਹਿ ਰਿਹਾ ਕਿ ਅਸੀਂ ਇਹਨਾਂ ਦਾ ਦੁੱਖ ਭਾਜੀ ਸਮਝਦੇ ਹਾਂ। ਅਸੀਂ ਆਪਣੀ ਦੁਕਾਨ ਹੀ ਚਮਕਾ ਰਹੇ, ਅਸੀਂ ਉਹਨਾਂ ਦਾ ਦੁੱਖ ਦਾ ਜੈਨੂਇਨਲੀ ਉਹਨਾਂ ਦਾ ਸਾਥ ਦੇ ਰਹੇ ਹਾਂ, ਦਿਲੋਂ ਪੀੜ ਰਿਹਾ ਸਾਰੇ ਜਿਹਨੂੰ ਅਸੀਂ ਸਮਝਦੇ ਹਾਂ ਭਾਜੀ, ਅਸੀਂ ਖੁਦ ਇਸ ਪ੍ਰੋਸੈਸ ਤੋਂ ਗੁਜ਼ਰੇ ਹਾਂ। ਬਿਲਕੁਲ ਠੀਕ ਹੈ ਨਾ। ਅਸੀਂ ਇਸ ਵਾਸਤੇ ਇਹਨਾਂ ਨੂੰ ਬਾਰ-ਬਾਰ ਕਹਿ ਰਿਹਾ ਕਿ ਭਾਈ ਸਾਹਿਬ ਅਸੀਂ ਤੁਸਾਂ ਦੇ ਨਾਲ ਖਲੋਤੇ ਪਏ ਹਾਂ, ਤੁਸੀਂ ਥੋੜਾ ਜਿਹਾ ਸਹੀ ਵਕਤ ਦਾ ਵੇਟ ਕਰੋ, ਸਹੀ ਟਾਈਮ ਦਾ ਵੇਟ ਕਰੋ, ਔਰ ਰੱਬ ਦੀ ਕੁਨ ਫਯਕੂਨ ਦਾ ਵੇਟ ਕਰੋ। ਬਾਕੀ ਅਸੀਂ ਵੀ ਇੱਥੇ ਹਾਂ, ਇਹ ਕੰਟਰੀ ਵੀ ਇੱਥੇ ਹੈ ਤੇ ਰੱਬ ਖੈਰ ਕਰੇਗਾ। ਬਿਲਕੁਲ ਹਾਂਜੀ ਜੀ, ਤੇ ਉਸ ਆਸਾਂ ਉਮੀਦਾਂ ਉਸ ਪਰਮਾਤਮਾ ਵਾਹਿਗੁਰੂ ਅੱਲਾਹ ਗੋਡ ਦੇ ਉੱਤੇ ਹੀ ਆ ਕਿ ਉਹਨੇ ਨਾ ਜਿਹੜਾ ਮਰਜ਼ੀ ਲੈ ਲਓ, ਤੇ ਅਰਦਾਸ ਜਦੋਂ ਸੱਚੇ ਮਨੋਂ ਹੁੰਦੀ ਤੇ ਸੱਚੀ ਅਰਦਾਸ ਹੁੰਦੀ ਤੇ ਜ਼ਰੂਰ ਸੁਣੀ ਜਾਂਦੀ ਹੈ। ਤੇ ਬਿਲਕੁਲ ਜੀ, ਇੱਕ ਵਾਰ ਫੇਰ ਤੁਹਾਡਾ ਧੰਨਵਾਦ ਜੀ, ਤੁਸੀਂ ਆਪਣਾ ਟਾਈਮ ਕੱਢਿਆ। ਕੁਐਸਚਨ ਹੋਰ ਵੀ ਬਹੁਤ ਸੀ ਦਿਮਾਗ ਦੇ ਵਿੱਚ, ਸਵਾਲ ਹੋਰ ਵੀ ਬਹੁਤ ਸੀ, ਕਿਉਂਕਿ ਸਾਡੇ ਹਜੇ ਉਹ ਅਗਲੇ ਪ੍ਰੋਗਰਾਮਾਂ ਦੇ ਵਿੱਚ ਸ਼ੇਅਰ ਕਰਾਂਗੇ। ਹਜੇ ਟੈਕਸ ਅਸੀਂ ਕਿੱਦਾਂ ਦੇਣਾ ਤੇ ਕਿੱਦਾਂ ਬਚਾਉਣਾ, ਰੈਂਟਡ ਪ੍ਰਾਪਰਟੀ ਤੇ ਸਾਰੀ ਗੱਲ। ਟਾਈਮ ਹੋ ਗਿਆ 2 ਮਿੰਟ ਅੱਗੇ ਸਾਡੇ ਨਹੀਂ, ਹੁਣ ਤੱਕ ਜਾਣੇ ਤੋਂ ਪਹਿਲੇ ਇੱਕ ਸਵਾਲ ਜਿਹੜੇ ਸਟੂਡੈਂਟ ਜਿਹੜੇ ਆਏ ਆਪਣੇ ਪੰਜਾਬ ਤੋਂ ਖਾਸ ਕਰ, ਕਿਉਂਕਿ ਪੰਜਾਬ ਤੋਂ ਲੋਕੀ ਕਰਜ਼ੇ ਲੈ ਕੇ ਆ ਰਹੇ ਨੇ, ਕਿ ਮੈਂ ਬੇਨਤੀ ਕਰਾਂਗਾ ਪਲੀਜ਼ ਆਪਣੀ ਪੜ੍ਹਾਈ ਨਾ ਛੋੜੋ। ਅਗਰ ਪੜ੍ਹਨੇ ਵਾਸਤੇ ਆਉਂਦੇ ਹੋ ਤਾਂ ਕੋਰਸ ਦਾ ਸਹੀ ਇੰਤਖਾਬ ਕਰੋ ਪਲੀਜ਼, ਦਿਸ ਇਜ਼ ਵੈਰੀ ਇੰਪੋਰਟੈਂਟ। ਮੈਂ ਬਾਰ-ਬਾਰ ਕਹਿੰਦਾ ਕਿਉਂਕਿ ਸਟੂਡੈਂਟ ਸ਼ਾਇਦ ਸਾਨੂੰ ਲੋਕੀ ਸਮਝਦੇ ਅਸੀਂ ਐਮਨੈਸਟੀ ਦੇ ਵਕੀਲ, ਐਮਨੈਸਟੀ ਜਾਂ ਪ੍ਰਾਪਰਟੀਆਂ ਦੇ ਵਕੀਲ ਨਹੀਂ ਆ। ਸਟੂਡੈਂਟ ਅਸੀਂ ਕਹਿ ਰਹੇ ਕਿਉਂਕਿ PSW ਵੀਜ਼ੇ ਮਿਲਣੇ 2-2 ਸਾਲ ਤੇ। ਜਿਹੜੇ ਲੋਕੀ ਜਿਹੜੇ ਸਟੂਡੈਂਟ ਪੰਜਾਬ ਤੋਂ ਆਏ, ਦੂਜੇ ਕੰਟਰੀਆਂ ਤੋਂ ਆਏ, ਜਿਨ੍ਹਾਂ ਨੇ ਸਟੱਡੀ ਛੋੜ ਦਿੱਤੀ, ਉਹ ਪਛਤਾ ਰਹੇ ਕਿਉਂ 2 ਸਾਲ ਦਾ ਵਰਕ ਪਰਮਿਟ ਮਿਲ ਰਿਹਾ ਸਾਰਿਆਂ ਨੂੰ। ਤੇ ਪਲੀਜ਼ ਅਗਲੀ ਜਿਹੜੀ ਹੈ 5 ਸਾਲਾਂ ਦੇ ਵਰਕ ਪਰਮਿਟ ਤੇ ਜੋੜਨਾ। ਮੈਂ ਇਹ ਕਰੂੰਗਾ, ਪੰਜਾਬ ਤੋਂ ਆਉਂਦੇ ਹੋ, ਜਿੱਥੋਂ ਵੀ ਆਉਂਦੇ ਹੋ, ਕੋਰਸ ਦਾ ਸਹੀ ਇੰਤਖਾਬ ਕਰੋ, ਸਹੀ ਏਜੰਟ ਕੰਸਲਟੈਂਟ ਕੋਲ ਜਾਓ, ਪੈਸੇ ਆਪਣੇ ਖਰਾਬ ਨਾ ਕਰਨਾ, ਸਹੀ ਤਰ੍ਹਾਂ ਆਇਲਟਸ ਕਰਨਾ। पढ़ने वास्ते आए हो तो पढ़ने वास्ते पढ़ो। अगर पढ़ने तो इलावा तुसां दा कोई मकसद है तो ओवरसीज बिजनेस वीज़ा जी तुसां प्रोग्राम तो पहले मैंने गल की है उस ते बुलाओ सारे नूं, ठीक है। वो भी वीज़ा इतना माड़ा नहीं आ, अगे वैसे भी इकोनॉमी नूं वधाने वास्ते उस वीज़े की लोड़ लगी। ते बाजी मेरी तुसां कोल बेनती है, मेरा प्रोग्राम होर आपां अगले प्रोग्राम दे विच उस वीज़े बारे भी गल करांगे, वर्क परमिट वाले ते भी ते स्टूडेंट वाले ते भी। ते बिल्कुल जी, दर्शकों का भी बहुत बहुत धन्यवाद जी। दर्शकों को बेनती, कोई भी सवाल हुंदा जी जरूर तुसीं स्टूडियो दे विच फोन करके लिखा देना, ते अगले प्रोग्राम दे ਤੁਹਾਡਾ ਜਿਹੜਾ ਸਵਾਲ ਹੈ ਉਹ ਜਵੇਰ ਰਸ਼ੀਦ ਉਹਨਾਂ ਦੇ ਨਾਲ ਸ਼ੇਅਰ ਕਰ ਲਿਆ ਜਾਊਗਾ। ਤੇ ਨਾਲ ਦੀ ਨਾਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਮਿਲਣਾ ਚਾਹੁੰਦੇ ਹੋ, ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਜਰੂਰ ਜੀ KTV ਦੇ ਆਫਿਸ ਦੇ ਵਿੱਚ ਫੋਨ ਕਰਕੇ, ਸਟੂਡੀਓ ਦੇ ਵਿੱਚ ਫੋਨ ਕਰਕੇ ਕਿਸੇ ਵੀ ਟਾਈਮ ਤੁਸੀਂ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਤੇ ਫਿਰ ਇਹਨਾਂ ਦੇ ਨਾਲ ਬੈਠ ਕੇ ਤੁਸੀਂ ਅਪਾਇੰਟਮੈਂਟ ਬਣਾ ਕੇ ਤੇ ਸਾਰੀ ਗੱਲਬਾਤ ਜਾਣ ਸਕਦੇ ਹੋ। ਤੇ ਬਿਲਕੁਲ ਜੀ, ਤੇ ਜਿੱਥੇ ਜਵੇਰ ਰਸ਼ੀਦ ਜੀ ਦਾ ਧੰਨਵਾਦ, ਉੱਥੇ ਤੁਹਾਡਾ ਵੀ ਧੰਨਵਾਦ ਜੀ। ਤੇ ਸਾਨੂੰ ਹੁਣ ਦਿਓ ਜੀ ਇਜਾਜ਼ਤ, ਟਾਈਮ ਹੋ ਗਿਆ ਜੀ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਜਿੱਥੇ ਰਹੋ, ਹੱਸਦੇ ਵਸਦੇ ਰਹੋ, ਖੁਸ਼ ਰਹੋ। ਤੇ ਅੱਜ ਦੇ ਲਈ ਇੰਨਾ ਜੀ, ਮਿਲਾਂਗੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ। ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਨਾਈਟ ਜੀ।